Please subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਰਮਨ ਸਿੰਘ ਢਿੱਲੋਂ ਯੂਨਾਈਟਿਡ ਸਟੇਟਸ ਤੋਂ। 30 ਸਾਲ ਹੋ ਗਏ ਨੇ ਰਮਨ ਢਿੱਲੋਂ ਜੀ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਤੇ ਬਹੁਤ ਸਾਰੇ ਬਿਜ਼ਨੈਸਿਸ ਜਿਹੜੇ ਉਹਨਾਂ ਨੇ ਉੱਥੇ ਸਟਾਰਟ ਕੀਤੇ, ਫਰੈਂਚਾਈਜ਼ੀ ਬਿਜ਼ਨਸ, ਮੌਰਗੇਜ ਬਿਜ਼ਨਸ ਤੇ ਟਰੱਕਿੰਗ ਬਿਜ਼ਨਸ ਤੇ ਓਬਵੀਅਸਲੀ ਕਿਉਂਕਿ ਅੱਜ ਅਸੀਂ ਸਾਰੀ ਗੱਲ ਕਰਾਂਗੇ ਟਰੱਕਿੰਗ ਤੇ ਹੀ। ਇਹ ਵੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਨਾਮ ਦਾ ਮੈਗਜ਼ੀਨ ਜਿਹੜਾ ਪਹਿਲੀ ਵਾਰ ਰਮਨ ਢਿੱਲੋਂ ਜੀ ਦੀ ਟੀਮ ਨੇ ਜਿਹੜਾ ਉਹ ਲਾਂਚ ਕੀਤਾ ਅਮਰੀਕਾ ਦੇ ਵਿੱਚ, ਜੋ ਕਾਫੀ ਸਾਲਾਂ ਤੋਂ ਉੱਥੇ ਚੱਲ ਰਿਹਾ ਤੇ ਬਹੁਤ ਸਾਰੇ ਸਾਡੇ ਪੰਜਾਬੀਆਂ ਦੀ ਜਾਂ ਫਿਰ ਟਰੱਕਿੰਗ ਇੰਡਸਟਰੀ ਦੇ ਕੋਈ ਵੀ ਤੇ ਬਹੁਤ ਸਾਰੇ ਸਾਡੇ ਪੰਜਾਬੀਆਂ ਦੀ ਜਿਹੜੀ ਆ ਉਹ ਹੈਲਪ ਕਰ ਰਹੇ ਨੇ, ਉਹਨਾਂ ਨੂੰ ਐਜੂਕੇਟ ਕਰ ਰਹੇ ਨੇ ਤਾਂ ਕਿ ਕੀ ਬੈਨੀਫਿਟਸ ਨੇ ਜਾਂ ਫਿਰ ਉਹ ਕਿਸੇ ਵੀ ਪ੍ਰੋਬਲਮ ਦੇ ਵਿੱਚ ਨਾ ਫਸ ਜਾਣ। ਸੋ ਹੀ ਆਲਵੇਜ਼ ਟਰਾਈ ਟੂ ਐਜੂਕੇਟ ਪੀਪਲ, ਸਪੈਸ਼ਲੀ ਜਿਹੜੇ ਕਿ ਟਰੱਕਿੰਗ ਕਰਦੇ ਨੇ ਯੂਨਾਈਟਿਡ ਸਟੇਟਸ ਦੇ ਵਿੱਚ। ਸੋ ਅੱਜ ਅਸੀਂ ਗੱਲ ਕਰਾਂਗੇ ਬੜੀ ਡਿਟੇਲ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਟਰੱਕਿੰਗ ਇੰਡਸਟਰੀ ਹੈ ਅਮਰੀਕਾ ਦੇ ਵਿੱਚ ਤੇ ਜਿਹੜੇ ਆਲਰੇਡੀ ਉੱਥੇ ਸਾਡੇ ਪੰਜਾਬੀ ਹੈਗੇ ਨੇ ਉਹ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਦੇ ਨੇ, ਕਿੱਦਾਂ ਉਹਨਾਂ ਨੂੰ ਸੋਲਵ ਕਰ ਸਕਦੇ ਨੇ ਤੇ ਇੱਥੋਂ ਜਿਹੜਾ ਯੂਥ ਸੋਚਦਾ ਹੈ ਕਿ ਉੱਥੇ ਜਾ ਕੇ ਦੇ ਵਾਂਟ ਟੂ ਐਂਟਰ ਇਨਟੂ ਟਰੱਕਿੰਗ ਇੰਡਸਟਰੀ ਤੇ ਉਹਨਾਂ ਦੀ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਤੇ ਖਾਸ ਕਰਕੇ ਅਸੀਂ ਅੱਜ ਕੁੜੀਆਂ ਦੀ ਵੀ ਗੱਲ ਕਰਾਂਗੇ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਉਹ ਹਿੱਸਾ ਲੈ ਸਕਦੀਆਂ ਨੇ, ਕਿਸ ਤਰ੍ਹਾਂ ਉਹਦਾ ਜਿਹੜਾ ਅੱਛਾ ਪਾਰਟ ਬਣ ਸਕਦੀਆਂ ਨੇ, ਇੱਕ ਪ੍ਰੋਪਰ ਜਿਹੜਾ ਉੱਥੇ ਜਾ ਕੇ ਬਿਜ਼ਨਸ ਕਰ ਸਕਦੀਆਂ ਨੇ। ਸੋ ਰਮਨ ਢਿੱਲੋਂ ਜੀ, ਵੈਲਕਮ ਟੂ ਦ ਸ਼ੋ। Thank you ਜੀ, thank you for having me. ਸਰ, ਸਭ ਤੋਂ ਪਹਿਲੇ ਮੈਂ ਤੁਹਾਨੂੰ ਪੁੱਛਣਾ ਚਾਹਨੀ ਕਿ when did you came to America? ਤੁਸੀਂ ਅਮਰੀਕਾ ਕਦੋਂ ਆਏ ਤੇ how's life going on? ਜੀ ਮੈਂ ਅਮਰੀਕਾ ਦੇ ਵਿੱਚ 1991 ਦੇ ਵਿੱਚ ਆਇਆ ਸੀਗਾ ਤੇ ਅਮਰੀਕਾ ਦੇ ਵਿੱਚ ਆਉਣ ਤੋਂ ਬਾਅਦ ਲਾਈਫ ਨੇ ਕਹਿ ਲਓ 30 ਇਅਰਸ ਦੇ ਕਰੀਬ ਸਮਾਂ ਜਿਹੜਾ ਹੋ ਚੱਲਿਆ। ਹੁਣ ਨੈਕਸਟ ਈਅਰ 30 ਇਅਰਸ ਪੂਰੇ ਹੋ ਜਾਣੇ ਆ ਤੇ ਇਸ 30 ਇਅਰਸ ਦੇ ਵਿੱਚ ਮੇਰੇ ਖਿਆਲ ਮੈਂ ਬਹੁਤ ਕੁਝ ਜਿਹੜਾ ਆ ਸਿੱਖਿਆ ਹੈਗਾ, ਬਹੁਤ ਕੁਝ ਜਿਹੜਾ ਲਰਨ ਕੀਤਾ ਹੈਗਾ ਤੇ ਲਾਈਫ ਇਜ਼ ਗੋਇੰਗ ਰੀਅਲੀ ਵੈਲ। ਕੋਈ ਕੰਪਲੇਂਟ ਨਹੀਂ ਹੈਗੀ ਮੇਰੇ ਖਿਆਲ ਦੇ ਵਿੱਚ। ਹੁਣ ਲਾਈਫ ਜਿਹੜੀ ਆ ਉਸ ਮੁਕਾਮ ਤੇ ਪਹੁੰਚ ਚੁੱਕੀ ਹੈ ਜਿੱਥੇ ਕਿ ਅਸੀਂ ਜਿਹੜਾ ਆ ਕਿ ਹੁਣ ਉਸ ਢੰਗ ਤੇ ਆ ਗਏ ਕਿ ਜਿੱਥੇ ਵੀ ਲਵ ਟੂ ਹੈਲਪ ਨਾਓ। ਸੋ ਇਟਸ ਦਾ ਮੈਂਟਰਸ਼ਿਪ ਜਿਹੜੀ ਆ ਜਿਹੜੀ ਕਿ ਸਾਡੀ ਕਮਿਊਨਿਟੀ ਦੇ ਵਿੱਚ ਬੜੀ ਕਮੀ ਹੈਗੀ ਮੈਂਟਰਸ਼ਿਪ ਦੀ, ਅਸੀਂ ਉਹ ਹੁਣ ਕੰਮ ਜਿਹੜਾ ਦਿਲ ਕਰਦਾ ਹੈਗਾ ਕਿ ਉਹਨੂੰ ਕੋਈ ਨਾ ਕਿਸੇ ਨੂੰ ਦੱਸ ਕੇ ਨਹੀਂ ਰਾਜ਼ੀ ਹੈਗਾ ਕਿ ਅਸੀਂ ਇੱਥੇ ਕਿਵੇਂ ਪਹੁੰਚੇ। ਸੋ ਆਈ ਥਿੰਕ ਜੀ ਤੁਹਾਡੀ ਇੰਨੀ ਮੈਚੁਰਿਟੀ ਲੈਵਲ ਹੈਗਾ ਕਿ you want to mentor people and guide them right. So I want to ask about the trucking association you have. ਉਹਦੇ ਬਾਰੇ ਥੋੜਾ ਦੱਸੋ ਕਿ ਕੀ ਹੈ trucking association and ਕਿੰਨੇ ਜਾਣੇ association ਦੇ ਵਿੱਚ and how they help each other. ਬਿਲਕੁਲ ਜੀ, ਜਿਹੜੀ ਟਰੱਕਿੰਗ ਐਸੋਸੀਏਸ਼ਨ ਹੈਗੀ ਆ ਉਹ ਇੱਕ ਅਸੀਂ ਜਿਹੜੀਆਂ ਇੱਥੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਹੈਗੀ ਆ ਜਾਂ ਸਾਡੀ ਲੋਕਲ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਹੈਗੀ ਆ, ਉਹਦੇ ਤਰਜ਼ ਦੇ ਉੱਤੇ ਅਸੀਂ ਇਹ ਸਾਰਾ ਕੁਝ ਜਿਹੜਾ ਸੀਗਾ ਇਹ ਖੜਾ ਕੀਤਾ ਹੈਗਾ। ਸਾਨੂੰ ਜਿਹੜਾ ਪੰਜਾਬੀਆਂ ਨੂੰ ਤੇ ਖਾਸ ਕਰਕੇ ਟਰੱਕਰਾਂ ਨੂੰ ਇੱਕ ਰੂਮ ਦੇ ਵਿੱਚ ਲਿਆਉਣਾ ਜਿਹੜਾ ਬੜਾ ਔਖਾ ਹੈਗਾ। ਸੋ ਪਰ ਸਾਡੀ ਖੁਸ਼ਕਿਸਮਤੀ ਰਹੀ ਆ ਕਿ ਮੇਰੇ ਦੋਸਤ ਜਿਹੜੇ ਸੀਗੇ, ਮੇਰੇ ਜਿਹੜੇ ਮਤਲਬ ਕਿ ਹੈਲਪਿੰਗ ਹੈਂਡ ਸੀਗੇ ਮੇਰੇ ਲੈਫਟ ਐਂਡ ਰਾਈਟ ਜਿਹੜੇ, ਉਹ ਬਹੁਤ ਜ਼ਿਆਦਾ ਕੀ ਵਧੀਆ ਆ। ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਐਫਰਟ ਕੀਤੀ ਔਰ ਮੈਂ ਸਾਰੇ ਪਾਸੇ ਭੱਜ ਦੌੜ ਕੇ 2012-13 ਤੋਂ ਸ਼ੁਰੂ ਹੋਏ ਆ ਤੇ ਹਰ ਇੱਕ ਨੂੰ ਆਈਡੀਆ ਦੇਈਦੇ ਸੀ ਨਹੀਂ ਯਾਰ ਆਪਾਂ ਨਾ ਐਸੋਸੀਏਸ਼ਨ ਬਣਾਈਏ। ਦੇਖੋ ਗੋਰਿਆਂ ਦੀਆਂ ਸਾਰੀਆਂ ਐਸੋਸੀਏਸ਼ਨ ਹੈਗੀਆਂ, ਸਾਰੇ ਜਣੇ ਇਕੱਠੇ ਹੁੰਦੇ ਆ, ਕੰਮ ਕਰਦੇ ਆ, ਯਾਰ ਆਪਣੇ ਕੋਲ ਆਪਣੀ ਕਿਉਂ ਨਹੀਂ ਹੈਗੀ ਐਸੋਸੀਏਸ਼ਨ, ਹੈ ਨਾ। ਤੇ ਬੜਾ ਟਾਈਮ ਲੱਗਾ ਪਰ ਡੈਫੀਨੇਟਲੀ 2017 ਦੇ ਵਿੱਚ ਬੜਾ ਇੱਕ ਭੁਚਾਲ ਉੱਠਿਆ ਸੀਗਾ ਟਰੱਕਿੰਗ ਦੇ ਵਿੱਚ ਜਦੋਂ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਆਏ ਸੀਗੇ ਤੇ ਉਸ ਤੇ ਬੜਾ ਇੱਥੇ ਪ੍ਰੋਟੈਸਟ ਹੋਇਆ, ਆਪਣੇ ਪੰਜਾਬੀਆਂ ਵੱਲੋਂ ਕਾਫੀ ਪ੍ਰੋਟੈਸਟ ਕੀਤਾ ਗਿਆ ਤੇ ਮੇਰੇ ਖਿਆਲ ਉਸ ਪ੍ਰੋਟੈਸਟ ਦਾ ਜਿਹੜਾ ਸਿੱਟਾ ਸੀਗਾ ਉਹ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ, ਜਿਹਦਾ ਛੋਟਾ ਨਾਂ ਨੈਪਟਾ ਹੈਗਾ, ਉਹਦੇ ਰੂਪ ਦੇ ਵਿੱਚ ਸਾਹਮਣੇ ਆਇਆ। ਤੇ ਜਿਹੜੀ ਐਸੋਸੀਏਸ਼ਨ ਹੈਗੀ ਆ ਇਹਦੇ ਵਿੱਚ ਜਿੱਦਾਂ ਕਿ ਮੈਂ ਫਿਰ ਉਹੀ ਗੱਲ ਕਹਿਦਾ ਕਿ ਜਿਹੜੇ ਮੇਰੇ ਬੋਰਡ ਆਫ ਡਾਇਰੈਕਟਰਸ ਹੈਗੇ ਆ ਜਾਂ ਜਿਹੜੇ ਮੇਰੇ ਮੁੱਢਲੇ ਜਿਹੜੇ ਕੋਰ ਮੈਂਬਰ ਹੈਗੇ ਆ, ਉਹ ਅਸੀਂ ਸਾਰਿਆਂ ਨੇ ਪੱਲਿਓਂ ਪੈਸੇ ਪਾ ਕੇ ਸਾਰਾ ਕੁਝ ਇਕੱਠਾ ਕਰਕੇ ਤੇ ਇਹਨੂੰ ਇੱਕ ਕਮਿਊਨਿਟੀ ਦਾ ਇੱਕ ਚੀਜ਼ ਖੜੀ ਕੀਤੀ ਜਿਹਦੇ ਵਿੱਚ ਕੋਈ ਓਨਰ ਨਹੀਂ ਹੈਗਾ, ਕੋਈ ਇਹਦਾ ਮਤਲਬ ਕਿ ਇੱਕ ਬੰਦਾ ਇਹਨੂੰ ਓਨ ਨਹੀਂ ਕਰਦਾ, ਇਹ ਮੈਂਬਰਸ ਓਨਡ ਹੈਗੀ ਆ। ਸਾਰਾ ਕੁਝ ਇਹਦਾ ਹਿਸਾਬ ਕਿਤਾਬ ਹੈਗਾ ਉਹ ਟੋਟਲੀ ਕਲੀਅਰ ਹੈਗਾ। ਅਸੀਂ 501c6 ਜਿਹੜੀ ਸਾਡੀ ਸਰਟੀਫਿਕੇਸ਼ਨ ਹੈਗੀ ਆ, ਸੋ ਉਹਦੇ ਵਿੱਚ ਅਸੀਂ
ਜਿਹੜੀ ਹੈਲਪ ਆ ਉਹਦੇ 'ਚ ਇੱਦਾਂ ਹੁੰਦੀ ਆ ਜੀ, ਅਸੀਂ ਐਸੋਸੀਏਸ਼ਨ ਦੇ ਤੌਰ ਤੇ, ਕਿਉਂਕਿ ਮੇਰੇ ਲਿੰਕਸ ਬਣੇ ਹੋਏ ਸੀਗੇ ਟਰੱਕਿੰਗ ਦੇ ਵਿੱਚ ਮੈਗਜ਼ੀਨ ਕਰਕੇ, ਮੇਰੇ ਕੋਲ ਵੈਂਡਰਸ ਸੀਗੇ, ਮੈਨੂਫੈਕਚਰਰ ਸੀਗੇ, ਸੋ ਉਹਨਾਂ ਦੇ ਨਾਲ ਜਾ ਕੇ ਫਿਰ ਅਸੀਂ ਜਿਹੜੀ ਨੈਗੋਸ਼ੀਏਸ਼ਨ ਕਰੀਦੀ ਆ ਕਿ ਬਲਕ ਬਾਇੰਗ, ਸੋ ਅਸੀਂ ਇਕੱਠਾ ਤੁਹਾਡੇ ਕੋਲੋਂ ਐਸੋਸੀਏਸ਼ਨ ਜਿਹੜੀ ਆ ਉਹ ਤੁਹਾਡੇ ਕੋਲੋਂ ਇਕੱਠੇ ਟਾਇਰ ਬਾਏ ਕਰੂਗੀ, ਜਾਂ ਅਸੀਂ ਸਾਰੇ ਮੈਂਬਰ ਸਾਡੇ ਫਿਊਲ ਬਾਏ ਕਰਨਗੇ। ਹੁਣ ਜੇ ਸਾਡੇ ਮੈਂਬਰ ਸਾਰੇ ਫਿਊਲ ਬਾਏ ਕਰਦੇ ਆ, ਜਿਹੜਾ ਸਾਡਾ ਟਰੱਕਿੰਗ ਐਸੋਸੀਏਸ਼ਨ ਦਾ ਮੈਂਬਰ ਹੈਗਾ, ਜੇ ਉਹ ਸਾਡਾ ਫਿਊਲ ਕਾਰਡ ਯੂਜ਼ ਕਰਦਾ, ਉਹਨੂੰ ਈਚ ਗੈਲਨ ਦੇ ਉੱਤੇ ਆਲਮੋਸਟ 30 ਤੋਂ 40 ਸੈਂਟ ਪਰ ਗੈਲਨ ਦਾ ਉਹਨੂੰ ਡਿਸਕਾਊਂਟ ਮਿਲਦਾ ਆ। ਸੋ ਜਿਹੜਾ ਕਿ ਵੈਰੀ ਸਿਗਨੀਫੀਕੈਂਟ ਹੈਗਾ। ਇੱਕ ਟਰੱਕ ਦੀ ਸਾਡੀ ਫੀਸ ਜਿਹੜੀ ਹੈਗੀ ਆ ਉਹ $10 ਮਹੀਨੇ ਦੀ ਹੈਗੀ ਆ, ਤੇ ਜੇ ਇਕੱਲਾ ਹੀ ਕੋਈ ਬੰਦਾ ਸਾਡਾ ਫਿਊਲ ਕਾਰਡ ਯੂਜ਼ ਕਰਕੇ ਫਿਊਲ ਪਵਾਉਂਦਾ ਆ ਤੇ ਉਹ ਆਲਮੋਸਟ $1100 ਤੋਂ $1200 ਇੱਕ ਮੰਥ ਦਾ ਸੇਵ ਕਰਦਾ ਆ। ਤੇ ਉਸ ਤੋਂ ਬਾਅਦ ਜਿਹੜੇ ਟਾਇਰਸ ਹੈਗੇ ਆ, ਸੋ ਜਿੱਦਾਂ ਕਿ ਮਿਸ਼ਲਨ ਦੇ ਟਾਇਰ ਹੈਗੇ ਆ, ਉਹ ਮਾਰਕੀਟ ਦੇ ਵਿੱਚ ਇਸ ਵੇਲੇ $600 ਦਾ ਵਿਕਦਾ ਆ। ਜੇ ਕੋਈ ਸਾਡੀ ਐਸੋਸੀਏਸ਼ਨ ਦਾ ਮੈਂਬਰ ਹੈਗਾ, ਉਹ 460 ਦਾ ਉਹਨੂੰ ਬਾਏ ਕਰ ਸਕਦਾ, $140 ਡਿਸਕਾਊਂਟ ਇੱਕ ਟਾਇਰ ਦੇ ਪਿੱਛੇ ਹੈਗਾ। ਸੋ ਇਦਾਂ ਅਸੀਂ ਬਲਕ ਬਾਇੰਗ ਕਰੀਦੀ ਆ, ਜਿਹਦੇ ਵਿੱਚ ਕਿ ਅਸੀਂ ਸੌਫਟਵੇਅਰ ਲੈ ਲਓ, ਤੁਸੀਂ ELD ਡਿਵਾਈਸਿਸ ਹੋ ਗਏ, ਇੰਸ਼ੋਰੈਂਸ ਹੋ ਗਈ, ਕੁਛ ਹੋ ਗਿਆ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਬਲਕ ਬਾਇੰਗ ਹੁੰਦੀ ਆ। ਇੱਕ ਤਾਂ ਐਸੋਸੀਏਸ਼ਨ ਦਾ ਇਹ ਫਾਇਦਾ ਹੈਗਾ ਕਿ ਜਿਹਦੇ ਵਿੱਚ ਬਲਕ ਬਾਇੰਗ ਚੱਲਦੀ ਆ, ਤੇ ਦੂਸਰਾ ਜਿਹੜਾ ਐਸੋਸੀਏਸ਼ਨ ਦਾ ਫਾਇਦਾ ਹੈਗਾ ਉਹ ਹੈਗਾ ਕਿ ਅਸੀਂ ਇੱਕ ਗਰੁੱਪ ਦੇ ਵਿੱਚ ਗੀਅਰ ਅਪ ਹੁੰਨੇ ਆ, ਇੱਕ ਆਰਗੇਨਾਈਜ਼ਡ ਹੁੰਨੇ ਆ, ਜਿਹਦੇ ਵਿੱਚ ਕਿ ਜਿਹੜੇ ਸਾਡੇ ਕਾਂਗਰਸਮੈਨ ਹੈਗੇ ਆ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵਸ ਹੈਗੇ ਆ, ਉਹਨਾਂ ਤੱਕ ਅੱਜ ਵੀ ਹੁਣ ਸਾਡੀ ਮੀਟਿੰਗ ਸੀਗੀ ਕਿ ਜਿਹਦੇ ਵਿੱਚ ਅਸੀਂ ਜਿਹੜੇ ਇੰਸ਼ੋਰੈਂਸ ਰੇਟ ਵਧ ਰਹੇ ਹੈਗੇ ਉਹਨਾਂ ਦੇ ਉੱਤੇ ਅਸੀਂ ਜਿਹੜੇ ਲੋਕਲ ਕਾਂਗਰਸਮੈਨ ਹੈਗੇ ਆ ਉਹਨਾਂ ਨਾਲ ਗੱਲ ਕੀਤੀ। ਸੋ ਜਿਹੜੀ ਐਸੋਸੀਏਸ਼ਨ ਹੈਗੀ ਆ, ਇਹ ਇਟ ਬਿਕਮਸ ਅ ਮੇਜਰ ਪੋਲੀਟੀਕਲ ਪਾਵਰ। ਜਿੰਨੀਆਂ ਵੀ ATA ਹੈਗੀਆਂ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ, CTA ਹੈਗੀ ਆ, ਹੋਰ ਆ, ਇਹ ਸਾਰੀਆਂ ਜਿਹੜੀਆਂ ਇਹ ਮੇਜਰ ਪੋਲੀਟੀਕਲ ਮੂਵਰਸ ਬਣ ਜਾਂਦੇ ਆ, ਕਿਉਂਕਿ ਵੀ ਰੀਪ੍ਰੈਜ਼ੈਂਟ ਦਾ ਕਮਿਊਨਿਟੀ, ਵੀ ਰੀਪ੍ਰੈਜ਼ੈਂਟ ਦੈਟ ਪਰਸਨ ਦੈਟ ਹੂ ਇਜ਼ ਗੋਇੰ ਟੂ ਵੋਟ ਫॉर ਯੂ। ਸੋ ਉਹਦੇ ਵਿੱਚ ਕੀ ਹੁੰਦਾ ਕਿ ਕਲੈਕਟਿਵਲੀ ਅਸੀਂ ਇਕੱਠੇ ਹੋ ਕੇ ਤੇ ਅਸੀਂ ਜਿਹੜਾ ਸਾਡੀ ਟਰੱਕਿੰਗ ਦੇ ਬੈਨੀਫਿਟ ਤੇ ਹੈਗਾ, ਸਾਨੂੰ ਹੁਣ ਕੋਈ ਈਅਰ ਰਾਊਂਡ ਸਾਨੂੰ ਲੋੜ ਪੈਂਦੀ ਆ, ਕਿਤੇ ਕੋਈ ਨਵਾਂ ਕਾਨੂੰਨ ਆ ਰਿਹਾ, ਜਿੱਥੇ ਅਸੀਂ ਸਾਡੇ ਕਾਂਗਰਸਮੈਨ ਨੂੰ, ਜਿੱਦਾਂ ਆਪਣੇ ਤੁਹਾਡੇ ਉੱਥੇ MP ਹੈਗੇ ਆ, ਅਸੀਂ MP ਨੂੰ ਅਪਰੋਚ ਕੀਤਾ ਕਿ ਓਕੇ ਠੀਕ ਹੈ, ਯੂ ਨੋ ਵਟ, ਆਹ ਕਾਨੂੰਨ ਆ ਰਿਹਾ ਹੈਗਾ, ਇਹਦੇ ਵਿੱਚ ਦਿਸ ਇਜ਼ ਅਗੇਂਸਟ ਅਸ, ਸੋ ਯੂ ਗੈਟ ਟੂ ਵੋਟ ਅਗੇਂਸਟ, ਹੈ ਨਾ। ਉਹਨੂੰ ਅਸੀਂ ਟਰਾਈ ਕਰਦੇ ਹਾਂ, ਉਹਨੂੰ ਅਸੀਂ ਕਨਵਿੰਸ ਕਰਦੇ ਹਾਂ, ਉਹਨੂੰ ਸਮਝਾਉਂਦੇ ਹਾਂ ਕਿ ਕਿੱਦਾਂ ਸਾਨੂੰ ਨੁਕਸਾਨ ਕਰੂਗਾ। ਸੋ ਜੇ ਉਹ ਸਾਡੇ ਨਾਲ ਸਹਿਮਤ ਹੁੰਦਾ ਆ, ਸਾਡੇ ਹੱਕ ਦੇ ਵਿੱਚ ਖੜਦਾ ਆ, ਤੇ ਫਿਰ ਨੈਕਸਟ ਟਾਈਮ ਅਸੀਂ ਮੈਂਬਰਸ ਨੂੰ ਹਦਾਇਤ ਕਰਦੇ ਹਾਂ ਕਿ ਆਹ ਜਿਹੜਾ MP ਸੀਗਾ, ਆਹ ਜਿਹੜਾ ਕਾਂਗਰਸਮੈਨ ਸੀਗਾ, ਇਹ ਸਾਡੇ ਹੱਕ 'ਚ ਸਾਡੇ ਨਾਲ ਖੜਾ ਹੋਇਆ। ਸੋ ਪਲੀਜ਼ ਵੈਨ ਯੂ ਟਰਾਈ ਟੂ ਵੋਟ, ਇੱਥੇ ਤੁਸੀਂ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਕਿਸੇ ਨੂੰ ਵੋਟਿੰਗ ਦੀ। ਸੋ ਯੂ ਕੈਨ ਸੁਜੈਸਟ ਇਟ, ਯੂ ਕੈਨ ਟੈਲ ਦੈਮ ਕਿ ਇਹਨੇ ਸਾਡੇ ਲਈ ਕੀ ਚੰਗਾ ਕੀਤਾ ਜਾਂ ਇਹਨੇ ਸਾਡੇ ਲਈ ਕੀ ਮਾੜਾ ਕੀਤਾ। ਹਾਊ ਦੇ ਵਾਂਟ ਟੂ ਵੋਟ, ਇਟਸ ਅਪ ਟੂ ਦੈਮ। ਨਹੀਂ, ਬਟ ਵਧੀਆ ਗੱਲ ਹੈ ਕਿ ਜਿੱਦਾਂ ਐਸੋਸੀਏਸ਼ਨ ਐਂਡ ਕੈਨ ਗੈਟ ਲੋਟ ਆਫ ਬੈਨੀਫਿਟਸ ਆਊਟ ਆਫ ਇਟ, ਤੇ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਕਲੈਕਟਿਵ ਪ੍ਰੋਬਲਮਸ ਆ ਉਹਨਾਂ ਦੇ ਜਿਹੜੇ ਆ ਉਹ ਹੱਲ ਹੋ ਸਕਦੇ ਨੇ। ਜੀ ਬਿਲਕੁਲ। ਹੁਣ ਅੱਜ ਵੀ ਜਿੱਦਾਂ ਨਾਰਮਲ ਕੋਈ ਡਰਾਈਵਰਸ ਹੁੰਦੇ ਆ, ਓਨਰ ਆਪਰੇਟਰਸ ਹੈਗੇ ਆ, ਕਿਸੇ ਦਾ ਲੋਡ ਸਟਕ ਹੋ ਗਿਆ, ਕਿਸੇ ਨੂੰ ਬ੍ਰੋਕਰ ਪੈਸੇ ਨਹੀਂ ਦੇ ਰਿਹਾ, ਕਿਸੇ ਨੂੰ ਆਹ ਹੋ ਗਿਆ, ਕਿਸੇ ਦੀ ਕੰਪਨੀ ਜਿਹੜੀ ਆ ਉਹ ਲੀਗਲੀ ਨਹੀਂ ਚੱਲ ਰਹੀ ਹੈਗੀ, ਉਹ ਉਹਨਾਂ ਦੀਆਂ ਵੇਜਸ ਉਹਨਾਂ ਨੇ ਰੋਕ ਲਈਆਂ ਹੈਗੀਆਂ। ਸੋ ਇਦਾਂ ਦੇ ਮਸਲੇ ਸਾਡੇ ਕੋਲ ਸਾਰਾ ਦਿਨ ਆਉਂਦੇ ਰਹਿੰਦੇ ਆ ਮੈਂਬਰਸ ਦੇ। ਸੋ ਉਹਨਾਂ ਨੂੰ ਫਿਰ ਅਸੀਂ ਪ੍ਰੋਪਰਲੀ ਜਿਹੜੇ ਦੂਜੀ ਪਾਰਟੀ ਹੁੰਦੀ ਉਹਨਾਂ ਨਾਲ ਗੱਲ ਕਰੀਦੀ ਆ, ਇਫ ਦੇ ਆਰ ਵਿਲਿੰਗ ਟੂ ਨੈਗੋਸ਼ੀਏਟ, ਉਹਨਾਂ ਨੂੰ ਨੈਗੋਸ਼ੀਏਟ ਕਰਵਾਈਦਾ, ਤੇ ਜੇ ਇਫ ਆਰ ਨਾਟ ਏਬਲ ਟੂ ਨੈਗੋਸ਼ੀਏਟ, ਦੈਨ ਜਿਹੜਾ ਸਾਡੇ ਕੋਲ ਮੈਂਬਰ ਹੈਗਾ ਉਹਨੂੰ ਪ੍ਰੋਪਰ ਗਾਈਡੈਂਸ ਦੇਦੀ ਆ ਕਿ ਅਕੋਰਡਿੰਗ ਟੂ ਦਾ ਲਾਅ ਵਾਟ ਹੀ ਕੈਨ ਡੂ। ਫਿਰ ਤੁਸੀਂ ਇੰਡੀਆ ਮਤਲਬ ਕਿੰਨੀ ਕੁ ਦੇਰ ਬਾਅਦ ਗੇੜਾ ਲਾਉਂਦੇ ਹੋ, ਜਾਂ ਹੁਣ ਲਾਸਟ ਟਾਈਮ ਕਦੋਂ ਆਏ ਸੀ ਤੁਸੀਂ? ਵੈਲ, ਆਪਣਾ 91 ਤੋਂ ਆਉਣ ਤੋਂ ਬਾਅਦ ਮੈਂ 2000 ਦੇ ਵਿੱਚ ਇੰਡੀਆ ਗਿਆ ਸੀਗਾ ਆਫਟਰ 10 ਇਅਰਸ। ਤੇ ਉਸ ਤੋਂ ਬਾਅਦ ਫਿਰ 2000 ਦੇ ਵਿੱਚ ਜਦੋਂ ਗਿਆ ਸੀਗਾ, ਉਦੋਂ ਮੈਂ ਆਪਣੇ ਬੱਚੇ ਜਿਹੜੇ ਆ, ਉਹ ਦੋਨੋਂ ਬੇਟੇ ਜਿਹੜੇ ਆ, ਉਹ ਇੰਡੀਆ ਹੋਸਟਲ ਦੇ ਵਿੱਚ ਡਲਹੌਜ਼ੀ ਦੇ ਵਿੱਚ ਅਸੀਂ ਪੜ੍ਹਨੇ ਪਾਏ ਸੀ। ਸ਼ੁਰੂ ਹੀ ਉਹਨਾਂ ਨੇ ਆਪਣੀ ਪੜ੍ਹਾਈ ਉੱਥੋਂ ਕੀਤੀ ਆ। ਸੋ 8 ਸਾਲ ਤੱਕ ਉਹ ਬੱਚੇ ਇੰਡੀਆ ਰਹੇ ਹੈਗੇ ਆ। ਸੋ 8 ਸਾਲ ਤੱਕ ਸਾਡਾ ਜਿਹੜਾ ਸੀ, ਮੇਰਾ ਤੇ ਮੇਰੀ ਵਾਈਫ ਦਾ ਆਉਣਾ ਜਾਣਾ ਜਿਹੜਾ ਆ ਆਲਟਰਨੇਟਿਵਲੀ ਬਣਿਆ ਰਿਹਾ। 1 ਸਾਲ ਬੱਚੇ ਸਾਡੇ ਕੋਲ ਆਉਂਦੇ ਸੀ, 1 ਸਾਲ ਅਸੀਂ ਉਹਨਾਂ ਦੇ ਕੋਲ ਜਾਈਦਾ ਸੀਗਾ, ਜਾਂ ਕੋਈ ਛੱਡਣ ਚਲਾ ਗਿਆ, ਕੋਈ ਲੈਣ ਚਲਾ ਗਿਆ। ਸੋ ਚੱਲਦਾ ਰਿਹਾ। ਤੇ ਜਦੋਂ 2005 ਦੇ ਵਿੱਚ ਮੈਂ ਲਾਸਟ ਗਿਆ ਹੈਗਾ, ਤੇ 2005 ਤੋਂ ਬਾਅਦ ਫਿਰ ਮੈਂ 2018 ਦੇ ਵਿੱਚ ਵਾਪਸ ਗਿਆ, 13 ਸਾਲ ਬਾਅਦ। ਤੇ ਉਸ ਤੋਂ ਬਾਅਦ ਫਿਰ 2019 ਚ ਜਾਣਾ ਸੀਗਾ, ਲੇਕਿਨ ਕਰੋਨਾ ਨੇ ਰੋਕ ਲਿਆ। ਠੀਕ ਹੈ। ਸੋ ਸਾਰਿਆਂ ਨੂੰ ਨਾ ਆਪਣੀ ਫਰਸਟ ਜੌਬ ਯਾਦ ਰਹਿੰਦੀ ਆ। ਸੋ ਵਾਟ ਵਾਸ ਯੋਰ ਫਰਸਟ ਜੌਬ ਇਨ US? ਸੋ ਅਸੀਂ ਦੇਖੋ ਕਿ ਸਾਡੀ ਆਡੀਅנס ਵੀ ਬੜੀ ਅੱਜ ਉਤਸੁਕ ਹੋਏਗੀ ਕਿ ਵੀ ਆਰ ਟਾਕਿੰਗ ਅਬਾਊਟ 30 years ਬੈਕ। ਬਿਲਕੁਲ ਮਨਦੀਪ, ਜਿਹੜਾ ਵੀ ਇਨਸਾਨ ਕੋਈ ਸਾਡੇ ਟਾਈਮ ਤੇ ਆਇਆ ਆ, ਔਰ ਅੱਜ ਦੇ ਟਾਈਮ ਤੇ ਵੀ ਕਿਸੇ ਟਾਈਮ ਵੀ US ਚ ਆਇਆ ਆ, ਮੈਜੋਰਿਟੀ 95% ਜਿਹੜੇ ਲੋਕੀ ਹੈਗੇ ਆ, ਜਿਹੜੇ ਕਿ ਮੇਰੇ ਲਿੰਕ ਦੇ ਵਿੱਚ ਰਹੇ ਹੈਗੇ ਜਾਂ ਮੇਰੇ ਨਾਲ ਗੱਲਬਾਤ ਹੈਗੀ ਉਹਨਾਂ ਦੀ, 90% ਜਿਹੜੇ ਲੋਕੀ ਹੈਗੇ ਆ ਉਹ ਸਟੋਰ ਦੀ ਜੌਬ ਤੋਂ ਸ਼ੁਰੂ ਕਰਦੇ ਆ, ਜਿਹਦੇ ਵਿੱਚ ਕਿ ਪੋਚਾ ਲਾਉਣਾ,
ਟਾਇਲਟਾਂ ਸਾਫ਼ ਕਰਨੀਆਂ ਤੇ ਕੂਲਰ ਜਿਹੜੇ ਹੁੰਦੇ ਉਹਨਾਂ ਦੇ ਅੰਦਰ ਵੜ ਕੇ ਭਰਨਾ, ਇਹ ਸਾਰੀਆਂ ਜਿਹੜੀਆਂ ਮੇਨ ਜੌਬਾਂ ਜਿਹੜੇ ਮੇਨ ਹਰ ਇੱਕ ਬੰਦਾ ਹੈਗਾ, ਹਰ ਇੱਕ ਇਨਸਾਨ ਹੈਗਾ, ਉਹ ਇਸੇ ਹੀ ਜੌਬ ਤੇ ਸ਼ੁਰੂ ਕਰਦਾ। ਔਰ ਮੇਰੇ ਖਿਆਲ ਦੇ ਵਿੱਚ ਇਸੇ ਕਰਕੇ ਜਿਹੜਾ ਨਾ ਇੱਕ ਅਮਰੀਕਾ ਦੇ ਵਿੱਚ ਰਹਿ ਕੇ ਆਪਣੇ ਲੋਕਾਂ ਦੇ ਵਿੱਚ ਜਜ਼ਬਾ ਬਣਿਆ ਰਹਿੰਦਾ ਆ ਕਿ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ, ਸੋ ਕੰਮ ਹਰ ਇੱਕ ਕਰ ਲੈਣਾ ਚਾਹੀਦਾ। ਸੋ ਇਸ ਕਰਕੇ ਜਿਹੜੀ ਪਹਿਲੀ ਜੌਬ ਸੀਗੀ ਉਹ ਹਮੇਸ਼ਾ ਹੀ ਸਾਰਿਆਂ ਦੀ ਉਸੇ ਜਗ੍ਹਾ ਤੋਂ ਸ਼ੁਰੂ ਹੁੰਦੀ ਹੈ, ਅਸੀਂ ਜਿਹਨੂੰ ਕਹਿੰਦੇ ਨੇ ਕਿ ਸਟੋਰ 'ਚ ਪੋਚਾ ਲਾਉਣ ਤੋਂ। ਸੋ ਉੱਥੋਂ ਹੀ ਮੇਰੀ ਵੀ ਸ਼ੁਰੂ ਹੋਈ। ਸੋ ਬੜਾ ਇਹ ਵੈਸੇ ਤੇ ਮੈਨੂੰ ਲੱਗਦਾ ਕਿ ਹੁਣ ਕਿਤੇ ਨਾ ਕਿਤੇ ਟ੍ਰੈਂਡ ਬਦਲ ਗਿਆ ਹੋਏਗਾ, ਕਈ ਬੱਚੇ ਬਟ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਨਹੀਂ, ਈਵਨ ਕਿ ਜਿਹੜੇ ਬੜੇ ਟੌਪਰਸ ਹੁੰਦੇ ਨੇ ਉਹਨਾਂ ਨੂੰ ਵੀ ਰਾਈਟ ਗਾਈਡੈਂਸ ਨਹੀਂ ਮਿਲਦੀ, ਬਟ ਫਿਰ ਵੀ ਮੈਨੂੰ ਲੱਗਦਾ ਕਿ ਹੁਣ ਲੋਕ ਜਿਹੜੇ ਆ ਉਹ ਸਟੱਡੀ ਬੇਸ ਤੇ ਵੀ ਜਿਹੜਾ ਉਹ ਸ਼ਾਇਦ ਉਹਨਾਂ ਨੂੰ ਓਪਰਚੁਨਿਟੀਜ਼ ਮਿਲਦੀਆਂ। ਨਹੀਂ, ਸਟੱਡੀ ਬੇਸ ਤੇ ਓਪਰਚੁਨਿਟੀ ਤਾਂ ਮਿਲਦੀਆਂ ਆ, ਪਰ ਆਣ ਕੇ ਕੰਮ ਤਾਂ ਉੱਥੇ ਹੀ ਉਸੇ ਕਮਿਊਨਿਟੀ 'ਚ ਕਰਨਾ ਨਾ। ਸੋ ਕੰਮ ਦੇ ਲਈ ਉਹੀ ਓਪਰਚੁਨਿਟੀਜ਼ ਹੈ, ਕੰਮ ਦੇ ਲਈ ਉੱਥੋਂ ਹੀ ਸ਼ੁਰੂ ਕਰਨਾ ਪੈਂਦਾ। ਬਿਜ਼ਨਸ ਦੀ ਗੱਲ ਕਰੀਏ, ਸੋ ਹਾਊ ਮੈਨੀ ਇਅਰਸ ਯੂ ਡਿਡ ਯੋਰ ਜੌਬਸ ਐਂਡ ਦੈਨ when did you thought ਕਿ ਤੁਸੀਂ ਬਿਜ਼ਨਸ ਸਟਾਰਟ ਕਰਨਾ ਅਮਰੀਕਾ 'ਚ? ਬਿਲਕੁਲ, ਮੈਂ ਐਕਚੁਅਲੀ ਬਿਜ਼ਨਸ 'ਚੋਂ ਹੀ ਗਿਆ ਸੀਗਾ। ਸੋ ਮੇਰੇ ਫਾਦਰ ਸਾਹਿਬ ਦਾ ਉੱਥੇ ਇੰਡੀਆ ਦੇ ਵਿੱਚ ਟਰੱਕਿੰਗ ਦਾ ਬਿਜ਼ਨਸ ਸੀਗਾ। ਜਦੋਂ ਅਸੀਂ ਜਿਹੜੇ ਆਪਣੇ ਉੱਥੇ ਕਹਿੰਦੇ ਆ ਕਿ ਜਿਹੜੇ ਫੋਰ ਵੀਲਰ ਹੁੰਦੇ ਆ, ਜਿਹੜੇ ਮੈਟਾਡੋਰ ਹੁੰਦੀਆਂ ਸੀ ਪਹਿਲਾਂ, ਤੇ ਹੁਣ ਟਾਟਾ 407 ਵਗੈਰਾ ਉਹ ਸਾਰੀਆਂ ਹੁੰਦੀਆਂ ਸੀ। ਸੋ ਉਹਨਾਂ ਦਾ ਬਿਜ਼ਨਸ ਹੁੰਦਾ ਸੀ ਸਾਡਾ। ਸੋ ਮੈਂ ਐਕਚੁਅਲੀ ਆਪਣੀ ਕਾਲਜ ਦੀ ਜਿਹੜੀ ਪੜ੍ਹਾਈ ਆ, ਮੈਂ ਉਹਦੇ ਦਰਮਿਆਨ ਵੀ ਮੈਂ ਉੱਥੇ ਲੋਕਲ ਆਪਣਾ ਜਿਹੜਾ ਏਰੀਆ ਦੇ ਵਿੱਚ ਹੁੰਦਾ ਸੀ ਕੰਮ ਵਗੈਰਾ ਉਹ ਕਰਦਾ ਰਹਿੰਦਾ ਸੀਗਾ ਰੈਗੂਲਰ ਬੇਸਿਸ ਤੇ। 5 days a week ਮੈਂ ਕੰਮ ਕਰਦਾ ਸੀਗਾ ਟਰੱਕਿੰਗ ਦੇ ਨਾਲ। ਸੋ ਜਦੋਂ ਇੱਥੇ ਆਏ ਤੇ ਇੱਥੇ ਆਣ ਕੇ ਸਟੋਰਸ ਦਾ ਕੰਮ ਕੀਤਾ, ਹੋਰ ਕੰਮ ਦੇਖੇ। ਇੰਸ਼ੋਰੈਂਸ ਦੀ ਜਿਹੜੀ ਮੇਰੀ ਪਹਿਲੀ ਪਰਮਾਨੈਂਟ ਜੌਬ ਸੀਗੀ, ਜਾਂ ਵਧੀਆ ਜੌਬ ਕਿਹਨੂੰ ਕਹਿ ਲਓ ਵੀ, ਉਹ ਲੱਗੀ ਸੀ, ਉਹ ਇੰਸ਼ੋਰੈਂਸ ਏਜੰਟ ਦੀ ਸੀਗੀ। ਤੇ ਉਹ ਮੈਂ 3 ਸਾਲ ਕੀਤੀ ਤੇ ਉਸ ਤੋਂ ਬਾਅਦ ਫਿਰ ਮਨ ਲੱਗਿਆ ਵੀ ਨਹੀਂ, ਇਹ ਉਹ ਨਹੀਂ ਹੈਗਾ ਜੋ ਮੈਂ ਕਰਨਾ ਚਾਹੁੰਦਾ ਹਾਂ। ਫਿਰ ਮੈਂ ਥੋੜਾ ਜਿਹਾ ਮੂਵ ਆਊਟ ਕੀਤਾ ਤੇ ਮੂਵ ਆਊਟ ਕਰਨ ਤੋਂ ਬਾਅਦ 96 ਦੇ ਵਿੱਚ ਮੈਨੂੰ ਆਪਰਚੁਨਿਟੀ ਮਿਲੀ ਕਿ ਮੇਰੇ ਬੌਸ ਸੀਗੇ, ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੂੰ ਬਿਜ਼ਨਸ ਵਿੱਚ ਸਾਡਾ ਪਾਰਟਨਰ ਬਣਨਾ ਤੇ ਤੂੰ ਵੈਲਕਮ ਹੈਗਾ। ਸੋ ਮੈਂ ਉਸ ਟਾਈਮ ਤੇ ਜਿਹੜਾ ਪਹਿਲਾ ਆਪਣਾ ਬਿਜ਼ਨਸ ਸੀਗਾ $5000 ਮੈਂ ਲਾ ਕੇ ਤੇ ਉਹਨਾਂ ਦੇ ਨਾਲ ਸ਼ੁਰੂ ਕੀਤਾ ਸੀਗਾ। ਉਹ ਵੀ ਟਰੱਕਿੰਗ ਡਿਲੀਵਰੀ ਕੰਪਨੀ ਸੀਗੀ ਆਪਣੀ ਉੱਥੇ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ। ਤੇ ਉਹ 4 ਸਾਲ ਜਿਹੜੀ ਪਹਿਲੀ ਰਨ ਕੀਤੀ ਤੇ ਬੜੀ ਵਧੀਆ ਸਕਸੈਸਫੁਲ, ਵੈਰੀ ਸਕਸੈਸਫੁਲ ਕੰਪਨੀ ਰਹੀ ਉਹ। ਓਕੇ, ਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਬਿਜ਼ਨਸ? ਮੈਂ 96 ਤੋਂ ਬਾਅਦ ਮੈਂ ਕਿਸੇ ਲਈ ਕੰਮ ਨਹੀਂ ਕੀਤਾ। 96 ਤੋਂ ਬਾਅਦ ਫਿਰ ਮੈਂ ਆਪਣੇ ਲਈ ਹੀ ਕੰਮ ਕੀਤਾ, ਕਿਉਂਕਿ ਫਿਰ ਇੱਕ ਐਸਾ ਸਵਾਦ ਪੈ ਜਾਂਦਾ ਆਪਣੇ ਵਾਸਤੇ ਕੰਮ ਕਰਨ ਦਾ ਕਿ ਜਦੋਂ ਤੁਸੀਂ ਚੈੱਕ ਦੇ ਫਰੰਟ ਤੇ ਸਾਈਨ ਕਰਨੇ ਸਿੱਖ ਜਾਂਦੇ ਆ, ਫਿਰ ਤੁਹਾਨੂੰ ਬੈਕ ਤੇ ਸਾਈਨ ਕਰਨੇ ਔਖੇ ਹੋ ਜਾਂਦੇ ਆ। ਸੋ ਇਟਸ ਗੁੱਡ ਟੂ ਹੈਵ ਦੈਟ। ਸੋ ਆਈ ਬਿਲੀਵ ਕਿ ਤੁਸੀਂ 5-6 ਸਾਲ ਜੌਬ ਕੀਤੀ ਐਂਡ ਦੈਨ ਯੂ ਸਟਾਰਟਡ ਵਿਦ ਯੋਰ ਬਿਜ਼ਨਸ। ਹਾਂਜੀ, 5-6 ਸਾਲ ਬੜੇ ਔਖੇ ਹੋ ਕੇ ਜੌਬ ਕੀਤੀ ਤੇ ਉਹਦੇ ਵਿੱਚ ਫਿਰ ਬੰਦਿਸ਼ਾਂ ਬਹੁਤ ਸੀਗੀਆਂ ਤੇ ਉਹਦੇ ਵਿੱਚ ਬੜਾ ਲਿਮਿਟਡ ਸੀਗਾ, ਤੁਸੀਂ ਗਰੋ ਨਹੀਂ ਕਰ ਸਕਦੇ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖਦੇ ਹੋਏ ਫਿਰ ਬਿਜ਼ਨਸ ਦੇ ਵਿੱਚ ਜਿਹੜਾ ਆਉਣਾ ਪਿਆ। ਸੋ ਮੈਂ ਆਪਣੀ ਆਡੀਅנס ਨੂੰ ਵੀ ਦੱਸਣਾ ਚਾਹੁੰਦੀ ਕਿ ਸਰ ਜਲੰਧਰ ਨੂੰ ਬਿਲੋਂਗ ਕਰਦੇ, ਰਾਈਟ? ਨਹੀਂ, ਐਕਚੁਅਲੀ ਬੰਦੀ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ। ਮੈਂ ਰਈਆ ਦੇ ਪਿੰਡ ਲਾਗੇ, ਸਾਡਾ ਪਿੰਡ ਜਲੂਪੁਰ ਖੇੜੇ ਹੈਗਾ, ਤੁਹਾਡੇ ਬਿਲਕੁਲ ਲਾਗੇ ਹੈਗਾ, ਪਰ ਰਹਿੰਦੇ ਅਸੀਂ ਜਲੰਧਰ ਕੈਂਟ ਹੈਗੇ। ਮਤਲਬ ਅੱਧੇ ਸਾਡੇ ਏਰੀਆ ਦੇ ਜੇ ਤੇ ਅੱਧੇ ਜਲੰਧਰ ਦੇ, ਪਰ ਉਹ ਜਲੰਧਰ ਵੀ ਸਾਡਾ ਹੀ ਏਰੀਆ ਪੈ ਜਾਂਦਾ। ਨਹੀਂ ਜੀ, ਦੇਖੋ ਪੰਜਾਬ ਵੀ ਸਾਰਾ ਸਾਡਾ ਹੈ, ਚ ਕਿਤੇ ਕੋਈ ਗੱਲ ਹੀ ਨਹੀਂ। ਜਦੋਂ ਹੁਣ ਇੱਥੇ ਆ ਗਏ, ਹੁਣ ਸਾਡਾ ਕੈਲੀਫੋਰਨੀਆ। ਹਾਊ ਲਾਈਕ ਯੂ ਥੌਟ ਅਬਾਊਟ ਟਰੱਕਿੰਗ ਇਜ਼ ਆਲ ਬਿਕਾਜ਼ ਕਿ ਤੁਹਾਡੇ ਪਾਪਾ ਦਾ ਟਰੱਕਿੰਗ ਬਿਜ਼ਨਸ ਸੀ, ਤਾਂ ਕਰਕੇ ਤੁਹਾਡੇ ਮਾਈਂਡ 'ਚ ਆਇਆ? ਨਹੀਂ, ਆਪਰਚੁਨਿਟੀ ਵੀ ਜਿਹੜੀ ਪਹਿਲੀ ਮਿਲੀ ਉਹ ਟਰੱਕਿੰਗ 'ਚ ਹੀ ਸੀਗੀ। ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਪੈਸ਼ਨ ਵੀ ਹੁੰਦਾ ਆ ਕਿ ਇੱਕ ਟਰੱਕਿੰਗ ਦਾ ਪੈਸ਼ਨ ਸੀਗਾ। ਟਰੱਕਿੰਗ ਸ਼ੁਰੂ ਤੋਂ ਹੀ ਜਿੱਦਾਂ ਕਿ ਖੂਨ ਦੇ ਵਿੱਚ ਸੀਗੀ। ਮੇਰੇ ਫਾਦਰ ਸਾਹਿਬ ਜਿਹੜੇ ਆ ਉਹ ਡਰਾਈਵ ਕਰ ਰਹੇ ਆ ਸਿੰਸ ਹੀ ਵਾਸ 16 years old, ਨਾਓ ਹੀ ਇਜ਼ 87। ਤੇ ਇੱਥੇ ਹੈਗੇ ਸਾਡੇ ਕੋਲ ਹੀ। ਤੇ ਉਹ ਜਿੱਦਾਂ ਕਹਿ ਲਓ ਵੀ ਇੱਕ ਟਰੱਕਿੰਗ ਜਿਹੜੀ ਸੀ ਉਹ ਮਨ ਦੇ ਵਿੱਚ ਸ਼ੁਰੂ ਤੋਂ ਹੀ ਸੀਗੀ ਕਿ ਟਰੱਕਿੰਗ ਕਰਦੇ ਆਏ ਆ। ਟਰੱਕਿੰਗ ਹੀ ਜਿਹੜੀ ਆ ਉਹ ਚੰਗੀ ਲੱਗਦੀ ਆ ਤੇ ਇੱਕ ਜਿਹੜਾ ਘੁੰਮਣਾ ਫਿਰਨਾ ਬਾਹਰ ਬੜਾ ਇੱਥੇ ਵਧੀਆ ਲੱਗਦਾ ਸੀਗਾ। ਤੇ ਉਸ ਕਰਕੇ ਜਿਹੜੀ ਟਰੱਕਿੰਗ ਸੀ ਉਹ ਹਮੇਸ਼ਾ ਤੋਂ ਜਿਹੜਾ ਇੱਕ ਸੋਚ ਰਹੀ ਸੀ ਵੀ ਇਹਦੇ ਵਿੱਚ ਜਾਣਾ ਹੈਗਾ। ਔਰ ਫਿਰ ਆਪਣੀ ਕਮਿਊਨਿਟੀ ਜਿਹੜੀ ਆ ਉਹ ਇੱਥੇ ਕਾਫੀ ਜਿਹੜੀ ਆ ਟਰੱਕਿੰਗ ਦੇ ਵਿੱਚ ਇਨਵੋਲਵ ਹੈਗੀ ਆ। ਸੋ ਇਸ ਕਰਕੇ ਜਿਹੜੀਆਂ ਸਾਰੇ ਸਰਕਮਸਟੈਂਸਿਸ ਸੀਗੇ ਉਹ ਘੁੰਮ ਫਿਰ ਕੇ ਟਰੱਕਿੰਗ ਦੇ ਵਿੱਚ ਪਹਿਲਾਂ 96 'ਚ ਆਏ, 2000 'ਚ ਫਿਰ ਟਰੱਕਿੰਗ 'ਚੋਂ ਨਿਕਲ ਗਏ, ਫਿਰ 2002 'ਚ ਬੈਕ ਆਏ। ਫਿਰ 8 ਸਾਲ ਮੈਂ ਇਨ ਐਂਡ ਆਊਟ ਰਿਹਾ। ਇੱਦਾਂ ਇਨ ਐਂਡ ਆਊਟ ਹੁੰਦੇ ਰਹੇ ਟਰੱਕਿੰਗ ਦੇ ਵਿੱਚੋਂ। ਤੇ ਫਿਰ 2009 ਦੇ ਵਿੱਚ ਜਾ ਕੇ ਮੌਕਾ ਮਿਲਿਆ, ਕਹਿ ਲਓ ਵੀ ਮੇਰੇ ਲਈ ਉਹ 2008 'ਚ ਜਦੋਂ ਸਾਰਾ ਕ੍ਰੈਸ਼ ਹੋਇਆ
ਬੈਂਕਿੰਗ ਜਿਹੜਾ ਸੈਕਟਰ ਸੀਗਾ ਜਾਂ ਜਿਹੜਾ ਸਾਰਾ ਸੈਕਟਰ ਜਿਹੜਾ ਕ੍ਰੈਸ਼ ਹੋ ਗਿਆ ਸੀਗਾ, ਉਦੋਂ ਵੀ ਲਾਸਟ ਐਵਰੀਥਿੰਗ, ਅਸੀਂ ਸਾਰਾ ਕੁਝ ਲੂਜ਼ ਕਰ ਲਿਆ। ਬਿਜ਼ਨਸਿਸ ਸਾਰੇ ਲੂਜ਼ ਹੋ ਗਏ। ਮੇਰੇ ਕੋਲ ਮਾਰਗੇਜ ਬਿਜ਼ਨਸ ਸੀਗਾ ਉਦੋਂ, ਤੇ ਮੇਰੇ ਕੋਲ ਆਲਮੋਸਟ 54 EMPLOYEES ਕੰਮ ਕਰਦੇ ਸੀਗੇ। ਸਾਰਾ ਕੁਝ ਲੂਜ਼ ਹੋ ਗਿਆ, ਐਵਰੀਥਿੰਗ ਗਾਨ, ਘਰ ਤੱਕ ਚਲਾ ਗਿਆ। ਸੋ ਉਸ ਮੌਕੇ ਤੇ ਆਣ ਕੇ ਫਿਰ ਟਰੱਕਿੰਗ ਨੇ ਸਾਥ ਦਿੱਤਾ, ਫਿਰ ਟਰੱਕ ਬਾਏ ਕੀਤਾ, ਇੱਕ ਟਰੱਕ ਬਾਏ ਕਰਕੇ ਟਰੱਕ ਚਲਾਉਣਾ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ 3 ਸਾਲ 3.5 ਸਾਲ ਟਰੱਕ ਚਲਾਇਆ, ਤੇ ਚਲਾਉਣ ਤੋਂ ਬਾਅਦ ਫਿਰ ਮਨ ਚ ਆਇਆ ਵੀ ਨਹੀਂ, ਹੁਣ ਜਿਹੜਾ ਐਜੂਕੇਸ਼ਨ ਸਾਈਡ ਹੈਗੀ ਹੈ ਟਰੱਕਿੰਗ ਦੀ, ਉਹ ਫੜੀ ਜਾਵੇ, ਕਿਉਂਕਿ ਐਜੂਕੇਸ਼ਨ ਸਾਈਡ ਦੇ ਉੱਤੇ ਕੋਈ ਨਹੀਂ ਹੈਗਾ। ਸੋ ਇਸ ਕਰਕੇ 2012-13 ਦੇ ਵਿੱਚ ਮੈਂ ਇਹ ਫੈਸਲਾ ਲਿਆ ਕਿ ਅਸੀਂ ਜਿਹੜੀ ਮੈਗਜ਼ੀਨ ਸ਼ੁਰੂ ਕਰੀਏ, ਤੇ ਮੈਗਜ਼ੀਨ ਸ਼ੁਰੂ ਕਰਨ ਦੇ ਨਾਲ ਹੀ ਮੈਂ ਜਿਹੜਾ ਇਹ ਸੈਕਟਰ ਹੈਗਾ ਐਜੂਕੇਸ਼ਨ ਵਾਲਾ ਟਰੱਕਿੰਗ ਦੇ ਵਿੱਚ, ਉਹਦੇ ਵਿੱਚ ਐਂਟਰੀ ਮੇਰੀ ਹੋਈ। ਤੇ ਸੋ ਹੁਣ ਉੱਤੋਂ ਲੈ ਕੇ ਹੁਣ ਤੱਕ ਅਸੀਂ ਜਿਹੜਾ ਆ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਹਾਂ, ਐਜੂਕੇਸ਼ਨ ਸੈਕਟਰ ਦੇ ਵਿੱਚ, ਕਿ ਜਿੱਥੇ ਟਰੱਕਿੰਗ ਦੇ ਵਿੱਚ ਐਜੂਕੇਸ਼ਨ ਦੀ ਬਹੁਤ ਕਮੀ ਹੈਗੀ ਹੈ। ਜਿੱਦਾਂ ਕਿ ਤੁਸੀਂ ਪਹਿਲਾਂ ਵੀ ਕਿਹਾ ਕਿ ਸਹੀ ਗਾਈਡੈਂਸ ਨਹੀਂ ਮਿਲਦੀ ਹੈਗੀ। ਟਰੱਕਿੰਗ ਕੰਪਨੀ ਖੋਲ੍ਹਣ ਲੱਗਿਆ, ਟਰੱਕਿੰਗ ਕੰਪਨੀ ਚਲਾਉਣ ਲੱਗਿਆ, ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਬਹੁਤ ਹੀ ਜ਼ਿਆਦੀਆਂ ਸਾਡੀਆਂ ਮਿਸ ਆਊਟ ਹੋ ਜਾਂਦੀਆਂ ਇੱਥੇ। ਤੇ ਉਹਨਾਂ ਦਾ ਕਰਕੇ ਫਿਰ ਇੱਕ ਲੱਗਾ ਕਿ ਕੋਈ ਵੀ ਨਹੀਂ ਆ ਰਿਹਾ, ਕਿਉਂਕਿ ਇਹ ਇੱਕ ਐਸਾ ਕਿੱਤਾ ਹੈਗਾ ਜਿਹਦੇ ਵਿੱਚ ਆਤਮਿਕ ਸ਼ਾਂਤੀ ਹੈਗੀ ਆ, ਕਿ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਆ। ਮੋਨੀਟਰੀ ਇਹਦੇ ਵਿੱਚ ਉਨਾ ਨਹੀਂ ਹੈਗਾ, ਫਾਇਦਾ ਹੈਗਾ, ਬਟ ਕਹਿ ਲਓ ਜੀ ਹੁਣ ਉਹ ਸਿਚੁਏਸ਼ਨ ਆ ਚੁੱਕੀ ਹੈ 30 ਸਾਲਾਂ ਬਾਅਦ, ਕਿ ਸਾਨੂੰ ਇੱਥੇ ਇੰਨੀ ਸਮਝ ਆ ਗਈ ਆ ਵੀ ਹਰ ਇੱਕ ਨੇ ਮਿਲੀਅਨਰ ਨਹੀਂ ਬਣਨਾ, ਤੇ ਹਰ ਇੱਕ ਬੰਦਾ ਜਿਹੜਾ ਆ ਉਹ ਆਪਣਾ ਇੱਕ ਕੰਮ ਕਰਕੇ ਆਪਣਾ ਸਮਾਂ ਜ਼ਰੂਰ ਇੱਥੇ ਵਧੀਆ ਕੱਢਦਾ ਹੈ। ਤੇ ਹੁਣ ਮਤਲਬ ਕਿ ਚੰਗਾ ਲੱਗਦਾ ਹੈ ਕਿ ਜਦੋਂ ਤੁਸੀਂ ਇੱਕ ਕਿੱਤੇ ਚ ਆਉਂਦੇ ਆ ਜਿਹਦੇ ਵਿੱਚ ਤੁਸੀਂ ਹੈਲਪ ਕਰਦੇ ਆ ਕਿਸੇ ਦੀ, ਤਾਂ ਉਹਦੇ ਵਿੱਚ ਜਿਹੜੀ ਆ ਉਹ ਇੱਕ ਸ਼ਾਂਤੀ ਮਿਲਣੀ ਸ਼ੁਰੂ ਹੋ ਗਈ। ਸੋ ਉਹ ਬੜੀ ਵਧੀਆ ਲੱਗਦੀ। ਯੂਐਸ 'ਚ ਆਲਮੋਸਟ 6% ਜਿਹੜੀਆਂ ਫੁੱਲ ਟਾਈਮ ਜੌਬਸ ਆ ਉਹ ਟਰੱਕਿੰਗ ਤੋਂ ਹੈਗੀਆਂ ਨੇ। ਇਟਸ ਅ ਵੈਰੀ ਬਿਗ ਇੰਡਸਟਰੀ ਇਨ ਯੂਐਸ, ਸੋ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਯੂਐਸ। ਸੋ ਹਾਊ ਇਜ਼ ਓਵਰਆਲ ਟਰੱਕਿੰਗ ਇੰਡਸਟਰੀ ਇਨ ਯੂਐਸ? ਕਿੱਦਾਂ ਦੇ ਪ੍ਰੋਡਕਟਸ ਜਿਹੜੇ ਉਹ, ਹਾਊ ਇਜ਼ ਦਾ ਕਲਚਰ? ਤਾਂ ਇੰਡੀਆ ਤੇ ਉੱਥੋਂ ਦਾ ਕੋਈ ਫਰਕ ਤੁਹਾਨੂੰ ਪਤਾ ਹੈ? ਜਾਂ ਈਵਨ ਮੇਰੇ ਦਿਮਾਗ 'ਚ ਆ ਰਿਹਾ ਸੀ ਕਿ ਤੁਸੀਂ ਦੱਸੋ ਕਿ ਕੈਨੇਡਾ ਦਾ ਵੀ ਤੁਹਾਨੂੰ ਅੰਦਾਜ਼ਾ ਹੈਗਾ ਕਿ ਹਾਊ ਇਜ਼ ਟਰੱਕਿੰਗ ਦੇਅਰ ਐਂਡ ਹਾਊ ਇਜ਼ ਇਟ ਇਨ ਯੂਐਸ? ਸੋ ਓਵਰਆਲ ਕਿੰਨੀ ਕੁ ਵਾਈਬ੍ਰੈਂਟ ਆ, ਕਿੰਨੀ ਕੁ ਅਟਰੈਕਟਿਵ ਇੰਡਸਟਰੀ ਹੈ? ਦੇਖੋ, ਇਟ ਇਜ਼ ਵੈਰੀ ਅਟਰੈਕਟਿਵ ਇੰਡਸਟਰੀ ਹੈਗੀ ਆ, ਵੈਰੀ ਵਾਈਬ੍ਰੈਂਟ ਹੈਗੀ ਆ। ਪ੍ਰੋਡਿਊਸ ਦੀ ਗੱਲ ਕਰੀਏ, ਜੇ ਅਸੀਂ, ਤੁਸੀਂ ਕਿਹਾ ਕਿ ਕੀ ਅਸੀਂ ਇੱਥੇ ਢੋਆ-ਢੁਆਈ ਕਰਦੇ ਹੈਗੇ ਆ, ਸੋ ਇਹਦੇ ਵਿੱਚ ਪ੍ਰੋਡਿਊਸ ਜਿਹੜਾ ਹੈਗਾ ਆ ਇੱਥੇ, ਜਿਹੜਾ ਆਪਣਾ ਸਬਜ਼ੀਆਂ ਭਾਜੀਆਂ ਜਾਂ ਫਰੂਟ, ਫਲ ਫਰੂਟ ਹੈਗਾ, ਸਾਡੇ ਕੈਲੀਫੋਰਨੀਆ ਦੇ ਵਿੱਚ 270 ਕਾਈਂਡ ਦੇ ਜਿਹੜੇ ਫਰੂਟ, ਨਟਸ ਐਂਡ ਵੈਜੀਟੇਬਲਸ ਪੈਦਾ ਹੁੰਦੇ ਆ। ਸੋ ਜਿਹੜੀ ਕੈਲੀਫੋਰਨੀਆ ਹੈਗੀ, ਜਿੱਥੇ ਅਸੀਂ ਰਹਿੰਦੇ ਹਾਂ, ਜਿਹੜੀ ਇਹ ਸੈਂਟਰਲ ਕੈਲੀਫੋਰਨੀਆ ਹੈਗੀ ਆ, ਇਹ ਬੇਸਿਕਲੀ ਨਾਰਥ ਅਮਰੀਕਾ ਦੀ ਬ੍ਰੈਡ ਬਾਸਕਟ ਹੈਗੀ ਆ। ਸੋ ਇੱਥੋਂ ਹਰ ਕਿਸਮ ਦਾ ਫਰੂਟ, ਵੈਜੀਟੇਬਲ, ਹਰ ਚੀਜ਼ ਜਿਹੜੀ ਇੱਥੋਂ ਟ੍ਰਾਂਸਫਰ ਹੁੰਦੀ ਆ, ਕੈਨੇਡਾ ਤੋਂ ਲੈ ਕੇ, ਨਾਰਥਰਨ ਕੈਨੇਡਾ ਤੋਂ ਲੈ ਕੇ ਥੱਲੇ ਤੱਕ, ਫਲੋਰੀਡਾ ਤੱਕ, ਸਾਰੀ ਜਿਹੜੀ ਸਪਲਾਈ ਹੈਗੀ ਆ ਪ੍ਰੋਡਿਊਸ ਦੀ, ਉਹ ਕੈਲੀਫੋਰਨੀਆ ਚੋਂ ਜਾਂਦੀ ਹੈਗੀ ਆ। ਉਹਦੇ ਨਾਲ ਨਾਲ ਜਿਹੜਾ ਹੈਗਾ ਕਿ ਡਰਾਈ ਫਰੇਟ ਹੈਗਾ, ਜਿਹੜਾ ਕਿ ਇੱਕ ਜਿਹੜਾ ਪ੍ਰੋਡਿਊਸ ਹੈਗਾ ਉਹ ਰੀਫਰ ਦੇ ਵਿੱਚ ਜਾਂਦਾ ਹੈਗਾ, ਜਿਹੜਾ ਰੈਫਰੀਜਰੇਟਡ ਟ੍ਰੇਲਰ ਹੁੰਦੇ ਆ। ਜਿਹੜਾ ਡਰਾਈ ਫਰੇਟ ਹੈਗਾ, ਜਿਹਦੇ ਵਿੱਚ ਕਿ ਰੈਫਰੀਜਰੇਸ਼ਨ ਦੀ ਲੋੜ ਨਹੀਂ ਹੈਗੀ, ਸੋ ਉਹ ਵੀ ਜਿਹੜਾ ਕੰਮ ਹੈਗਾ, ਉਹ ਵੀ ਇਸ ਵੇਲੇ ਆਪਣੇ ਲੋਕੀ ਜ਼ਿਆਦਾ ਜਿਹੜੇ ਰੀਫਰ ਫਰੇਟ ਦੇ ਵਿੱਚ ਹੈਗੇ ਆ, ਪਹਿਲਾਂ ਸੀਗੇ, ਲੇਕਿਨ ਹੁਣ ਬੜੀ ਤੇਜ਼ੀ ਦੇ ਨਾਲ ਜਿਹੜਾ ਡਰਾਈ ਫਰੇਟ ਦੇ ਵਿੱਚ ਵੀ ਆਪਣੇ ਜਿਹੜੇ ਬੰਦੇ ਹੈਗੇ ਆ, ਉਹ ਕਾਫੀ ਜਿਹੜਾ ਮਾਰਕਾ ਮਾਰਦੇ ਜਾ ਰਹੇ ਆ। ਜੇ ਕਹਿ ਲਓ ਤੇ ਈਸਟਰਨ ਕੈਨੇਡਾ ਦੇ ਵਿੱਚ ਟੋਟਲ ਟਰੱਕਿੰਗ ਇੰਡਸਟਰੀ ਦਾ 60% ਜਿਹੜਾ ਹੈ ਉਹ ਆਪਣੇ ਪੰਜਾਬੀਆਂ ਦੇ ਹੱਥ 'ਚ ਆ। ਜੇ ਆਪਾਂ ਵੈਸਟਰਨ ਕੈਨੇਡਾ ਕਹਿ ਲਈਏ, ਤੇ ਵੈਸਟਰਨ ਕੈਨੇਡਾ ਦੇ ਵਿੱਚ ਅਬਾਊਟ 80% ਜਿਹੜਾ ਟਰੱਕਿੰਗ ਇੰਡਸਟਰੀ ਹੈਗੀ ਆ, ਉਹ ਆਪਣੇ ਪੰਜਾਬੀ ਹੋਲਡ ਕਰਦੇ ਆ। ਸੋ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਜਿਹੜੇ ਆ, ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਪਾਵਰਫੁਲ ਹੈਗੇ ਆ। ਤੇ ਜੇ ਗੱਲ ਕਰੀਏ ਯੂਐਸ ਦੀ ਹੁਣ, ਤੇ ਯੂਐਸ ਦੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਉਹ ਕੈਨੇਡਾ ਦੇ ਨਾਲੋਂ 10 ਗੁਣਾ ਵੱਡੀ ਆ। ਸੋ ਤੁਸੀਂ ਵੈਲ ਇਮੈਜਿਨ ਕਰ ਸਕਦੇ ਆ ਕਿ ਜਿਹੜੀ ਯੂਐਸ ਦੀ ਇੰਡਸਟਰੀ ਹੈਗੀ ਆ, ਟਰੱਕਿੰਗ ਇੰਡਸਟਰੀ ਹੈਗੀ ਆ, ਬਹੁਤ ਜ਼ਿਆਦਾ ਵੱਡੀ ਹੈਗੀ ਆ। ਅਸੀਂ ਤਕਰੀਬਨ ਕਹਿ ਲਓ ਕੈਲੀਫੋਰਨੀਆ ਦੇ ਵਿੱਚ ਅਬਾਊਟ 30-35%, 40% ਐਟ ਦਾ ਮੋਸਟ, ਅਸੀਂ 35%, ਇੱਥੇ ਕ ਅਸੀਂ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਸੋ ਓਵਰਆਲ ਜੇ ਅਸੀਂ ਪੂਰੇ ਯੂਐਸ ਦੀ ਲਈਏ, ਤੇ ਅਸੀਂ ਅਬਾਊਟ 17% ਦੇ ਕਰੀਬ ਹੈਗੇ ਆ। ਸੋ ਕਾਫੀ ਨੰਬਰਸ ਕਾਫੀ ਅੱਛੇ ਹੈਗੇ ਆ। ਇੰਡਸਟਰੀ ਬਹੁਤ ਵਧੀਆ ਹੈਗੀ ਆ, ਪਰ ਇਸ ਇੰਡਸਟਰੀ ਦੇ ਵਿੱਚ ਇਹ ਦੇਖਿਆ ਹੈਗਾ ਕਿ ਜਿੰਨੇ ਕੁ ਲੋਕੀ ਇਸ ਇੰਡਸਟਰੀ ਦੇ ਵਿੱਚ ਆਉਂਦੇ ਆ, ਬਹੁਤ ਸੱਟਾਂ ਖਾ ਕੇ, ਬਹੁਤ ਨੁਕਸਾਨ ਕਰਕੇ, ਬਹੁਤ ਜਿਹੜਾ ਉਹਨਾਂ ਦਾ ਬੈਨੀਫਿਟ ਜਿਹੜੇ ਲੂਜ਼ ਕਰਕੇ, ਫਿਰ ਉਹ ਜਾ ਕੇ ਕਿਤੇ ਕਾਮਯਾਬ ਹੁੰਦੇ ਆ। ਔਰ ਇਹੋ ਹੀ ਰੀਜ਼ਨ ਸੀਗਾ ਸਾਡਾ ਇਸ ਇੰਡਸਟਰੀ ਦੇ ਵਿੱਚ ਐਜੂਕੇਸ਼ਨ 'ਚ ਆਉਣ ਦਾ, ਕਿ ਐਟਲੀਸਟ ਅਸੀਂ ਉਹ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਆ, ਜਿਹੜਾ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ, ਉਹਨਾਂ ਨੂੰ ਕਿਸੇ ਹੱਦ ਤੱਕ ਜੇ ਸੋਲਵ ਕਰ ਸਕਦੇ ਆ,
ਤੇ ਉਹਦੇ ਵਿੱਚ ਡੈਫੀਨੇਟਲੀ ਅਸੀਂ ਮਤਲਬ ਕਿ ਹਿੱਸਾ ਜ਼ਰੂਰ ਪਾਉਂਦੇ ਆ ਔਰ ਟਰਾਈ ਕਰਦੇ ਆ ਕਿ ਜਿੰਨਾ ਵੀ ਅਸੀਂ ਇਹ ਤੋਂ ਵੱਧ ਲੋਕਾਂ ਨੂੰ ਜਿਹੜਾ ਆ ਅਵੇਅਰ ਕਰ ਸਕੀਏ। ਇਸੇ ਕਰਕੇ ਮਨਦੀਪ ਆਪਣੀ ਜਿਹੜੀ ਆ US ਦੇ ਵਿੱਚ ਜਿਹੜੀ ਆਪਣੀ ਟਰੱਕਿੰਗ ਮੈਗਜ਼ੀਨ ਹੈਗੀ ਆ, ਇਹ ਫਸਟ ਇਨ ਦਾ US ਹੈਗੀ ਆ, ਓਨਲੀ ਪੰਜਾਬੀ ਟਰੱਕਿੰਗ ਮੈਗਜ਼ੀਨ ਹੈਗੀ ਜਿਹੜੀ US ਦੇ ਵਿੱਚ ਇਸ ਇੰਡਸਟਰੀ ਨੂੰ ਸਰਵ ਕਰਦੀ ਆ। ਅਸੀਂ ਪਹਿਲੇ ਪੰਜਾਬੀ ਹੈਗੇ ਆ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਟ੍ਰੇਡ ਸ਼ੋ ਹੈਗਾ, ਟਰੱਕਿੰਗ ਦਾ ਟ੍ਰੇਡ ਸ਼ੋ ਹੈਗਾ, ਉਹ 4 ਸਾਲ ਲਗਾਤਾਰ ਜਿਹੜਾ ਉਹ ਰਨ ਕੀਤਾ ਹੈਗਾ। ਔਰ ਅਸੀਂ ਜਿਹੜੇ ਆ ਕਿ ਪਹਿਲੇ ਹੈਗੇ ਆ ਨਾਰਥ ਅਮਰੀਕਾ ਦੇ ਵਿੱਚ ਪੰਜਾਬੀ ਜਿਨ੍ਹਾਂ ਨੇ ਕਿ ਇਸ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਨੂੰ ਜਨਮ ਦਿੱਤਾ ਔਰ ਇਹਨੂੰ ਹੁਣ ਇਸ ਵੇਲੇ ਰਨ ਕਰ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਸਾਰੇ ਕੰਮ ਜਿਹੜੇ ਆ, ਬੜੇ ਲੰਮਾ ਸਮਾਂ ਲੱਗਾ, ਪਰ ਡੈਫੀਨੇਟਲੀ ਜਿਹੜੀ ਸੋਚ ਲੈ ਕੇ ਚੱਲੇ ਸੀ ਅੱਜ ਤੋਂ 10 ਸਾਲ ਪਹਿਲਾਂ, 15 ਸਾਲ ਪਹਿਲਾਂ, ਉਹ ਅੱਜ ਜਿਹੜੀ ਆ ਪ੍ਰਫੁੱਲਤ ਹੁੰਦੀ, ਉਹ ਇੱਕ ਫਲਦੀ ਨਜ਼ਰ ਆ ਰਹੀ ਹੈ। ਮੈਂ ਆਪਣੀ ਆਡੀਅנס ਨੂੰ ਵੀ ਦੱਸਣਾ ਚਾਹਨੀ ਕਿ ਆਲਮੋਸਟ 30 ਇਅਰਸ ਦਾ ਐਕਸਪੀਰੀਅੰਸ ਜਿਹੜਾ ਤੁਹਾਡੇ ਸਾਹਮਣੇ ਅੱਜ ਅਸੀਂ ਲੈ ਕੇ ਆਏ ਹਾਂ। ਐਂਡ ਐਨੀ ਕੁਐਸਚਨ ਯੂ ਹੈਵ ਰਿਗਾਰਡਿੰਗ ਦਾ ਟਰੱਕਿੰਗ ਇੰਡਸਟਰੀ ਸਪੈਸ਼ਲੀ ਇਨ US, ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਜਾਂ ਕੋਈ ਵੀ ਡਿਸਕਸ਼ਨ ਕਰਨੀ ਆ, ਵੀ ਕੈਨ ਆਲਵੇਜ਼ ਗੈਟ ਇਨ ਟੱਚ ਵਿਦ ਰਮਨ ਢਿੱਲੋਂ ਜੀ। ਐਂਡ ਆਈ ਥਿੰਕ ਕਿ ਬਹੁਤ ਹੀ ਫਾਇਦੇਮੰਦ ਰਹੇਗੀ ਅੱਜ ਦੀ ਇਹ ਇੰਟਰਵਿਊ। ਬਹੁਤ ਸਾਰੇ ਲੋਕ ਨੇ ਜਿਹੜੇ ਕਿ ਜਿਨ੍ਹਾਂ ਦੇ ਬੜੇ ਕੁਐਸਚਨਸ ਹੋਣਗੇ, ਐਂਡ ਮੋਸਟ ਆਫ ਦ ਪੀਪਲ ਦੇ ਹੈਵ ਇੰਟਰਸਟ ਕਿ ਉਹ ਜਦੋਂ ਵੀ US ਕੈਨੇਡਾ ਜਾਣ ਤੇ ਉਹ ਟਰੱਕਿੰਗ ਦਾ ਜਿਹੜਾ ਬਿਜ਼ਨਸ ਕਰਨ। ਸੋ ਮੈਂ ਇੱਕ ਕੁਐਸਚਨ ਪੁੱਛਣਾ ਜਿਹੜਾ ਮੇਰੇ ਕੁਐਸਚਨ ਲਿਸਟ ਵਿੱਚ ਨਹੀਂ ਹੈਗਾ, ਕਿ ਕਈ ਵਾਰ ਨਾ ਡਿਫਰੈਂਟ ਲੋਕ ਸੋਚਦੇ ਨੇ, ਦੇ ਥਿੰਕ ਕਿ ਅੱਛਾ ਉੱਥੇ ਜਾ ਕੇ ਟਰੱਕ ਹੀ ਚਲਾਉਣਾ ਹੈ ਜਾਂ ਉੱਥੇ ਟਰੱਕ ਇਹ ਵਾਲੀ ਇੰਡਸਟਰੀ 'ਚ ਹੀ ਜਾਣਾ ਹੈ। ਸੋ ਜਿਵੇਂ ਮੈਂ ਤੁਹਾਨੂੰ ਮਿਲੀ ਆ ਜਾਂ ਹੋਰ ਵੀ ਮੇਰੇ ਕਈ ਨੋਨਸ ਨੇ, ਰਾਈਟ? So people are, they are very educated, very intelligent, and still they have chosen it's a kind of business ਜਿਹੜਾ ਸਾਰਿਆਂ ਲਈ ਹੀ ਹੈ। ਜ਼ਰੂਰੀ ਨਹੀਂ ਕਿ ਘੱਟ ਪੜਿਆ ਤੇ ਉਹਦੇ ਲਈ ਆ, ਜਾਂ ਅਸੀਂ ਬਹੁਤ ਪੜ੍ਹੇ ਆ ਜਾਂ ਸਾਡੇ ਕੋਲ ਇਨਵੈਸਟਮੈਂਟਸ ਹੈਗੀਆਂ ਤੇ ਟਰੱਕਿੰਗ 'ਚ ਨਹੀਂ ਜਾ ਸਕਦੇ। ਸੋ ਕਿਵੇਂ ਦੇ ਇਹਦੇ ਵਿੱਚ ਮੈਨੂੰ ਦੱਸੋ ਕਿ ਜਿਹੜੀਆਂ ਬੜੀਆਂ ਵੈਲ ਨੋਨ ਜਾਂ ਬੜੇ ਅੱਛੇ ਜਿਹੜੇ ਐਜੂਕੇਟਿਡ ਵੀ ਲੋਕ ਜਿਹੜੇ ਆ ਉਹ ਇਸ ਇੰਡਸਟਰੀ 'ਚ ਨੇ ਤੇ ਉਹ ਨਾਲ ਲੈ ਕੇ ਚੱਲਦੇ ਨੇ ਸਾਰਿਆਂ ਨੂੰ। ਬਿਲਕੁਲ ਜੀ, ਮੈਂ ਇੱਕ ਖੁਦ ਆਪਣਾ ਐਗਜ਼ਾਮਪਲ ਤੁਹਾਡੇ ਸਾਹਮਣੇ ਹੈਗਾ। ਮੇਰੇ ਕੋਲ ਕੰਪਿਊਟਰ ਪ੍ਰੋਗਰਾਮਿੰਗ ਦੀ ਡਿਗਰੀ ਹੈਗੀ ਜਿਹੜੀ ਮੈਂ 89 ਦੇ ਵਿੱਚ ਕੀਤੀ ਸੀਗੀ। ਮੈਂ ਖੁਦ ਅਲਟੀਮੇਟਲੀ ਇਸੇ ਪ੍ਰੋਫੈਸ਼ਨ ਨੂੰ ਚੁਣਿਆ ਹੈਗਾ ਔਰ ਮੇਰੇ ਆਲੇ ਦੁਆਲੇ ਕਹਿ ਲਓ ਕਿ ਮੇਰੇ ਨਾਲ ਕੰਮ ਕਰਦੇ ਔਰ ਬਹੁਤ ਐਸੇ ਮਤਲਬ ਕਿ ਮੇਰੇ ਦੋਸਤ ਮਿੱਤਰ ਹੈਗੇ ਆ ਜਿਹੜੇ ਕਿ ਵੈਰੀ ਵੈਲ ਐਜੂਕੇਟਿਡ ਹੈਗੇ ਆ, ਐਂਡ ਦੇ ਆਰ ਟਾਪ ਪੇਇੰਗ ਜੌਬਸ ਛੱਡ ਕੇ ਜਿਹੜੀਆਂ ਕਿ ਉਹ ਅਲਟੀਮੇਟਲੀ ਜਿਹੜੇ ਆ ਟਰੱਕਿੰਗ ਦੇ ਵਿੱਚ ਆਏ ਹੈਗੇ ਆ। ਕਿਉਂਕਿ ਇਹ ਇੱਕ ਐਸਾ ਕਿੱਤਾ ਹੈਗਾ ਜਿਹੜਾ ਕਿ ਸਾਨੂੰ ਐਕਚੁਅਲੀ, ਅਸੀਂ ਪੰਜਾਬ ਦੇ ਵਿੱਚ ਸਾਡੇ ਹਰ ਪਰਿਵਾਰ ਦਾ ਨਾ ਕਿਤੇ ਕੋਈ ਬੰਦਾ ਜਿਹੜਾ ਉਹ ਟਰੱਕਿੰਗ ਨਾਲ ਜੁੜਿਆ ਹੁੰਦਾ ਸੀਗਾ। ਕੋਈ ਨਾ ਕੋਈ ਉਹਦਾ ਭਤੀਜਾ, ਕੋਈ ਚਾਚਾ, ਕੋਈ ਨਾ ਕੋਈ ਜਿਹੜਾ ਸੀ ਉਹ ਟਰੱਕ ਚਲਾਉਂਦਾ ਸੀ ਜਾਂ ਟਰੱਕਿੰਗ ਦੇ ਕਿੱਤੇ ਦੇ ਨਾਲ ਜੁੜੇ ਸੀਗੇ। ਔਰ ਇਸ ਕਰਕੇ ਇੱਕ ਉਹ ਬੈਕਗਰਾਊਂਡ ਵੀ ਹੈਗੀ ਆ। ਤੇ ਦੂਸਰੀ ਗੱਲ ਹੈ ਕਿ ਜਿਹੜਾ ਟਰੱਕਿੰਗ ਦਾ ਕਿੱਤਾ ਹੈਗਾ ਉਹ ਬਹੁਤ ਕ੍ਰੀਏਟਿਵ ਹੈਗਾ ਜਿਹਨੂੰ ਕਹਿੰਦੇ ਆ। ਪਰ ਉਹਦੇ ਵਿੱਚ ਇਹੋ ਹੀ ਆ ਕਿ ਜੇ ਤੁਸੀਂ ਇੱਥੇ ਟਰੱਕਿੰਗ ਦੇ ਕਿੱਤੇ ਨੂੰ ਹਿਸਾਬ ਨਾਲ ਚਲਾਉਂਦੇ ਆ, ਇਹਨੂੰ ਤਰੀਕੇ ਨਾਲ ਚਲਾਉਂਦੇ ਆ, ਬਹੁਤ ਜਿਹੜੇ ਲੋਕੀ ਆ ਇੱਥੇ ਮਨਦੀਪ ਜਿਹੜੇ ਫੇਲੀਅਰ ਹੈਗਾ ਟਰੱਕਿੰਗ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਹੈ। ਮੈਜੋਰਿਟੀ ਜਿਹੜੇ ਲੋਕੀ ਆ ਉਹ ਫੇਲੀਅਰ ਇਸ ਕਰਕੇ ਹੁੰਦਾ ਆ ਕਿ ਉਹਨਾਂ ਦੇ ਕੋਲ ਪ੍ਰੋਪਰ ਐਕਸਪੀਰੀਅੰਸ ਨਹੀਂ ਹੁੰਦਾ, ਤੇ ਪ੍ਰੋਪਰ ਐਕਸਪੀਰੀਅੰਸ ਨਾ ਹੋਣ ਕਰਕੇ ਉਹ ਕਿਸੇ ਤੇ ਡਿਪੈਂਡੈਂਟ ਹੋ ਜਾਂਦੇ ਆ। ਸੋ ਜਦੋਂ ਤੁਸੀਂ ਕਿਸੇ ਤੇ ਡਿਪੈਂਡੈਂਟ ਆ, ਤੁਹਾਨੂੰ ਖੁਦ ਨੂੰ ਇਹ ਬਿਜ਼ਨਸ ਨਹੀਂ ਆਉਂਦਾ। ਔਰ ਮੈਂ ਖੁਦ ਆਪਣੇ ਆਪ ਦੀ ਕਹਾਣੀ ਦੱਸਦਾ ਕਿ ਮੈਂ ਵੀ ਇਸ ਹੀ ਪ੍ਰੋਬਲਮ ਦੇ ਵਿੱਚੋਂ ਨਿਕਲਿਆ, ਨਾਟ ਟਰੱਕਿੰਗ ਦੇ ਵਿੱਚ ਪਰ ਹੋਰ ਜਿਹੜੇ ਬਿਜ਼ਨਸ ਸੀਗੇ ਸ਼ੁਰੂ ਕਰ ਲਏ, ਲੇਕਿਨ ਉਹਨਾਂ ਦਾ ਆਪ ਨੂੰ ਇੰਨਾ ਪਤਾ ਨਹੀਂ ਸੀਗਾ। ਡਿਪੈਂਡੈਂਟ ਸੀਗੇ। ਜੋ ਡਿਪੈਂਡੈਂਟ ਬੰਦਾ ਹੋ ਜਾਂਦਾ ਜਸਟ ਲਾਈਕ ਅ ਹੈਂਡੀਕੈਪਟ ਹੋ ਗਿਆ ਤਾਂ ਤੁਹਾਡੀ ਜਿਹੜੀ ਸਕਸੈਸ ਹੈਗੀ ਆ, ਜੇ ਤੁਸੀਂ ਕਿਸੇ ਇੱਕ ਚੀਜ਼ ਤੋਂ ਮਾਰ ਖਾਣੇ ਆ, ਮੇਰਾ ਹੈਂਡੀਕੈਪ ਕਹਿਣ ਦਾ ਮਤਲਬ ਉਹ ਨਹੀਂਗਾ, ਪਰ ਹੈਂਡੀਕੈਪ ਮਤਲਬ ਹੈ ਕਿ ਤੁਸੀਂ ਕਿਸੇ ਨਾ ਕਿਸੇ ਚੀਜ਼ ਤੋਂ ਮਾਰ ਖਾਣੇ ਆ ਕਿ ਤੁਹਾਨੂੰ ਪੂਰੀ ਨਹੀਂ ਹੈਗੀ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹਦੇ ਵਿੱਚ ਜਦੋਂ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਔਰ ਮੇਜਰ ਚੀਜ਼ ਹੈ, ਤੇ ਉਦੋਂ ਉਸ ਚੀਜ਼ ਦੇ ਵਿੱਚ ਇੱਥੇ ਕਾਫੀ ਅਗੇਨ ਬਹੁਤ ਲੋਕੀ ਐਸੇ ਹੈਗੇ ਆ ਜਿਹੜੇ ਤੁਹਾਨੂੰ ਗੱਲਾਂ ਦੇ ਵਿੱਚ ਲੈ ਕੇ ਤੇ ਵਧੀਆ ਗੱਲਾਂ ਦੱਸ ਕੇ, ਸਾਰਾ ਕੁਝ ਦੱਸ ਕੇ ਤੇ ਕਹਿ ਦਿੰਦੇ ਆ ਕਿ ਓਕੇ ਠੀਕ ਆ, ਬਹੁਤ ਪੈਸੇ ਬਣਦੇ ਆ, ਬਹੁਤ ਕੁਝ ਹੁੰਦਾ ਆ। ਮੈਂ ਬਹੁਤ ਲੋਕਾਂ ਨੂੰ ਇਸ ਚੀਜ਼ ਤੋਂ ਵਰਜਦਾ ਹੁੰਨਾ। ਬਹੁਤ ਯੰਗਸਟਰ ਜਿਹੜੇ ਆ ਉਹ ਜਦੋਂ ਇੰਡੀਆ ਨੂੰ ਕਾਲ ਕਰਦੇ ਆ ਤੇ ਉੱਥੇ ਦੱਸਦੇ ਆ ਵੀ ਇਸ ਮਹੀਨੇ ਮੈਨੂੰ $20,000 ਬਣ ਗਿਆ। ਵੀ ਯਾਰ $20,000 ਦੇ ਵਿੱਚੋਂ ਸਾਰੇ ਖਰਚੇ ਵੀ ਤੇ ਕੱਢਣਾ, ਉਹ ਖਰਚੇ ਨਹੀਂ ਕੱਢਦੇ ਹੈਨਾ, ਤੇ ਸਿਰਫ ਇੱਕ ਕਹਿਣ ਵੀ ਇੰਨਾ ਡੀਜ਼ਲ ਮੇਰਾ ਲੱਗਾ ਤੇ ਇੰਨੇ ਮੈਨੂੰ ਬਚ ਗਏ, ਬਾਕੀ ਟਰੱਕ ਦੀ ਪੇਮੈਂਟ ਵੀ ਦੇਣੀ ਆ, ਇੰਸ਼ੋਰੈਂਸ ਵੀ ਦੇਣੀ ਆ, ਸਾਰਾ ਕੁਝ ਦੇਣਾ ਆ। ਸੋ ਉਹ ਜਦੋਂ ਦੱਸਦੇ ਆ ਕਿਸੇ ਨੂੰ, ਉਹ ਐਡਾ ਵੱਡਾ ਬਣਾ ਕੇ ਦੱਸ ਦਿੰਦੇ ਆ ਕਿ ਜਿਹੜਾ ਸੁਣਨ ਵਾਲਾ ਹੁੰਦਾ ਉਹ ਕਹਿੰਦਾ ਵੀ ਜੇ ਮੈਂ ਇੱਥੇ 50 ਲੱਖ ਦੀ ਥਾਂ 1 ਕਰੋੜ ਦੇ ਕੇ ਵੀ ਚਲਾ ਜਾਵਾਂ ਤੇ ਮੈਂ ਤੇ ਸਾਲ ਦੇ ਵਿੱਚ ਹੀ ਸਾਰਾ ਕੁਝ ਖਤਮ ਕਰ ਦੇਣਾ ਉੱਥੇ ਜਾ ਕੇ।
ਸੋ ਉਹ ਜਦੋਂ ਇੱਥੇ ਆਉਂਦੇ ਆ ਤੇ ਇੱਥੇ ਆਣ ਕੇ ਫਿਰ ਉਹਨਾਂ ਦਾ ਉਹ ਜਿਹੜਾ ਸਾਰਾ ਵਹਿਮ ਆ ਉਹ ਬਿਲਕੁਲ ਇੱਕ ਪਾਣੀ ਦੇ ਬੁਲਬੁਲੇ ਵਾਂਗੂ ਜਿਹੜਾ ਉਹ ਟੁੱਟ ਜਾਂਦਾ ਹੈ। ਰਾਈਟ ਸੋ ਕਿੰਨਾ ਤੁਸੀਂ ਸਟਰੋਂਗਲੀ ਰਿਕਮੈਂਡ ਕਰਦੇ ਹੋ ਜਿੱਦਾਂ ਕੋਈ ਵੀ ਨਿਊਲੀ ਆਉਂਦਾ ਯੂਐਸ ਦੇ ਵਿੱਚ ਕਿ ਦੇ ਸ਼ੁੱਡ ਐਂਟਰ ਇਨਟੂ ਟਰੱਕਿੰਗ ਬਿਜ਼ਨਸ, ਤੇ ਕਿੱਦਾਂ ਦੀ ਬੈਕਗ੍ਰਾਉਂਡ ਜਾਂ ਇੰਟਰਸਟ ਹੋਣਾ ਚਾਹੀਦਾ ਉਸ ਬੰਦੇ ਦਾ? ਬਿਲਕੁਲ, ਦੇਖੋ ਟਰੱਕਿੰਗ ਜਿਹਨੇ ਕਿਸੇ ਨੇ ਕਰਨੀ ਆ ਨਾ, ਇਟਸ ਅ ਪੈਸ਼ਨ। ਜੇ ਤੁਹਾਨੂੰ ਪੈਸ਼ਨ ਹੈਗਾ ਟਰੱਕਿੰਗ ਦਾ, ਜੇ ਤੁਹਾਨੂੰ ਇਹਦਾ ਪਿਆਰ ਹੈਗਾ, ਜੇ ਤੁਸੀਂ ਇੰਜੋਏ ਕਰਦੇ ਆ ਇਕੱਲੇ ਡਰਾਈਵ ਕਰਨਾ, ਆਊਟ ਜਾਣਾ। ਮੈਂ ਯੂਜ਼ਲੀ ਜਦੋਂ ਮੈਂ ਡਰਾਈਵ ਕਰਨਾ ਸ਼ੁਰੂ ਕੀਤਾ ਸੀ ਤੇ ਮੈਂ ਇਹਨੂੰ ਪੇਡ ਵਕੇਸ਼ਨ ਕਹਿੰਦਾ ਹੁੰਦਾ ਸੀਗਾ ਕਿ ਮੇਰੀ ਟਰੱਕਿੰਗ ਜੌਬ ਜਿਹੜੀ ਹੈ ਮੇਰੀ ਪੇਡ ਵਕੇਸ਼ਨ ਹੈ। ਮੈਂ ਘੁੰਮਦਾ ਫਿਰਦਾ ਸੀਗਾ, ਨਵੀਆਂ ਜਗ੍ਹਾ ਦੇਖਦਾ ਸੀਗਾ, ਨਾਲ ਮੈਨੂੰ ਪੈਸੇ ਵੀ ਮਿਲਦੇ ਸੀਗੇ। ਤੇ ਸੋ ਮੈਂ ਇਹਨੂੰ ਉਸ ਹਿਸਾਬ ਦੇ ਨਾਲ ਦੇਖਦਾ ਸੀਗਾ। ਔਰ ਮੈਨੂੰ ਮੇਰਾ ਪੈਸ਼ਨ ਸੀਗਾ। ਜਦੋਂ ਮੈਂ ਟਰੱਕਿੰਗ ਸ਼ੁਰੂ ਕੀਤੀ ਆ, ਮੈਂ ਅਮਰੀਕਾ ਦਾ ਕੁਛ ਨਹੀਂ ਸੀ ਦੇਖਿਆ, ਸਵਾਏ ਕੈਲੀਫੋਰਨੀਆ ਦੇ LA ਸ਼ਹਿਰ ਤੋਂ ਜਾਂ ਬੇਰੀਏ ਤੋਂ ਕੁਛ ਨਹੀਂ ਸੀ ਦੇਖਿਆ। ਸੋ ਉਸ ਤੋਂ ਬਾਅਦ ਜਦੋਂ ਟਰੱਕਿੰਗ ਸ਼ੁਰੂ ਕੀਤੀ ਤੇ ਫਿਰ ਇਹ ਹੋ ਗਿਆ ਵੀ ਹੁਣ ਮੌਕਾ ਮਿਲ ਗਿਆ ਵੀ ਸਾਰਾ ਅਮਰੀਕਾ ਦੇਖਣ ਦਾ। ਔਰ ਸਾਰਾ ਅਮਰੀਕਾ ਬਿਲਕੁਲ ਤਸੱਲੀ ਨਾਲ ਘੁੰਮ ਕੇ ਇੱਕ ਸਟੇਟ ਦੇਖੀ, ਮੌਸਮ ਦੇਖੇ, ਉੱਥੋਂ ਦੇ ਸਾਰਾ ਕੁਝ ਦੇਖਿਆ। ਸੋ ਜੇ ਕਿਸੇ ਨੂੰ ਪੈਸ਼ਨ ਹੈਗਾ ਤੇ ਪੈਸ਼ਨ ਦੇ ਨਾਲ ਉਹਨਾਂ ਦੇ ਵਿੱਚ ਸਿੱਖਣ ਦਾ ਜਜ਼ਬਾ ਹੈਗਾ, ਜੇ ਉਹਨਾਂ ਸਿੱਖਣਾ ਚਾਹੁੰਦੇ ਆ, ਠੀਕ ਆ। ਸੋ ਮੈਂ ਕਿਸੇ ਨੂੰ ਵੀ ਐਸੇ ਬੰਦੇ ਨੂੰ ਰਿਕਮੈਂਡ ਨਹੀਂ ਕਰੂੰਗਾ ਕਿ ਉਹ ਟਰੱਕਿੰਗ 'ਚ ਆਵੇ ਜਿਹਦੇ ਵਿੱਚ ਪੈਸ਼ਨ ਨਾ ਹੋਵੇ ਔਰ ਜਿਹਦੇ 'ਚ ਸਿੱਖਣ ਦਾ ਜਜ਼ਬਾ ਨਾ ਹੋਵੇ। ਕਾਹਲੀ ਦੇ ਵਿੱਚ ਪੈਸੇ ਬਣਾਉਣ ਦਾ ਜਜ਼ਬਾ ਲੈ ਕੇ ਆਉਂਦਾ ਜਿਹੜਾ ਬੰਦਾ ਟਰੱਕਿੰਗ ਦੇ ਵਿੱਚ ਸ਼ਾਇਦ ਕਿ ਮੈਂ ਕਾਮਯਾਬ ਹੋ ਜਾਊਗਾ, ਬੁਰੀ ਤਰ੍ਹਾਂ ਫੇਲ ਹੁੰਦੇ ਆ ਔਰ ਫਿਰ ਉਹ ਕੋਸਦੇ ਆ, ਰਿਸ਼ਤੇਦਾਰਾਂ ਨੂੰ ਕੋਸਦੇ ਆ, ਕਿਸੇ ਹੋਰ ਨੂੰ। ਪਰ ਮੈਂ ਕਿਸੇ ਨੂੰ, ਠੀਕ ਆ ਲੋਕੀ ਗਲਤ ਹੋ ਸਕਦੇ ਆ, ਬਹੁਤ ਲੋਕੀ ਗਲਤ ਹੁੰਦੇ ਵੀ ਆ ਮਨਦੀਪ, ਪਰ ਮੈਂ ਕਹਿੰਦਾ ਕਿ ਜਿਹੜਾ ਬੰਦਾ ਖੁਦ ਮੈਂ ਕੰਮ ਕਰਨਾ ਹੈਗਾ ਨਾ, ਮੈਨੂੰ ਡਿਸਾਈਡ ਕਰਨਾ ਪੈਣਾ। ਹੁਣ ਸਾਡੇ ਇੱਥੇ ਇਸ ਵੇਲੇ ਐਡਾ ਇੱਕ ਗਲਤ ਕੰਮ ਚੱਲ ਰਿਹਾ ਹੈਗਾ, ਤੁਸੀਂ ਯਕੀਨ ਨਹੀਂ ਕਰਨਾ ਕਿ ਇੱਥੇ ਲੋਕੀ ਆਉਂਦੇ ਆ, ਨਵੇਂ ਮੁੰਡੇ ਆਉਂਦੇ ਆ, ਆਣ ਕੇ ਟਰੱਕ ਦਾ ਲਾਇਸੈਂਸ ਲੈ ਕੇ ਫਟਾਫਟ ਟਰੱਕ ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਔਰ ਚੜ੍ਹ ਜਾਂਦੇ ਆ, ਠੀਕ ਆ। ਹੁਣ ਉਹਨਾਂ ਨੇ ਇੱਕ ਕਾਰ ਨਹੀਂ ਚਲਾਈ ਹੁੰਦੀ ਕਦੀ ਇੱਥੇ ਆਣ ਕੇ। ਸੋ ਤੁਸੀਂ ਕਾਰ ਨਹੀਂ ਚਲਾਈ, ਲੇਕਿਨ ਤੁਸੀਂ 80,000 ਪਾਉਂਡ ਦਾ ਟਰੱਕ ਜਿਹੜਾ ਆ, ਜਿਹੜਾ ਕਿ ਆਲਮੋਸਟ 80-85 ਫੁੱਟ ਲੰਮਾ ਹੁੰਦਾ ਆ, ਠੀਕ ਹੈ ਨਾ, ਉਹ ਟਰੱਕ ਤੁਸੀਂ ਚਲਾਉਣ ਲੱਗ ਜਾਂਦੇ ਆ ਤੇ ਤੁਹਾਨੂੰ ਐਕਚੁਅਲੀ ਰੋਡ ਸੈਂਸ ਜਿਹੜੀ ਆ, ਕਾਮਨ ਸੈਂਸ ਤੇ ਰੋਡ ਸੈਂਸ ਜਿਹੜੀ ਆ, ਉਹ ਬਿਲਕੁਲ ਤੁਹਾਡੇ ਪੱਲੇ ਨਹੀਂ ਪੈਂਦੀ ਉਦੋਂ, ਕਿਉਂਕਿ ਤੁਸੀਂ ਇੱਕਦਮ ਏਡੇ ਵੱਡੇ ਟਰੱਕ 'ਚ ਚਲੇ ਗਏ ਆ ਤੇ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਦਾ ਕਿ ਤੁਸੀਂ ਕਾਰ ਦੇ ਵਿੱਚ ਜੇ ਤੁਸੀਂ ਚਲਾਉਣੇ ਆ ਕਾਰ, ਪਹਿਲਾਂ ਤੁਹਾਨੂੰ ਰੋਡ ਸੈਂਸ ਪਤਾ ਲੱਗਦੀ ਆ, ਤੁਹਾਨੂੰ ਲਰਨ ਹੁੰਦਾ ਆ। ਤੁਸੀਂ ਕਿਸੇ ਦੀ ਡਰਾਈਵਿੰਗ ਕਰੋ, ਪਹਿਲਾਂ ਸਾਲ ਆਪਣੀ ਕਾਰ ਚਲਾਓ, ਫਿਰ ਕਿਸੇ ਦੀ ਡਰਾਈਵਿੰਗ ਕਰੋ 2 ਸਾਲ ਵਾਸਤੇ। ਐਟਲੀਸਟ ਅਸੀਂ ਰਿਕਮੈਂਡ ਕਰਦੇ ਹਾਂ ਕਿ ਬਿਫੋਰ ਯੂ ਬਾਈ ਯੋਰ ਓਨ ਟਰੱਕ, ਤੁਹਾਨੂੰ ਘੱਟੋ ਘੱਟ 2 ਸਾਲ ਕਿਸੇ ਦਾ ਟਰੱਕ ਚਲਾਉਣਾ ਚਾਹੀਦਾ ਆ ਔਰ ਉੱਥੇ ਐਕਸਪੀਰੀਅੰਸ ਲੈਣਾ ਚਾਹੀਦਾ ਆ, ਮਾਹੌਲ ਪਤਾ ਕਰਨਾ। ਕਿਉਂਕਿ ਕਈ ਵਾਰੀ ਇਹ ਵੀ ਨਾ ਮਨਦੀਪ ਕਿ ਤੁਸੀਂ ਇੱਕਦਮ ਟਰੱਕ ਬਾਏ ਕਰ ਲਿਆ, ਮੁੜ ਕੇ ਤੁਸੀਂ ਉਹ ਲਾਈਫ ਸਟਾਈਲ ਲਾਈਕ ਨਹੀਂ ਕੀਤਾ, ਕਿਉਂਕਿ ਇੱਥੋਂ ਦਾ ਟਰੱਕਿੰਗ ਦਾ ਲਾਈਫ ਸਟਾਈਲ ਜ਼ਰੂਰ, ਟਰੱਕ ਬਹੁਤ ਕੰਫਰਟੇਬਲ ਹੈਗੇ, ਇੰਨੇ ਕੰਫਰਟੇਬਲ ਹੈ ਮਨਦੀਪ ਕਿ ਮੈਂ ਹੁਣ ਵੀ ਕਈ ਵਾਰੀ ਸੋਚਦਾ ਕਿ ਮੈਂ ਟਰੱਕ ਚਲਾ ਲਵਾਂ ਇੱਕ ਵਾਰੀ। ਸੋ ਇੰਨੇ ਕੁ ਵਧੀਆ ਲੱਗਦੇ ਆ, ਪਰ ਉਹਦੇ ਵਿੱਚ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਆ, 7-7 ਦਿਨ, 8-8 ਦਿਨ, 10-10 ਦਿਨ, 15 ਦਿਨ ਦੂਰ ਰਹਿਣਾ ਪੈਂਦਾ ਆ। ਸੋ ਇਸ ਲਈ ਹੁਣ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਦਾ ਆ। ਮੇਰਾ ਬੇਟਾ ਆ ਵੱਡਾ, ਉਹ ਮੈਨੂੰ ਕਹਿੰਦਾ ਵੀ ਡੈਡ ਮੈਂ ਵੀ ਟਰੱਕਿੰਗ ਬਿਜ਼ਨਸ 'ਚ ਆਉਣਾ ਆ। ਮੇਰਾ ਬ੍ਰਦਰ ਛੋਟਾ ਕਰਦਾ ਆ ਟਰੱਕਿੰਗ ਦਾ, ਜਿਹੜਾ ਮੇਰਾ ਕਜ਼ਨ ਹੈਗਾ ਉਹ ਕਰਦਾ ਆ। ਸੋ ਕਾਫੀ ਜਿਹੜੇ ਮੇਰੇ ਰਿਲੇਟਿਵ ਹੈਗੇ ਟਰੱਕਿੰਗ 'ਚ ਹੈਗੇ, ਤੇ ਉਹ ਵੀ ਕਹਿੰਦਾ ਮੈਂ ਵੀ ਟਰੱਕਿੰਗ ਡਿਸਪੈਚ ਦਾ ਕੰਮ ਕਰਨਾ ਹੈਗਾ, ਟਰੱਕਿੰਗ ਕੰਪਨੀ ਖੋਲਣੀ ਆ। ਸੋ ਉਹਨੂੰ ਕਹਿ ਕੇ ਬੇਟਾ ਇੱਦਾਂ ਨਹੀਂ, ਫਸਟ ਯੂ ਗੈਟ ਯੋਰ ਲਾਇਸੈਂਸ, then you drive for somebody, ਤੂੰ ਡਰਾਈਵ ਕਰਕੇ you learn the business, you learn the technique, ਕਿਉਂਕਿ ਜਦੋਂ ਤੁਸੀਂ ਸਾਰੇ ਅਮਰੀਕਾ 'ਚ ਟਰੱਕ ਘੁੰਮਣਾ ਆ, ਤੁਹਾਨੂੰ ਡਰਾਈਵਰ ਕਿਸੇ ਟਾਈਮ ਵੀ ਬੁੱਧੂ ਬਣਾ ਸਕਦਾ ਆ, ਪਰ ਜੇ ਤੁਸੀਂ ਖੁਦ ਉੱਥੇ ਗਏ ਆ, ਖੁਦ ਤੁਸੀਂ ਉਹ ਦੇਖਿਆ ਆ, ਤੇ ਤੁਹਾਨੂੰ ਉਹ ਬਿਲਕੁਲ ਡਾਜ ਨਹੀਂ ਕਰ ਸਕਦਾ। ਸੋ ਪਹਿਲਾਂ ਸਿੱਖ। ਸੋ ਹੁਣ ਉਹਨੂੰ ਆਲਮੋਸਟ ਮੇਰੇ ਖਿਆਲ 8 ਮਹੀਨੇ ਹੋ ਚੱਲੇ ਆ ਡਰਾਈਵ ਕਰਦੇ ਨੂੰ, 48 ਸਟੇਟਸ ਜਾ ਰਿਹਾ ਹੈਗਾ। ਸੋ ਹੁਣ ਉਹ ਲਰਨ ਕਰ ਰਿਹਾ। ਹੁਣ ਜਦੋਂ ਉਹ ਆਉਂਦਾ ਆ, ਉਹਦੇ ਕੋਲ ਐਕਸਪੀਰੀਅੰਸ ਪੁੱਛੀਦਾ ਕਿ ਹਾਂ ਅੱਜ ਤੋਂ 1 ਸਾਲ ਪਹਿਲਾਂ ਜਦੋਂ ਤੂੰ ਕਹਿੰਦਾ ਸੀਗਾ ਕਿ ਮੈਂ ਆਹ ਕੰਮ ਕਰਨਾ, ਉਹ ਹੁਣ ਮੈਨੂੰ ਕਹਿ ਦਿੰਦਾ ਕਈ ਵਾਰੀ, ਕਹਿੰਦਾ ਡੈਡ ਯੂ ਨੋ ਆਈ ਲਵ ਡਰਾਈਵਿੰਗ, ਆਈ ਲਵ ਬੀਇੰਗ ਮਾਈ ਸੈਲਫ, ਤੇ ਇਟਸ ਕੋਈ ਬੌਸ ਮੇਰੇ ਉੱਤੇ ਨਹੀਂ ਹੈਗਾ। ਹੀ ਇਜ਼ ਮੇਕਿੰਗ ਅਰਾਊਂਡ $5,000 a month, he is 24 years old, well educated ਹੈਗਾ, but he loves to do that. So I mean ਮੇਰੇ ਲਈ ਬੱਚੇ ਦਾ ਖੁਸ਼ ਰਹਿਣਾ ਜ਼ਰੂਰੀ ਹੈਗਾ। ਜ਼ਰੂਰੀ ਨਹੀਂ ਗਾ ਕਿ ਮੈਂ ਉਹਨੂੰ ਡਾਕਟਰ ਬਣਾ ਕੇ ਖੁਸ਼ੀ ਦੇ ਸਕਾਂ। ਮੇਰੇ ਖਿਆਲ ਜੇ ਉਹਦਾ ਪਸੰਦੀਦਾ ਕਿੱਤਾ ਹੈਗਾ ਉਹ ਕਰਨਾ ਉਹਨੂੰ ਜ਼ਰੂਰੀ। ਜਿਹੜੇ ਨਿਊਲੀ ਯੂਐਸ ਆਉਂਦੇ ਨੇ ਜਾਂ who are about to land, right, ਕਈ ਲੋਕ ਹੁੰਦੇ ਨੇ ਉਹਨਾਂ ਦਾ ਮਨ ਹੁੰਦਾ ਹੈ ਕਿ go for a business, ਕਿਉਂਕਿ ਹੋ ਸਕਦਾ ਇੱਥੋਂ ਬਿਜ਼ਨਸ ਕਲਚਰ ਤੋਂ ਹੀ ਗਏ ਹੋਣ, and everybody wants to have a business finally, ਇਹੀ ਸੋਚ। but what initial steps you recommend
ਹੁਣ ਅਸੀਂ ਇਹਦੇ ਵਿੱਚ ਥੋੜਾ ਟੈਕਨੀਕਲੀ ਵੀ ਆ ਜਾਾਂਗੇ, ਰਾਈਟ? ਪਰਸਨਲੀ ਅਸੀਂ ਸੋਚਿਆ ਕਿ ਹਾਂ ਵੀ ਸ਼ੁਡ ਲਰਨ, ਵੀ ਸ਼ੁਡ ਜੁਆਇਨ ਸਮਵੇਅਰ, ਰਾਈਟ? ਵਾਟ ਆਰ ਦ ਰਾਈਟ ਸਟੈਪਸ ਟੂ ਐਂਟਰ ਇਨਟੂ ਟਰੱਕਿੰਗ ਬਿਜ਼ਨਸ, ਸਪੈਸ਼ਲੀ ਜਿਨ੍ਹਾਂ ਕੋਲ ਬਹੁਤ ਸਾਰੇ ਬੈਕਐਂਡ ਤੇ ਫੰਡਸ ਨਹੀਂ ਹੈਗੇ, ਕਿ ਕਿਹੜੀਆਂ ਉਹ ਗਲਤੀਆਂ ਨੂੰ ਅਵੋਇਡ ਕਰ ਸਕਦੇ ਆ ਤੇ ਕਿੱਦਾਂ ਸਮੂਥਲੀ ਇੱਕ ਖੁਦ ਦੇ ਟਰੱਕ ਤੇ ਜਾਂ ਖੁਦ ਦੇ ਟਰੱਕਸ ਤੱਕ ਉਹ ਪਹੁੰਚ ਸਕਦੇ ਆ ਵਿਦਆਊਟ ਟੇਕਿੰਗ ਮਚ ਆਫ ਦ ਹੈਲਪ ਆਫ देयर ਰਿਲੇਟਿਵਸ, ਫਰੈਂਡਸ, ਦੂਜਿਆਂ ਤੇ ਡਿਪੈਂਡ ਹੋਣ ਤੋਂ ਬਿਨਾਂ ਇਹੋ ਜਿਹੀਆਂ ਕੀ ਫੈਸਿਲਿਟੀਜ਼ ਉਹ ਅਵੇਲ ਕਰ ਸਕਦੇ? ਦੇਖੋ ਜੀ, ਸਾਰਿਆਂ ਨਾਲੋਂ ਵਧੀਆ ਚੀਜ਼ ਜਿਹੜੀ ਹੈਗੀ ਇੱਥੇ ਨਾਰਮਲੀ ਸਾਡੇ ਇੱਥੇ ਬਹੁਤ ਘੱਟ ਲੋਕੀ ਹੈਗੇ ਆ ਜਿਹੜੇ ਕਿ ਅਵੇਅਰ ਹੈਗੇ ਆ, ਉਹ ਜਾਣਦੇ ਆ। ਸਾਰਿਆਂ ਨਾਲੋਂ ਪਹਿਲਾਂ ਤੁਸੀਂ ਆਓ, ਸਾਰਿਆਂ ਨਾਲੋਂ ਪਹਿਲਾਂ ਜਿਹੜੇ ਤੁਸੀਂ ਇੱਥੇ ਆਉਣੇ ਆ, ਫਸਟ ਆਫ ਆਲ ਤੁਸੀਂ ਆਪਣਾ ਲਾਇਸੈਂਸ, ਤੁਸੀਂ ਆਪਣਾ ਲੋਕਲ ਜਿਹੜਾ ਕਾਰ ਲਾਇਸੈਂਸ ਹੈਗਾ ਤੁਸੀਂ ਉਹ ਲਓ, ਤੁਸੀਂ ਕਾਰ ਦੇ ਉੱਤੇ ਡਰਾਈਵ ਕਰਨੀ ਸਿੱਖੋ, ਤੁਸੀਂ ਲੋਕਲ ਕਿਸੇ ਸਟੋਰ ਤੇ ਜੌਬ ਕਰੋ, ਕਿਉਂਕਿ ਤੁਹਾਨੂੰ ਕੰਪੈਰੀਜ਼ਨ ਕਰਨ ਨੂੰ ਵੀ ਕੋਈ ਨਾ ਕੋਈ ਜਗ੍ਹਾ ਹੋਣੀ ਚਾਹੀਦੀ ਹੈ। ਜੇ ਤੁਸੀਂ ਸਿੱਧਾ ਹੀ ਟਰੱਕ ਚਲਾਉਣ ਲੱਗੇ, ਤੁਹਾਡੇ ਕੋਲ ਕੰਪੈਰੀਜ਼ਨ ਨਹੀਂ ਹੈਗਾ, ਤੁਹਾਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗਣਾ ਕਿ ਇਹ ਕਿੰਨੀ ਇੰਪੋਰਟੈਂਟ ਤੇ ਕਿੰਨੀ ਵਧੀਆ ਹੈਗੀ ਆ, ਜਿੰਨੀ ਦੇਰ ਤੱਕ ਤੁਹਾਡੇ ਕੋਲ ਕੰਪੈਰੀਜ਼ਨ ਲਈ ਕੁਝ ਨਹੀਂ ਹੈਗਾ। ਸੋ ਸਟੋਰ ਤੇ ਕੰਮ ਕਰੋ, ਸਟੋਰ ਤੇ ਕੰਮ ਕਰਨ ਤੋਂ ਬਾਅਦ ਇੱਥੇ ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਹੈਗਾ ਆ, ਜੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਦੇ, ਮੰਨ ਲਓ ਕਿ ਤੁਸੀਂ ਸਟੋਰ ਤੇ ਕੰਮ ਕਰ ਰਹੇ ਆ, ਤੁਹਾਨੂੰ ਸਟੋਰ ਤੋਂ ਕੰਮ ਨਹੀਂ ਮਿਲ ਰਿਹਾ ਜਾਂ ਤੁਹਾਨੂੰ ਕੰਮ ਤੋਂ ਛੁੱਟੀ ਮਿਲ ਜਾਂਦੀ ਹੈ ਜਾਂ ਤੁਹਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਸੋ ਤੁਸੀਂ ਇੱਥੇ EMPLOYMENT ਡਿਪਾਰਟਮੈਂਟ ਹੈਗਾ ਜਿਹਦੇ ਵਿੱਚ ਜਾ ਕੇ ਤੁਸੀਂ EDD ਉਹਨੂੰ ਕਹਿੰਦੇ ਆ ਕੈਲੀਫੋਰਨੀਆ ਦੇ ਵਿੱਚ, ਸੋ ਉਹਨੂੰ ਤੁਸੀਂ ਜਾ ਕੇ ਕੰਟੈਕਟ ਕਰ ਸਕਦੇ ਕਿ ਮੈਂ ਆਪਣਾ ਕਰੀਅਰ ਚੇਂਜ ਕਰਨਾ ਹੈ। ਸੋ ਜੇ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਕਿ ਕਰੀਅਰ ਚੇਂਜ ਕਰਨਾ ਹੈਗਾ, ਸੋ ਉਹ ਤੁਹਾਨੂੰ $4,200 ਤੁਹਾਡੀ ਫੀਸ ਜਿਹੜੀ ਟਰੱਕ ਸਕੂਲ ਦੀ ਹੈਗੀ ਆ ਉਹ ਗਵਰਨਮੈਂਟ ਪੇ ਕਰਦੀ ਆ ਫॉर ਕਰੀਅਰ ਚੇਂਜ। ਸੋ ਜਦੋਂ ਤੁਸੀਂ ਉਹਨਾਂ ਦੇ ਥਰੂ ਜਾਂਦੇ ਆ, ਤੁਹਾਨੂੰ ਪ੍ਰੋਪਰ ਜਿਹੜੀ ਕੰਪਨੀ ਹੈਗੀ ਉਹ ਟਰੱਕ ਸਿਖਾਉਂਦੀ ਹੈਗੀ ਆ, 6 ਹਫ਼ਤੇ ਲਾ ਕੇ ਪੂਰਾ ਪ੍ਰੋਪਰਲੀ ਤੁਹਾਨੂੰ ਟਰੱਕ ਸਿਖਾਉਂਦੇ ਹੈਗੇ ਆ। ਸੋ ਜਦੋਂ ਤੁਸੀਂ ਟਰੱਕ ਸਿੱਖਦੇ ਆ ਪ੍ਰੋਪਰਲੀ, ਫਿਰ ਤੁਸੀਂ ਉਸ ਤੋਂ ਬਾਅਦ ਇੱਕ ਪ੍ਰੋਪਰ ਕੰਪਨੀ ਦੇ ਵਿੱਚ ਤੁਸੀਂ ਹਾਇਰ ਹੁੰਦੇ ਆ, ਔਰ ਉਸ ਕੰਪਨੀ ਦੇ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਰਿਕਮੈਂਡ ਐਟਲੀਸਟ 2 years, 2 ਸਾਲ ਤੱਕ ਤੁਸੀਂ ਆਪਣਾ ਟਰੱਕ ਨਾ ਲਾਓ, ਕਿਉਂਕਿ 2 ਸਾਲ ਤੋਂ ਪਹਿਲਾਂ ਜੇ ਤੁਸੀਂ ਆਪਣਾ ਟਰੱਕ ਲੈਂਦੇ ਆ ਤੁਹਾਨੂੰ ਹਾਰਡਸ਼ਿਪ ਦੇਖਣੀਆਂ ਪੈ ਸਕਦੀਆਂ, ਕਿਉਂਕਿ ਜਿਹੜੀ ਇਹ ਇੰਡਸਟਰੀ ਹੈਗੀ ਆ ਮਨਦੀਪ, ਇਹ ਉੱਪਰ ਥੱਲੇ ਜਾਂਦੀ ਰਹਿੰਦੀ ਆ, ਇਹਦੇ 'ਚ ਜਿਹੜੇ ਆ ਅਨਸਰਟਨਿਟੀ ਬਹੁਤ ਜ਼ਿਆਦਾ ਹੈਗੀ ਆ। ਔਰ ਜੇ ਤੁਸੀਂ ਹੁਣ ਦੇਖੋ, ਹੁਣ ਵੀ ਕੋਵਿਡ ਦਾ ਜ਼ਮਾਨਾ ਚੱਲ ਰਿਹਾ ਹੈਗਾ, ਪਰ ਸਾਡੇ ਇਸ ਵੇਲੇ ਟਰੱਕਿੰਗ ਜਿਹੜੀ ਆ ਇੰਨੀ ਕੁ ਹੌਟ ਹੋ ਚੁੱਕੀ ਆ ਵੀ ਇਸ ਵੇਲੇ ਸਾਨੂੰ ਲੋਡਸ ਵਾਸਤੇ ਟਰੱਕ ਨਹੀਂ ਮਿਲਦੇ। ਜੇ ਕਿਸੇ ਨੇ ਨਵਾਂ ਟਰੱਕ ਬਾਏ ਕਰਨਾ ਤੇ ਇੱਥੇ ਬੈਕ ਆਰਡਰ ਹੈਗਾ, 3-4 ਮਹੀਨੇ 6 ਮਹੀਨੇ ਤੁਹਾਨੂੰ ਟਰੱਕ ਨਹੀਂ ਮਿਲ ਰਿਹਾ ਹੈਗਾ, ਟ੍ਰੇਲਰ ਨਹੀਂ ਮਿਲ ਰਿਹਾ ਹੈਗਾ। ਸੋ ਇਸ ਮੌਕੇ ਤੇ ਆਣ ਕੇ ਸਾਰੇ ਐਕਸਾਈਟਿਡ ਹੋ ਜਾਂਦੇ ਆ ਵੀ ਇੰਨਾ ਜ਼ਿਆਦਾ ਬਿਜ਼ੀ ਆ। ਇਹ ਸਦਾ ਇੰਨਾ ਬਿਜ਼ੀ ਨਹੀਂ ਰਹਿੰਦਾ, you know, it goes up and then it comes down, so don't get into it thinking ਕਿ ਇਦਾਂ ਦਾ ਹੀ ਹਮੇਸ਼ਾ ਰਹਿਣਾ ਆ। ਜਿਹੜੇ ਨਵੇਂ ਆ, ਬ੍ਰੈਂਡ ਨਿਊ ਆ, ਉਹਨਾਂ ਦੇ ਲਈ ਜੇ ਤੁਸੀਂ ਆਪਣੇ ਪੰਜਾਬੀ ਟਰੱਕ ਸਕੂਲ ਜਿਹੜੇ ਹੈਗੇ ਆ ਉਹਨਾਂ ਤੋਂ ਵੀ ਜੇ ਟਰੱਕ ਸਿੱਖਣਾ ਹੈਗਾ, ਤੁਸੀਂ ਉਹਨਾਂ ਤੋਂ ਵੀ ਪ੍ਰੋਪਰ ਟਰੱਕ ਸਿੱਖੋ, ਪ੍ਰੋਪਰ ਟਰੱਕ ਸਿੱਖ ਕੇ ਤੁਸੀਂ ਪ੍ਰੋਪਰ ਕੰਪਨੀ ਦੇ ਵਿੱਚ ਕੰਮ ਤੇ ਲੱਗੋ। ਔਰ ਜਿਹੜਾ ਹੋਰ ਇੱਕ ਮਸਲਾ ਹੈਗਾ ਜਿਹੜਾ ਇਸ ਵੇਲੇ, ਜਿਹੜਾ ਕਿ ਸਾਡੇ ਨਵੇਂ ਆਏ ਜਿਹੜੇ ਪੰਜਾਬੀ ਹੈਗੇ ਆ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂ ਕਿਤੇ ਵੀ ਆ ਰਹੇ ਹੈਗੇ ਆ, ਉਹਨਾਂ ਨੂੰ ਇੱਕ ਮਸਲਾ ਜਿਹੜਾ ਬਹੁਤ ਜ਼ਿਆਦਾ ਤੰਗ ਕਰ ਰਿਹਾ ਕਿ ਉਹਨਾਂ ਨੂੰ ਇੱਕ ਟੈਕਸ ਦੇਣਾ ਪੈਂਦਾ। ਸੋ ਇਹ ਮਨਦੀਪ ਇੱਥੇ ਸਾਨੂੰ ਐਡੀ ਪ੍ਰੋਬਲਮ ਹੈਗੀ ਆ, ਨਵਾਂ ਬੰਦਾ ਆਇਆ ਜਿਹੜਾ ਆ ਉਹ ਟੈਕਸ ਦੇ ਕੇ ਰਾਜੀ ਨਹੀਂ ਹੈਗਾ, ਔਰ ਟੈਕਸ ਤੋਂ ਬਿਨਾਂ ਤੁਸੀਂ ਇਸ ਕੰਟਰੀ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ। ਤੁਸੀਂ ਜਿੱਡੀ ਵੱਡੀ ਮਰਜ਼ੀ ਪੋਸਟ ਲਾ, ਜਿੰਨਾ ਮਰਜ਼ੀ ਪੈਸਾ ਕਮਾ ਲਓ, ਜੇ ਤੁਸੀਂ ਟੈਕਸ ਨਹੀਂ ਭਰਿਆ, ਜੇ ਤੁਹਾਡਾ ਕ੍ਰੈਡਿਟ ਨਹੀਂ ਐਸਟੈਬਲਿਸ਼ ਹੈਗਾ, ਯੂ ਆਰ ਨਥਿੰਗ, ਜ਼ੀਰੋ ਆ ਤੁਸੀਂ, ਚਾਹੇ ਤੁਹਾਡੀ ਜੇਬ 'ਚ ਜਿੰਨਾ ਮਰਜ਼ੀ ਪੈਸਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਧਿਆਨ ਰੱਖਣ ਵਾਲੀਆਂ ਹੈਗੀਆਂ। ਆਪਣਾ ਟੈਕਸ ਪ੍ਰੋਪਰ ਭਰੋ। ਇੱਥੇ ਤਾਂ ਸਿਸਟਮ ਹੀ ਬੜਾ ਵਧੀਆ ਹੈਗਾ ਮਨਦੀਪ, ਜੇ ਤੁਸੀਂ ਢੰਗ ਨਾਲ ਚੱਲਦੇ ਆ ਨਾ, ਜੇ ਤੁਸੀਂ ਢੰਗ ਤਰੀਕੇ ਨਾਲ ਸਾਰਾ ਕੁਝ ਕਰਦੇ ਆ ਤੇ ਦ ਸਿਸਟਮ ਹੈਲਪ ਯੂ ਟੂ ਸਕਸੀਡ। ਜੇ ਬੰਦਾ ਥੋੜਾ ਜਿਹਾ ਮਿਹਨਤ ਕਰਦਾ ਆ, ਉਹਨੂੰ ਬੰਦੇ ਨੂੰ ਕ੍ਰੈਡਿਟ ਦੇ ਉੱਤੇ ਸਾਰਾ ਕੁਝ ਮਿਲ ਜਾਂਦਾ, ਕਾਰਾਂ ਵੀ ਮਿਲ ਜਾਂਦੀਆਂ, ਅਪਾਰਟਮੈਂਟਸ ਵੀ, ਜਿੱਥੇ ਅਪਾਰਟਮੈਂਟ ਲੈਣ ਜਾਣਾ ਉੱਥੇ ਵੀ ਕ੍ਰੈਡਿਟ ਚੈੱਕ ਹੋਣਾ। ਸੋ ਹਰ ਇੱਕ ਚੀਜ਼ ਉਹਨੂੰ, ਹਰ ਇੱਕ ਸਹੂਲਤ ਮਿਲ ਜਾਂਦੀ ਆ, ਐਜ਼ ਲੌਂਗ ਐਜ਼ ਜਿਹੜਾ ਬੰਦਾ ਆ ਉਹ ਪ੍ਰੋਪਰਲੀ ਤੁਸੀਂ ਟੈਕਸ ਭਰ ਰਹੇ ਹੈਗੇ ਆ, ਪ੍ਰੋਪਰਲੀ ਤੁਸੀਂ ਸਾਰਾ ਕੁਝ ਕਰ ਰਹੇ ਆ, ਤੇ ਤੁਹਾਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਆਟੋਮੈਟਿਕਲੀ ਤੁਹਾਡੀ ਗੋਦੀ 'ਚ, ਤੁਹਾਡੇ ਆਟੋਮੈਟਿਕਲੀ ਤੁਹਾਡੇ ਲੈਬ 'ਚ ਹਰ ਇੱਕ ਚੀਜ਼ ਆਉਣੀ ਸ਼ੁਰੂ ਹੋ ਜਾਂਦੀ। ਮੇਰੇ ਹਸਬੈਂਡ ਨੇ ਵੀ ਲੰਬੇ ਸਮੇਂ ਲਈ ਅਮਰੀਕਨ ਐਕਸਪ੍ਰੈਸ 'ਚ ਕੰਮ ਕੀਤਾ, ਐਂਡ ਹੀ ਆਲਸੋ ਯੂਜ਼ ਟੂ ਟੈਲ ਅਸ ਕਿ ਕ੍ਰੈਡਿਟ ਹਿਸਟਰੀ ਦਾ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਸ ਹੈ, ਕਿਉਂਕਿ ਸਾਡੇ ਇੰਡੀਆ 'ਚ ਤੇ ਕ੍ਰੈਡਿਟ ਕਾਰਡ ਹੀ ਇੰਨਾ ਔਖਾ ਮਿਲਦਾ ਵਾ ਕਿ ਕ੍ਰੈਡਿਟ ਹਿਸਟਰੀ ਬਣਾਉਣੀ ਕੀ ਹੁੰਦਾ ਹੈ, ਵੀ ਡੋਂਟ ਲਰਨ ਇਵਨ ਬਿਕਾਜ਼ ਇਟਸ ਵੈਰੀ ਟਫ, ਐਂਡ ਹੇਅਰ ਦ ਸਿਸਟਮ ਇਜ਼ ਟੋਟਲੀ ਡਿਫਰੈਂਟ। ਸੋ ਕ੍ਰੈਡਿਟ ਹਿਸਟਰੀ ਜਿਹੜਾ ਉਹ ਬਣਾਉਣਾ US ਕੈਨੇਡਾ ਵਰਗੇ ਕੰਟਰੀ 'ਚ ਜਿਹੜਾ ਉਹ ਬੜਾ ਇੰਪੋਰਟੈਂਟ ਆ। ਤੇ ਅਸੀਂ ਕੀ ਕਰ ਦਿੰਦੇ, ਸਾਨੂੰ ਲੱਗਦਾ ਕਿ ਕੋਈ ਗੱਲ ਨਹੀਂ, 20 ਦਿਨ ਲੇਟ ਹੋ ਗਈ ਪੇਮੈਂਟ, ਕਰ ਦਾਂਗੇ, ਥੋੜਾ ਜਿਹਾ ਫਾਈਨ ਪੈ ਜਾਏਗਾ। ਸੋ
ਆਈ ਥਿੰਕ ਇਦਾਂ ਦੀਆਂ ਛੋਟੀਆਂ ਮਿਸਟੇਕਸ ਜਿਹੜੀਆਂ ਕਿ ਈਜ਼ੀਲੀ ਅਵੋਇਡ ਹੋ ਸਕਦੀਆਂ ਵਾ, ਉਹ ਅਨਨੈਸੈਸਰੀਲੀ ਸਾਡਾ ਲੌਂਗ ਟਰਮ 'ਚ ਬੜਾ ਨੁਕਸਾਨ ਕਰ ਦਿੰਦੀਆਂ ਨੇ। ਅਦਰਵਾਈਜ਼ ਤੇ ਇੱਕ ਜੀ ਨਾਰਮਲ ਬੰਦਾ ਵੀ ਜਿਹੜਾ ਯੂਐਸ ਰਹਿੰਦਾ ਹੈ, ਮੇਰੇ ਖਿਆਲ 'ਚ ਕਿ ਜੇ ਉਹਦੀ ਸਿਰਫ ਕ੍ਰੈਡਿਟ ਹਿਸਟਰੀ ਠੀਕ ਹੋਵੇ ਤੇ ਉਹਦੇ ਕੋਲ ਇੱਕ ਤੋਂ ਜ਼ਿਆਦਾ ਕ੍ਰੈਡਿਟ ਉਹ ਆਪਣਾ ਬਿਲਡ ਕਰ ਸਕਦਾ ਕਿ ਜਿੰਨਾ ਮਰਜ਼ੀ ਲੋਨ ਲੈ ਸਕਦਾ ਜੇ ਉਹਨੇ ਰਾਈਟ ਤਰ੍ਹਾਂ ਕੀਤਾ ਸਾਰਾ ਕੁਝ ਤੇ। ਜੀ ਬਿਲਕੁਲ, ਮੈਂ ਉਸ ਮਾਰਗੇਜ ਕੰਪਨੀ ਚਲਾਉਣ ਦੇ ਟਾਈਮ ਦੇ ਉੱਤੇ ਮੈਂ ਜਿਹੜਾ 2002 ਤੋਂ ਲੈ ਕੇ ਜਾਂ 2001 ਤੋਂ ਲੈ ਕੇ ਮੈਂ 2010 ਤੱਕ 9 ਤੱਕ ਜਿਹੜੀ ਮਾਰਗੇਜ ਕੰਪਨੀ ਚਲਾਈ ਆਪਣੀ, ਸੋ ਉਹਦੇ ਵਿੱਚ ਰਹਿ ਕੇ ਇਹ ਇੱਕ ਗੱਲ ਸਿੱਖੀ ਹੈਗੀ ਆ ਕਿ ਕ੍ਰੈਡਿਟ ਜਿਹੜਾ ਹੈਗਾ ਨਾ ਉਹ ਇੰਨਾ ਕੁ ਇੰਪੋਰਟੈਂਟ ਹੈਗਾ ਹਰ ਇੱਕ ਬੰਦੇ ਲਈ, ਹਰ ਇੱਕ ਇਨਸਾਨ ਲਈ ਇੰਨਾ ਕੁ ਇੰਪੋਰਟੈਂਟ ਆ ਕਿ ਤੁਸੀਂ ਇਹ ਯਕੀਨ ਮੰਨੋ ਕਿ ਜੇ ਤੁਹਾਡਾ ਇੱਥੇ ਹੁਣ ਮੈਂ ਆਪਣੀ ਅਗੇਨ ਐਗਜ਼ਾਮਪਲ ਮੈਂ ਆਪਣੀ ਲੈ ਆਉਣਾ ਵਿੱਚ, ਅਸੀਂ ਹੁਣ ਕੰਪਨੀ ਜਿਹੜੀ ਪਿਛਲੇ 4 ਸਾਲ ਤੋਂ ਰਨ ਕਰ ਰਹੇ ਹੈਗੇ ਆ, ਸਾਰਾ ਕੁਝ ਕਰ ਰਹੇ ਆ ਨਾ, ਤੇ ਪ੍ਰੋਪਰਲੀ ਅਸੀਂ ਟੈਕਸ ਭਰਦੇ ਆ। ਇਸ ਵਾਰੀ ਵੀ ਸਾਨੂੰ ਕਾਫੀ ਟੈਕਸ ਜਿਹੜਾ ਪਿਆ ਹੈਗਾ। ਸੋ ਪਰ ਜੇ ਦੇਖੋ ਟੈਕਸ ਲਈ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜੇ ਟੈਕਸ ਭਰਿਆ, ਜੇ ਕਮਾਏ ਆ ਤਾਂ ਭਰਿਆ ਨਾ, ਜੇ ਮੈਂ ਕਮਾਏ ਨਹੀਂ ਤੇ ਮੇਰੇ ਕੋਲ ਗਵਰਨਮੈਂਟ ਨੇ ਲੈ ਤਾਂ ਨਹੀਂ ਗਈ ਨਾ, ਉਦਾਂ ਹੀ ਖਿੱਚ ਕੇ ਨਹੀਂ ਨਾ ਲੈ ਗਈ, ਮੈਂ ਕਮਾਏ ਆ ਤਾਂ ਮੈਂ ਦਿੱਤੇ ਆ, ਠੀਕ ਹੈ ਨਾ। ਸੋ ਜੇ ਦਿੱਤੇ ਆ ਤੇ ਉਹਦੇ ਲਈ ਇਹ ਵੀ ਇੱਕ ਖੁਸ਼ੀ ਹੁੰਦੀ ਆ ਕਿ ਅੱਜ ਹੁਣ ਮੈਨੂੰ ਮੇਰੇ ਬੁੱਕ ਕੀਪਰ ਦੀ ਕਾਲ ਆਈ ਆ ਕਿ ਕਿ ਤੁਹਾਡਾ ਜਿਹੜਾ ਬੈਂਕ ਹੈਗਾ ਆ, he is willing to offer you 100,000 ਦੀ ਕ੍ਰੈਡਿਟ ਲਾਈਨ ਜਿਹੜੀ ਆਫਰ ਕਰਨੀ ਚਾਹੁੰਦਾ ਆ। ਸੋ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਆਟੋਮੈਟਿਕਲੀ ਬੈਂਕਸ ਆਟੋਮੈਟਿਕਲੀ ਤੁਹਾਨੂੰ ਘਰ ਲੈਟਰ ਆਉਂਦੇ ਆ ਕਿ ਸਾਡਾ ਕ੍ਰੈਡਿਟ ਕਾਰਡ ਲੈ ਲਓ, ਤੁਹਾਨੂੰ ਕਾਰ ਦਾ ਲੋਨ ਦਾ ਲੈਟਰ ਆਉਂਦਾ ਆ, ਤੁਹਾਨੂੰ ਹੋਮ ਲੋਨ ਦੇ ਲੈਟਰ ਆਉਂਦੇ ਆ ਕਿ ਪਲੀਜ਼ ਸਾਡੇ ਕੋਲ ਆਓ ਤੁਹਾਡਾ, ਕਿਉਂਕਿ ਇੱਥੇ ਹਰ ਚੀਜ਼ ਜਿਹੜੀ ਆ ਤੁਹਾਡੀ ਕਾਊਂਟ ਹੁੰਦੀ ਆ। ਇੱਕ ਪੇਮੈਂਟ ਜਿਹੜੀ ਆ ਤੁਸੀਂ ਲੇਟ ਦਿੱਤੀ ਆ, ਉਹ ਪੇਮੈਂਟ ਤੁਹਾਡੇ ਅਗੇਂਸਟ ਕਾਊਂਟ ਹੁੰਦੀ ਆ। ਡਿਫਰੈਂਸ ਬਹੁਤ ਹੈ ਨਾ, ਕੰਟਰੀ ਵਾਈਜ਼ ਬਹੁਤ ਡਿਫਰੈਂਸ ਹੈਗਾ, ਬਿਕਾਜ਼ ਇਫ ਵੀ ਡੂ ਦ ਸੇਮ ਥਿੰਗ ਵਾਟ ਵੀ ਡੂ ਇਨ ਯੂਐਸ, ਜੇ ਉਹੀ ਚੀਜ਼ਾਂ ਅਸੀਂ ਪੰਜਾਬ 'ਚ ਕਰਦੇ ਆ ਤੇ ਉਹ ਫੈਸਿਲਿਟੀਜ਼ ਸਾਨੂੰ ਨਹੀਂ ਮਿਲਦੀਆਂ, ਤੇ ਸਾਡੀ ਆਦਤ ਵਿੱਚ ਇਹ ਚੀਜ਼ ਜਿਹੜੀ ਆ ਉਹ ਨਹੀਂ ਹੈਗੀ। ਸਪੋਜ਼ ਮੈਂ 20 ਲੱਖ ਟੈਕਸ ਭਰਿਆ ਤੇ ਆਈ ਡੋਂਟ ਥਿੰਕ ਸੋ ਕਿ ਸਾਡੀ ਬੈਂਕ ਜਿਹੜੀ ਆ ਉਹ ਇਹਨੂੰ ਕੰਸੀਡਰ ਕਰੇਗੀ ਕਿ ਤੁਸੀਂ ਅੱਛਾ 20 ਲੱਖ ਟੈਕਸ ਭਰਿਆ ਤੇ ਤੁਹਾਨੂੰ 20 ਲੱਖ ਹੀ ਲੋਨ ਦੇ ਦਈਏ। ਮਤਲਬ ਜਿਹੜਾ ਇੱਕ 20 ਲੱਖ ਪੇ ਕਰਨ ਦੀ ਕਪੈਸਿਟੀ ਵਾਲਾ ਬੰਦਾ ਵਾ ਟੈਕਸ, ਉਹਨੂੰ ਨਹੀਂ ਇਹ ਵਾਲੀ ਫੈਸਿਲਿਟੀ ਹੈਗੀ ਇੱਥੇ ਕਿ ਉਹ ਇਨਸਟੈਂਟ ਲੋਨ ਲੈ ਸਕੇ, ਉਹਨੂੰ ਵੀ ਕੋਲੈਟਰਲ ਦੇਣਾ ਪੈਂਦਾ ਹੈ, ਬੜੀਆਂ ਪ੍ਰੋਬਲਮਸ ਨੇ। ਤੁਸੀਂ ਇਹ ਦੇਖੋ ਕਿ ਇੱਥੇ ਜਿਹੜਾ ਮਿਨੀਮਮ ਵੇਜ ਤੇ ਕੰਮ ਕਰਦਾ ਹੈ ਨਾ, ਜੇ ਉਹ ਵੀ ਆਪਣਾ ਪ੍ਰੋਪਰਲੀ ਟੈਕਸ ਸਾਰਾ ਭਰਦਾ ਹੈ ਤੇ ਆਪਣਾ ਪ੍ਰੋਪਰਲੀ ਸਾਰਾ ਕੁਝ ਟੇਕ ਕੇਅਰ ਕਰਦਾ ਆ, ਉਹਨੂੰ ਵੀ ਜਿਹੜਾ ਕ੍ਰੈਡਿਟ ਕਾਰਡ ਆ ਉਹਨੂੰ ਘਰ ਚੱਲ ਕੇ ਜਿਹੜਾ ਕ੍ਰੈਡਿਟ ਕਾਰਡ ਆਉਂਦਾ ਆ, ਉਹਨੂੰ ਘਰ ਚੱਲ ਕੇ ਉਹਨੂੰ ਮਾਰਗੇਜ ਦੀਆਂ ਸਾਰੀਆਂ ਜਿਹੜੀਆਂ ਉਹਨੇ ਜਿਹੜਾ ਲੋਨ ਲੈਣਾ ਹੈਗਾ ਉਹਨੂੰ ਘਰ ਤੱਕ ਜਿਹੜੀਆਂ ਇਹ ਚੀਜ਼ਾਂ ਸਾਰੀਆਂ ਸਹੂਲਤਾਂ ਮਿਲਦੀਆਂ ਹੈਗੀਆਂ। ਸੋ ਡੈਫੀਨੇਟਲੀ ਤੁਹਾਡੇ ਕਹਿਣ ਦਾ ਮਤਲਬ ਮੈਂ ਸਮਝਦਾ, ਕਿਉਂਕਿ ਸਾਰਾ ਕੁਝ ਕਰਦੇ ਹੋਏ ਵੀ ਉੱਥੇ ਕੁਝ ਨਹੀਂ ਹੈਗਾ, ਪਰ ਇੱਥੇ ਜੇ ਤੁਸੀਂ ਥੋੜਾ ਜਿਹਾ ਵੀ ਕਰਦੇ ਆ ਤਾਂ ਗਵਰਨਮੈਂਟ ਤੁਹਾਡੇ ਲਈ ਜਿਹੜਾ ਸਿਸਟਮ ਹੈਗਾ ਉਹ ਤੁਹਾਡੇ ਲਈ ਬਹੁਤ ਵਧੀਆ ਵਰਕ ਕਰਦਾ। ਜਿੰਨੀ ਮਿਹਨਤ ਅਸੀਂ ਪੰਜਾਬ 'ਚ ਕਰਦੇ ਆ, ਜੇ ਇਹੀ ਅਸੀਂ ਬਾਹਰਲੇ ਕੰਟਰੀ 'ਚ ਜਾ ਕੇ ਕਰੀਏ ਤੇ ਆਬਵੀਅਸਲੀ ਕਿ ਸਾਨੂੰ ਜਿਹੜੀ ਰਿਟਰਨ ਆ ਬਹੁਤ ਜ਼ਿਆਦਾ, ਕਿਉਂਕਿ ਉਹੀ ਕਿ ਪੰਜਾਬੀ ਮਿਹਨਤੀ ਬੜੇ ਆ, ਦਿਨ ਰਾਤ ਲਾ ਕੇ ਪੂਰਾ ਜੀ ਜਾਨ ਲਾ ਕੇ ਕੰਮ ਕਰ ਸਕਦੇ ਆ। ਸੋ ਇੱਕ ਕੁਐਸਚਨ ਮੇਰਾ ਬੜਾ ਇੰਪੋਰਟੈਂਟ ਸੀ ਕਿ ਜੋ ਆਈ ਵਾਂਟਡ ਟੂ ਆਸਕ ਕਿ ਵੂਮਨ ਦਾ ਕਿਵੇਂ ਦਾ ਹੈਗਾ ਟਰੱਕਿੰਗ 'ਚ ਰੋਲ, ਤੁਸੀਂ ਡੂ ਯੂ ਨੋ ਕਿ ਜਿਹੜਾ ਵੂਮਨ ਟਰੱਕਿੰਗ ਕਰਦੀਆਂ ਨੇ ਯੂਐਸ 'ਚ? ਬਿਲਕੁਲ ਜੀ, ਵੀ ਨੋ ਅ ਲਾਟ ਆਫ ਵੂਮਨ ਜਿਹੜੀਆਂ ਹੈਗੀਆਂ ਟਰੱਕਿੰਗ ਕਰਦੀਆਂ ਹੈਗੀਆਂ, ਖਾਸ ਕਰਕੇ ਕੈਨੇਡਾ ਦੇ ਵਿੱਚ ਕਾਫੀ ਰੁਝਾਨ ਵੱਧ ਰਿਹਾ ਹੈਗਾ, ਜਿਹਦੇ ਵਿੱਚ ਕਿ ਹਸਬੈਂਡ ਵਾਈਫ ਦੋਨੋਂ ਐਜ਼ ਅ ਟੀਮ ਟਰੱਕ ਚਲਾਉਂਦੇ ਹੈਗੇ ਆ। ਔਰ ਮੈਂ ਜਦੋਂ ਖੁਦ ਟਰੱਕ ਚਲਾਉਂਦਾ ਸੀਗਾ, ਮੈਨੂੰ ਕਈ ਵਾਰੀ ਮੌਕਾ ਮਿਲਿਆ ਰਸਤੇ ਦੇ ਵਿੱਚ ਕਿ ਆਪਣੀਆਂ ਕੁੜੀਆਂ ਜਿਹੜੀਆਂ ਹੈਗੀਆਂ ਪੰਜਾਬਣਾਂ, ਉਹਨਾਂ ਦੀ ਟੀਮ ਨਾਲ ਮਿਲਣ ਦਾ ਮੌਕਾ ਮਿਲਿਆ, ਉਹ ਵੀ ਕੈਨੇਡਾ ਤੋਂ ਸੀ। ਸਾਡੇ ਯੂਐਸ ਦੇ ਵਿੱਚ ਰੁਝਾਨ ਥੋੜਾ ਜਿਹਾ ਜੇ ਘੱਟ ਹੈਗਾ, ਪਰ ਜੇ ਅਮਰੀਕਨ ਜਿਹੜੀ ਹੈਗੀ ਆ ਸੁਸਾਇਟੀ ਹੈਗੀ ਆ, ਇਹਦੇ ਵਿੱਚ ਵੂਮਨ ਇਨ ਟਰੱਕਿੰਗ ਇੱਕ ਐਸੋਸੀਏਸ਼ਨ ਹੈਗੀ ਆ, ਸਾਡਾ ਬੜਾ ਉਹਨਾਂ ਨਾਲ ਕਲੋਜ਼ਲੀ ਰਿਲੇਸ਼ਨਸ਼ਿਪ ਹੈਗਾ। ਟਾਈਮ ਟੂ ਟਾਈਮ ਅਸੀਂ ਉਹਨਾਂ ਦੇ ਆਰਟੀਕਲਸ ਜਿਹੜੇ ਆਪਣੇ ਵੈਬਸਾਈਟ ਦੇ, ਆਪਣੀ ਮੈਗਜ਼ੀਨ ਦੇ ਵਿੱਚ ਲਿਆਉਂਦੇ ਰਹਿੰਦੇ ਆ ਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਪਰ ਬਿਲਕੁਲ ਸਾਡੇ ਕਲੋਜ਼ ਹੈਗੇ ਆ, ਮੇਰੇ ਫਰੈਂਡਸ ਹੈਗੇ ਆ ਵੀ, ਮੇਰੇ ਖਿਆਲ 6 ਸਾਲ ਪਹਿਲਾਂ, ਇੱਥੋਂ 6 ਕਿ 7 ਸਾਲ ਪਹਿਲਾਂ ਆਪਣੇ ਪੰਜਾਬ ਤੋਂ ਮੂਵ ਹੋਏ ਆ, ਤੇ ਉਹ ਮੇਰੇ ਇੱਕ ਕਾਫੀ ਗੁੱਡ ਐਗਜ਼ਾਮਪਲ ਹੈਗੇ ਆ। ਸ਼ੀ ਵਾਜ਼ ਪ੍ਰੋਫੈਸਰ ਉੱਥੇ ਇੰਡੀਆ ਦੇ ਵਿੱਚ, ਕਾਲਜ ਦੇ ਵਿੱਚ ਪ੍ਰੋਫੈਸਰ ਸਨ ਜਿਹੜੇ ਉਹਨਾਂ ਦੇ ਮਿਸਿਸ ਹੈਗੇ ਆ ਗੁਰਜੀਤ, ਤੇ ਉਹ ਹੁਣ ਇੱਥੇ ਉਹਨਾਂ ਨੇ ਟਰੱਕ ਵੀ ਚਲਾਇਆ ਹੈਗਾ, ਤੇ ਹੁਣ ਉਹ 7 ਤੋਂ 8 ਟਰੱਕਾਂ ਦੀ ਕੰਪਨੀ ਜਿਹੜੀ ਰਨ ਕਰਦੇ ਆ, ਖੁਦ ਆਪ ਸ਼ੀ ਰਨਸ ਇਟ ਹਰਸੈਲਫ। ਸ਼ੀ ਇਜ਼ ਅ ਵੈਰੀ ਗੁੱਡ ਐਗਜ਼ਾਮਪਲ ਕਿ ਕਿਵੇਂ ਉੱਥੋਂ ਆਣ ਕੇ ਇੱਥੇ ਜਿਹੜੀਆਂ ਲੇਡੀਜ਼ ਵੀ ਹੈਗੀਆਂ, ਦੇ ਕੈਨ ਡੈਫੀਨੇਟਲੀ ਸਕਸੀਡ ਇਨਟੂ ਇਟ। ਐਂਡ ਮਨਦੀਪ, ਇੱਥੇ ਕੋਈ ਉਹ ਨਹੀਂ ਹੈਗਾ ਕਿ ਕੋਈ ਵਿਤਕਰਾ ਕਰਦਾ ਆ ਕਿ ਇਹ ਲੇਡੀ ਚਲਾ ਰਹੀ ਆ ਇਹ ਜੇ ਜਾਂ ਹੋਰ ਕੋਈ ਚਲਾ ਰਿਹਾ, ਨਹੀਂ, ਇੱਦਾਂ ਦਾ ਕੋਈ ਵਿਤਕਰਾ ਨਹੀਂ ਹੈਗਾ। ਔਰ ਸੀਰੀਅਸਲੀ ਇੱਥੇ ਤਾਂ ਬਹੁਤ ਫੈਸਿਲਿਟੀਜ਼ ਹੈਗੀਆਂ ਕਿ ਜੇ ਤੁਸੀਂ ਵੂਮਨ ਓਨਡ ਕੰਪਨੀ ਹੈਗੀ ਆ 100%, ਉਹਨੂੰ ਪ੍ਰੈਫਰੈਂਸ ਹੈਗੀ ਆ ਕਿ ਉਹਨੂੰ ਲੋਡ ਵੀ ਵਧੀਆ ਮਿਲਦੇ ਆ, ਉਹਨੂੰ ਬਾਹਰ
ਮਾਰਕੀਟ ਦੇ ਵਿੱਚ ਕੰਪਨੀਜ਼ ਦੇ ਵਿੱਚ ਉਹਦਾ ਜਿਹੜਾ ਨੰਬਰ ਹੈਗਾ, ਜੇ ਲਾਈਨ ਦੇ ਵਿੱਚ 10 ਕੰਪਨੀਆਂ ਲੱਗੀਆਂ ਹੈਗੀਆਂ ਤੇ 10 ਦੇ ਵਿੱਚੋਂ 9 ਮੇਲ ਓਨਡ ਹੈਗੀਆਂ, ਇੱਕ ਫੀਮੇਲ ਓਨਡ ਹੈਗੀ ਆ, ਉਹਦੇ ਕੋਲ ਸਰਟੀਫਿਕੇਸ਼ਨ ਹੈਗੀ ਆ, ਉਹ ਲਾਈਨ ਦੇ ਵਿੱਚ ਸਾਰਿਆਂ ਨੂੰ ਅੱਗੇ ਪਹੁੰਚਾ ਦੇਣਗੇ, ਉਹਨੂੰ ਪਹਿਲਾ ਮੌਕਾ ਵੀ ਦਿੱਤਾ ਜਾਊਗਾ। ਸੋ ਵਿਮਨ ਨੂੰ ਟਰੱਕਿੰਗ ਦੇ ਵਿੱਚ ਐਕਚੁਅਲੀ ਇੱਥੇ ਬਹੁਤ ਜ਼ਿਆਦਾ ਪ੍ਰੋਤਸਾਹਿਤ ਕੀਤਾ ਜਾ ਰਿਹਾ, ਪੁਸ਼ ਕੀਤਾ ਜਾ ਰਿਹਾ ਕਿ ਵਿਮਨ ਜਿਹੜੇ ਆ ਉਹ ਟਰੱਕਿੰਗ ਦੇ ਵਿੱਚ ਆਉਣ। ਤੇ ਮੇਰੇ ਖਿਆਲ ਦੇ ਵਿੱਚ ਕਿਸੇ ਹੱਦ ਤੱਕ ਮੈਂ ਇਹ ਵੀ ਕਹਿ ਸਕਦਾ ਕਿ ਵਿਮਨ ਜਿਹੜੇ ਹੈਗੇ ਆ ਉਹ ਟਰੱਕਿੰਗ ਦੇ ਵਿੱਚ ਬੈਟਰ ਡਰਾਈਵਰ। ਬਹੁਤ ਹੀ ਵਧੀਆ, ਮੈਨੂੰ ਲੱਗਦਾ ਬਹੁਤ ਸਾਰੀ ਵਿਮਨ ਇੰਪ੍ਰੈਸ ਹੋ ਜਾਣਗੀਆਂ ਤੇ ਦੇ ਵਿਲ ਬੀ ਐਨਕਰੇਜਡ ਕਿ they can see into it, because ਹੁਣ ਵਾਕਈ ਕੋਈ ਇੰਨਾ ਡਿਫਰੈਂਸ ਨਹੀਂ ਰਿਹਾ। ਮੇਰਾ ਬੜਾ ਅੱਛਾ ਐਕਸਪੀਰੀਅੰਸ ਸੀ, ਮੈਂ ਪੋਰਟਲੈਂਡ ਤੋਂ ਸਿਆਟਲ ਮੈਂ ਗਈ ਸੀ। ਵੱਡੀਆਂ ਵੱਡੀਆਂ ਸ਼ਟਲਸ ਜਿਹੜੀਆਂ ਕਿੰਨੀਆਂ ਵੱਡੀਆਂ ਹੁੰਦੀਆਂ, ਸੋ ਮੇਰੀ ਜਿਹੜੀ ਆ ਸ਼ਟਲ ਸੀ ਇੱਕ ਵੂਮਨ ਡਰਾਈਵਰ ਸੀ, ਤੇ ਦੈਟ ਵਾਸ ਦ ਫਰਸਟ ਟਾਈਮ ਆਈ ਹੈਵ ਸੀਨ ਐਨੀਬਡੀ। ਤੇ ਮੈਨੂੰ ਬੜਾ ਜ਼ਿਆਦਾ ਆਈ ਵਾਸ ਸੋ ਇੰਪ੍ਰੈਸਡ, ਕਿਉਂਕਿ ਜਦੋਂ ਕੋਈ ਵੱਡੀ ਗੱਡੀ ਚਲਾਉਂਦਾ ਹੈ ਤੇ ਇਟ ਇਜ਼ ਕਿ ਕਿੰਨਾ ਕਿ ਐਫੀਸ਼ੀਐਂਟ ਚਲਾ ਲੇਗਾ। ਸੋ ਵੂਮਨ ਨੂੰ ਹੀ ਕਈ ਵਾਰੀ ਡਾਊਟ ਹੋ ਜਾਂਦਾ ਹੈ ਕਿ ਅੱਛਾ ਵੂਮਨ ਚਲਾ ਰਹੀ ਹੈ, ਬਿਕੋਜ਼ ਇਟਸ ਨਾਟ ਅ ਵੂਮਨ ਓਰੀਐਂਟਡ ਪ੍ਰੋਫੈਸ਼ਨ। ਤੇ ਬਿਲਕੁਲ ਇਹਦੇ ਵਿੱਚ ਇੱਕ ਗੱਲ ਹੋ ਰਿਹਾ ਮਨਦੀਪ, ਜਿੰਨੀਆਂ ਸਕੂਲ ਬੱਸਿਸ ਹੈਗੀਆਂ, ਜਿੰਨੀਆਂ ਸਿਟੀ ਬੱਸਿਸ ਹੈਗੀਆਂ, ਉਹਨਾਂ ਦੇ ਵਿੱਚ ਮੈਜੋਰਟੀ ਜਿਹੜੀਆਂ ਵਿਮਨ ਹੈਗੀ। ਮੇਜਰ ਜਿਹੜੀਆਂ ਟਰੱਕਿੰਗ ਇੰਡਸਟਰੀ 'ਚ ਜਿਹੜੇ ਇਨੀਸ਼ੀਅਲ ਬਿਜ਼ਨਸਮੈਨ ਆ, ਸੋ ਵਾਟ ਕਾਈਂਡ ਆਫ ਮਿਸਟੇਕਸ ਜਿਹੜੀਆਂ ਉਹਨਾਂ ਕੋਲੋਂ ਹੋ ਜਾਂਦੀਆਂ, ਐਂਡ ਕੋਈ ਇੱਕ ਦੋ ਮਿਸਟੇਕਸ ਦੱਸੋਗੇ ਜਿਹੜੀਆਂ ਇਹਨਾਂ ਕੋਲ ਹੋ ਜਾਂਦੀਆਂ, ਐਂਡ ਹਾਊ ਦੇ ਕੈਨ ਕਰੈਕਟ ਇਟ, ਕਿਉਂਕਿ ਕਈ ਸਿਚੁਏਸ਼ਨ 'ਚ ਪਏ ਹੋਣੇ ਹੁਣ ਕਿ ਜਿੰਨਾ ਕੋਈ ਇਹ ਵਾਲੀ ਮਿਸਟੇਕ ਹੋ ਗਈ ਆ ਟਰੱਕਿੰਗ 'ਚ, ਰਾਈਟ? ਸੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਬਹੁਤ ਕਾਮਨ ਨੇ, ਬਹੁਤ ਮੇਜਰ ਨੇ, ਤੇ ਉਹਨਾਂ ਚੋਂ ਕਿਵੇਂ ਉੱਭਰ ਕੇ ਬਾਹਰ ਆ ਸਕਦੇ ਆ? ਇੱਕ ਸਾਰਿਆਂ ਨੂੰ ਜਿਹੜੀ ਕਾਮਨ ਮਿਸਟੇਕ ਹੈ ਕਿ ਡੂ ਨਾਟ ਬਿਲੀਵ ਔਨ ਸਮਬਡੀਜ਼ ਵਰਡ। ਜਿੰਨੀ ਦੇਰ ਤੱਕ ਤੁਸੀਂ ਆਪਣੇ ਫੀਟ ਵੈਟ ਨਹੀਂ ਕਰਦੇ ਉਸ ਬਿਜ਼ਨਸ ਦੇ ਵਿੱਚ, ਜਿੰਨੀ ਦੇਰ ਤੱਕ ਤੁਸੀਂ, ਮੰਨ ਲਿਆ ਤੁਹਾਡੇ ਕੋਲ ਪੈਸੇ ਹੈਗੇ ਆ, ਮੰਨ ਲਿਆ ਤੁਸੀਂ ਟਰੱਕਿੰਗ ਕੰਪਨੀ, ਟਰੱਕਿੰਗ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ, ਕਿਸੇ ਦੇ ਦਫ਼ਤਰ ਦੇ ਵਿੱਚ ਕੰਮ ਕਰ ਲਓ, ਆਪਣੇ ਇੰਡੀਅਨ ਦੇ ਨਹੀਂ ਕਰਨਾ, ਗੋਰੇ ਦੇ ਕਰ ਲਓ। ਐਕਸਪੀਰੀਅੰਸ, as long as you get your feet wet, ਤੁਸੀਂ ਜਿੰਨੀ ਦੇਰ ਤੱਕ ਆਪਣੇ ਫੀਟ ਵੈਟ ਨਹੀਂ ਕਰਦੇ, ਜਿੰਨੀ ਦੇਰ ਤੱਕ ਉਸ ਕਿੱਤੇ ਦੇ ਵਿੱਚ ਤੁਸੀਂ ਜੁੜਦੇ ਨਹੀਂ ਐਜ਼ ਅ EMPLOYEE ਦੇ ਤੌਰ ਤੇ, ਤੁਹਾਨੂੰ ਉਸ ਕਿੱਤੇ ਦਾ ਦੂਜੀ ਸਾਈਡ ਜਿਹੜੀ ਕਦੀ ਨਹੀਂ ਪਤਾ ਲੱਗਦੀ। ਸੋ ਤੁਸੀਂ ਇੱਕੋ ਸਾਈਡ ਹੀ ਤੁਹਾਨੂੰ ਦਿਖਾਈ ਜਾਂਦੀ ਆ, ਬਹੁਤ ਪੈਸੇ ਬਣਦੇ ਆ, ਠੀਕ ਆ, ਉਹ ਬਹੁਤ ਪੈਸੇ ਬਣਦੇ ਜਿਹੜੇ ਆ ਉਹ ਆਲਵੇਜ਼ ਗੋਜ਼ ਡਾਊਨ ਦਾ ਡਰੇਨ। ਕਿਉਂਕਿ ਜਦੋਂ ਤੁਸੀਂ ਇੱਥੇ ਦੇਖੋ, ਹੁਣ ਇਸ ਵੇਲੇ ਐਡਾ ਵੱਡਾ ਮੁੱਦਾ ਚੱਲ ਰਿਹਾ ਹੈਗਾ, ਇੰਸ਼ੋਰੈਂਸ ਰੇਟਸ ਇੰਨੇ ਹਾਈ ਹੋ ਚੁੱਕੇ ਹੈਗੇ ਆ। ਮੈਂ 10 ਸਾਲ ਪਹਿਲਾਂ ਕੋਈ 8,000 ਤੋਂ 9,000 ਡਾਲਰ ਸਾਲ ਦਾ ਮੇਰਾ ਇੰਸ਼ੋਰੈਂਸ ਦਾ ਪ੍ਰੀਮੀਅਮ ਹੁੰਦਾ ਸੀ ਟਰੱਕ ਦਾ, ਤੇ ਇਸ ਵੇਲੇ ਉਹ ਜਿਹੜੇ 8 ਤੋਂ 9,000 ਵਾਲਾ ਪ੍ਰੀਮੀਅਮ ਆ ਉਹ ਵੱਧ ਕੇ ਇਸ ਵੇਲੇ 25 ਤੋਂ 30,000 ਹੋ ਚੁੱਕਾ। ਔਰ ਕਾਂਗਰਸ ਦੇ ਵਿੱਚ ਗੱਲ ਚੱਲ ਰਹੀ ਆ ਕਿ ਜਿਹੜੀ ਇਸ ਵੇਲੇ 7.5 ਲੱਖ ਦੀ ਲਿਮਿਟ ਹੈਗੀ ਆ ਇੰਸ਼ੋਰੈਂਸ ਦੀ, ਲਾਇਬਿਲਿਟੀ ਇੰਸ਼ੋਰੈਂਸ ਦੀ, ਉਹਨੂੰ ਵਧਾ ਕੇ 2 ਮਿਲੀਅਨ ਕਰ ਦਿੱਤਾ ਜਾਵੇ। ਸੋ ਜੇ ਤੁਸੀਂ ਇਹ ਦੇਖੋ ਨਾ ਕਿ ਉਹ ਖਰਚੇ ਅਕਾਊਂਟਿੰਗ 'ਚ ਹੀ ਨਹੀਂ ਆਉਂਦੇ, ਕਈ ਲੋਕੀ ਉਹਨੂੰ ਦੇਖਦੇ ਹੀ ਨਹੀਂ। ਔਰ ਹੁਣ ਵੀ ਅੱਜ ਦੇ ਜ਼ਮਾਨੇ 'ਚ ਇਹ ਹੁੰਦਾ ਆ ਕਿ ਕਈ ਲੋਕੀ ਜਾਂਦੇ ਆ ਔਰ ਉਹ ਟਰੱਕ ਲੈਂਦੇ ਆ, ਟਰੱਕ ਲੈ ਕੇ ਸਾਰਾ ਕੁਝ ਕਰਕੇ ਜਦੋਂ ਇੰਸ਼ੋਰੈਂਸ ਲੈਣ ਜਾਂਦੇ ਆ, ਅਗਲਾ ਕਹਿੰਦਾ ਤੇਰੇ 30,000 35,000 ਤੇਰਾ ਇੰਸ਼ੋਰੈਂਸ ਦਾ, ਕਿਉਂਕਿ ਤੇਰਾ ਨਵਾਂ ਲਾਇਸੈਂਸ ਆ, ਤੂੰ ਬਿਲਕੁਲ ਨਵਾਂ ਬ੍ਰਾਂਡ ਨਿਊ ਬੰਦਾ ਆ, ਸੋ ਇਸ ਕਰਕੇ ਤੇਰਾ ਇੰਸ਼ੋਰੈਂਸ ਰੇਟ ਵੱਧ ਹੋਣਾ। ਸੋ ਇਸ ਕਰਕੇ ਵੀ ਮੈਂ ਇੱਕ ਜਿਹੜਾ ਸੁਜੈਸ਼ਨ ਹਮੇਸ਼ਾ ਦਿੰਦਾ 2 ਸਾਲ ਦੀ, ਕਿਉਂਕਿ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਤੁਹਾਡਾ ਲਾਇਸੈਂਸ ਐਟਲੀਸਟ 2 ਸਾਲ ਪੁਰਾਣਾ ਮੰਗਦੀ ਆ ਜੇ ਤੁਸੀਂ ਆਪਣਾ ਟਰੱਕ ਲੈ ਕੇ ਇੰਸ਼ੋਰੈਂਸ ਕਰਾਉਣੀ ਆ। ਸੋ ਜੇ ਤੁਹਾਡਾ ਲਾਇਸੈਂਸ 2 ਸਾਲ ਪੁਰਾਣਾ ਨਹੀਂ ਹੈਗਾ ਤੇ ਤੁਹਾਨੂੰ ਇੰਸ਼ੋਰੈਂਸ ਬਹੁਤ ਜ਼ਿਆਦਾ ਹਾਈ ਮਿਲਦੀ ਆ। ਸੋ ਇੱਕ ਤਾਂ ਇਹ ਗਲਤੀ ਹੈਗੀ ਆ ਕਿ ਡੂ ਨਾਟ ਬਲੀਵ ਸਮਬਡੀ। ਜੇ ਕੋਈ ਬੰਦਾ ਕਹਿੰਦਾ ਮੇਰੇ ਨਾਲ 4 ਟਰੱਕ ਪਾ ਦਿਓ ਤੇ ਤੁਹਾਨੂੰ 10,000 ਮਹੀਨਾ ਦੇਈ ਜਾਊਗਾ, ਨੋ, ਇਟਸ ਨਾਟ ਗੋਇੰ ਟੂ ਹੈਪਨ, ਠੀਕ ਆ। ਉਹਦਾ ਘਰ ਪੂਰਾ ਹੋ ਜਾਊਗਾ ਪਰ ਲੇਕਿਨ ਤੁਹਾਡਾ ਕਦੀ ਨਹੀਂ ਪੂਰਾ ਹੋਣਾ। ਵੈਰੀ ਵੈਰੀ ਰੇਅਰ ਹੈਗਾ ਕਿ ਜਿੱਥੇ ਇਦਾਂ ਦਾ ਕੋਈ ਜਿਹੜਾ ਮਾਡਲ ਹੈਗਾ ਸਕਸੈਸਫੁਲ ਹੋਵੇ। ਦੂਜਾ ਜਿਹੜਾ ਹੈਗਾ ਆ ਕਿ ਤੁਸੀਂ ਜਿਹੜਾ ਟਰੱਕਿੰਗ ਹੈਗੀ ਆ, ਟਰੱਕਿੰਗ ਬੜੀ ਵੋਲੇਟਾਈਲ ਹੈ, ਤੁਹਾਨੂੰ ਹਰ ਇੱਕ ਐਸਪੈਕਟ ਦੇਖਣਾ ਪੈਂਦਾ, ਡੀਜ਼ਲ ਰੇਟਸ ਦੇਖਣੇ ਪੈਂਦੇ ਆ। ਹੁਣ ਅਸੀਂ ਜਦੋਂ ਕੰਮ ਕਰਦੇ ਹਾਂ, ਮੈਜੋਰਟੀ ਜਿਹੜਾ ਹੁਣ ਕੰਟਰੈਕਟ ਰੇਟ ਆ ਉਹ ਡਿਫਰੈਂਟ ਹੈਗਾ, ਸਪਾਟ ਮਾਰਕੀਟ ਡਿਫਰੈਂਟ ਹੈਗੀ। ਸਪਾਟ ਮਾਰਕੀਟ ਇਜ਼ ਜਸਟ ਲਾਈਕ ਅ ਸਟਾਕ ਮਾਰਕੀਟ। ਤੁਸੀਂ ਐਵਰੀ ਡੇ, ਐਵਰੀ ਮਿੰਟ, ਤੁਸੀਂ ਸਵੇਰੇ 5 ਵਜੇ ਉੱਠ ਕੇ ਤੁਸੀਂ ਕੰਪਿਊਟਰ ਤੇ ਬੈਠ ਜਾਣਾ, ਲੋਡ ਬੋਰਡ ਬੈਠ ਜਾਣਾ, ਜਿੱਦਾਂ ਜਿੱਦਾਂ ਲੋਡ ਪੋਸਟ ਹੋ ਰਹੇ ਆ ਤੁਸੀਂ ਕੰਟੀਨਿਊਸਲੀ ਤੁਸੀਂ ਯੂ ਹੈਵ ਟੂ ਵਾਚ ਇਟ, ਯੂ ਹੈਵ ਟੂ ਕਾਲ ਈਚ ਐਂਡ ਐਵਰੀ ਕਸਟਮਰ, ਜਿਹੜਾ ਬ੍ਰੋਕਰ ਹੈਗਾ, ਬਾਰਗੇਨਿੰਗ ਕਰਨੀ ਆ।
ਹੁਣ ਜਦੋਂ ਤੁਸੀਂ ਬਾਰਗੇਨਿੰਗ ਕਰਨੀ ਆ, ਇੱਥੇ IT ਦਾ ਇੰਨਾ ਕੁ ਬੋਲਬਾਲਾ ਹੋ ਚੁੱਕਾ ਟਰੱਕਿੰਗ ਦੇ ਵਿੱਚ, ਬ੍ਰੋਕਰ ਨੇ ਤੁਹਾਡੇ ਬਾਰੇ ਸਾਰਾ ਕੁਝ ਲਰਨ ਕੀਤਾ, ਤੁਹਾਡੀ ਕੰਪਨੀ ਬਾਰੇ। ਇਹ ਨਹੀਂਗਾ ਤੁਸੀਂ ਬ੍ਰੋਕਰ ਨੂੰ ਕਾਲ ਕਰ ਰਹੇ, ਬ੍ਰੋਕਰ ਨੂੰ ਕੁਝ ਨਹੀਂ ਪਤਾ ਤੁਹਾਡੇ ਬਾਰੇ, ਬ੍ਰੋਕਰ ਨੂੰ ਹਰ ਇੱਕ ਚੀਜ਼ ਪਤਾ ਤੁਹਾਡੇ ਬਾਰੇ। ਤੁਸੀਂ, ਤੁਹਾਡੀ ਕਿੰਨੀ ਇੰਸ਼ੋਰੈਂਸ ਆ, ਤੁਹਾਡੇ ਕਿੰਨੇ ਐਕਸੀਡੈਂਟ ਆ, ਤੁਹਾਡੀ ਕਿੰਨੀਆਂ ਇੰਸਪੈਕਸ਼ਨਾਂ ਤੁਹਾਡੀਆਂ ਹੋਈਆਂ, ਕਿੰਨਿਆਂ 'ਚ ਤੁਸੀਂ ਫੇਲ ਹੋਏ ਆ, ਹਰੇਕ ਚੀਜ਼ ਬ੍ਰੋਕਰ ਨੂੰ ਪਤਾ ਤੁਹਾਡੇ ਬਾਰੇ, ਠੀਕ ਆ ਨਾ। ਔਰ ਬ੍ਰੋਕਰ ਨੂੰ ਇੱਥੋਂ ਤੱਕ ਵੀ ਪਤਾ ਕਿ ਤੁਸੀਂ ਜਿਹੜਾ ਆ ਆਪਣਾ ਲੋਡ ਕਰਦੇ ਆ, ਤੁਸੀਂ ਕਿਹੜੀ ਲੇਨ ਕਰਦੇ ਆ, ਤੁਸੀਂ ਕਿੰਨੇ ਪੈਸੇ ਲਏ ਆ ਪਿਛਲੀ ਵਾਰੀ, ਉੱਥੋਂ ਪਿਛਲੀ ਵਾਰੀ ਕਿੰਨੇ। ਸੋ ਇਹ ਸਾਰੀਆਂ ਚੀਜ਼ਾਂ ਬ੍ਰੋਕਰ ਦੇ ਕੋਲ ਡਾਟਾ ਹੈਗਾ, ਉਹਨਾਂ ਨੂੰ ਡਾਟਾ ਜਿਹੜਾ ਐਨਾਲਿਟਿਕਸ ਨੇ ਪਿੱਛੋਂ ਉਹਨਾਂ ਨੂੰ ਦਿੱਤਾ ਹੈਗਾ ਸਾਰਾ। ਸੋ ਉਹ ਉਸੇ ਐਨਾਲਿਟਿਕਸ ਦੇ ਉੱਤੇ ਜਾ ਕੇ, ਉਸ ਡਾਟੇ ਤੇ ਜਾ ਕੇ ਤੁਹਾਡੇ ਨਾਲ ਲੋਡ ਦੀ ਜਿਹੜੀ ਆ ਉਹ ਬਾਰਗੇਨਿੰਗ ਕਰਦੇ ਆ। ਤੇ ਜੇ ਉੱਥੇ ਐਕਸਪੀਰੀਅੰਸ ਡਿਸਪੈਚ ਪਰਸਨ ਨਹੀਂ ਹੈਗਾ ਤੇ ਉਹ ਬਾਰਗੇਨਿੰਗ ਨਹੀਂ ਕਰ ਸਕਦਾ ਚੱਜ ਦੇ ਨਾਲ, ਉਹ ਬਾਰਗੇਨਿੰਗ ਨਹੀਂ ਦੇ ਸਕਦਾ, ਉਹਨੂੰ ਪੁਆਇੰਟ ਨਹੀਂ ਦੇ ਸਕਦਾ। ਸੋ ਇਸ ਕਰਕੇ ਜਿਹੜਾ ਐਕਸਪੀਰੀਅੰਸ, ਅਗੇਨ ਬੈਕ ਟੂ ਬੈਕ ਐਕਸਪੀਰੀਅੰਸ ਜਿਹੜਾ ਨਾ ਇਹਨਾਂ ਚੀਜ਼ਾਂ ਦਾ, ਉਹ ਜਿਹੜਾ ਬਹੁਤ ਜ਼ਿਆਦਾ ਲਾਜ਼ਮੀ ਹੈਗਾ। ਹੁਣ ਕਈ ਵਾਰੀ ਹੁੰਦਾ ਸੀਗਾ ਕਿ ਮੈਂ ਜਦੋਂ ਨਵਾਂ ਟਰੱਕਿੰਗ ਦੇ ਵਿੱਚ ਇੱਥੇ ਸ਼ੁਰੂ ਹੋਇਆ, ਬ੍ਰਦਰ ਨੇ ਸ਼ੁਰੂ ਕੀਤਾ, ਉਹਨੇ ਮੇਰੇ ਨਾਲ ਸ਼ੁਰੂ ਕਰ ਲਿਆ, ਮੈਂ ਉੱਥੇ ਬੈਠ ਜਾਣਾ। ਤੇ ਇੱਕ ਦਿਨ ਮੈਂ ਉਹਨੂੰ ਉੱਦਾਂ ਹੀ ਕਿਹਾ ਕਿ ਮੈਨੂੰ ਕਹਿੰਦਾ ਯਾਰ ਮੇਰਾ ਟਰੱਕ ਫ੍ਰੀ ਹੋ ਗਿਆ, ਮੈਨੂੰ ਲੋਡ ਦੇਖ ਦੇ। ਮੈਂ ਚੱਲ ਦੇਖਤਾ, ਮੈਂ ਅਮਰੀਕਾ ਦੇ ਮੈਪ ਤੇ ਦੇਖਿਆ, ਮੈਂ ਕਿਹਾ ਇੰਨੀ ਕੁ ਦੂਰ ਆ ਸ਼ਹਿਰ, ਤੇ ਵੀ ਮੈਂ ਤੇਰੇ ਲਈ ਲੋਡ ਦੇਖਿਆ। ਕਹਿੰਦਾ ਤੇਰੇ ਲਈ ਇੰਨੀ ਕੁ ਦੂਰ ਹੈ, ਮੇਰੇ ਲਈ 400 ਮੀਲ ਆਏ। ਸੋ 400 ਮੀਲ ਜਾ ਕੇ ਮੈਂ ਲੋਡ ਚੱਕਣ ਜਾਊਂਗਾ, ਮੈਨੂੰ ਵਰਥ ਨਹੀਂ ਹੈਗਾ। ਸੋ ਜੇ ਤੁਸੀਂ ਬਾਹਰ ਜਾ ਕੇ ਅਮਰੀਕਾ ਦੇ ਵਿੱਚ ਟਰੱਕ ਨਹੀਂ ਚਲਾਇਆ ਤੇ ਤੁਸੀਂ ਆਫਿਸ 'ਚ ਬੈਠ ਕੇ ਕਹੋਗੇ ਮੈਂ ਟਰੱਕਿੰਗ ਕਰ ਲਵਾਂ, ਨੈਵਰ ਡੂ ਇਟ। ਤੁਸੀਂ ਇੰਨਾ ਤੁਹਾਨੂੰ ਐਕਸਪੀਰੀਅੰਸ ਆ, ਦੈਨ ਆਲਸੋ ਯੂ ਹੈਵ ਆਸਕਡ ਯੂਰ ਓਨ ਸਨ ਕਿ ਪਹਿਲਾਂ ਜਾਓ ਚਲਾਓ ਤੇ ਫਿਰ ਹੀ ਤੁਸੀਂ ਕਰੋ। ਤੇ ਆਬਵੀਅਸਲੀ ਪੀਪਲ ਸ਼ੁਡ ਟੇਕ ਇਟ ਵੈਰੀ ਸੀਰੀਅਸਲੀ। ਤੇ ਟਰੱਕਿੰਗ ਦੇ ਮੇਰੇ ਕੁਐਸਚਨਸ ਜਿਹੜੇ ਆਲਮੋਸਟ ਖਤਮ ਆ। ਸੋ ਆਈ ਹੈਵ ਅ ਵੈਰੀ ਇੰਪੋਰਟੈਂਟ ਕੁਐਸਚਨ ਐਟ ਦੀ ਐਂਡ। ਪਹਿਲਾਂ ਮੈਂ ਆਈ ਵਾਂਟ ਟੂ ਨੋ ਮੋਰ ਅਬਾਊਟ ਯੂਰ ਮੈਗਜ਼ੀਨ। ਕਿਵੇਂ ਤੁਹਾਨੂੰ ਲੱਗਾ ਕਿ ਮੈਂ ਮੈਗਜ਼ੀਨ ਸ਼ੁਰੂ ਕਰਾਂ, ਕੀ ਉਹਦਾ ਨਾਮ ਆ? ਸੋ what kind of information people can get from there? You know, it's a very different kind of thing ਕਿ ਤੁਸੀਂ ਐਜੂਕੇਟ ਕਰ ਰਹੇ ਹੋ ਟਰੱਕਿੰਗ ਇੰਡਸਟਰੀ ਲਈ, ਇਹੋ ਜਿਹੀ ਤੁਸੀਂ ਸੋਚ ਰੱਖੀ ਹੈ। ਸੋ ਲੈਟਸ ਹੈਵ ਸਮ ਪੁਆਇੰਟਸ ਔਨ ਕਿ ਤੁਹਾਡੀ ਮੈਗਜ਼ੀਨ ਤੇ ਐਜੂਕੇਸ਼ਨ, ਜੇ ਟਰੱਕਿੰਗ ਐਜੂਕੇਸ਼ਨ ਆ, ਉਹਦੇ ਬਾਰੇ ਥੋੜਾ ਦੱਸੋ। ਬਿਲਕੁਲ ਜੀ, ਮੈਗਜ਼ੀਨ ਜਿਹੜਾ ਸਾਡਾ ਨਾਂ ਹੈਗਾ ਬੜਾ ਸਿੰਪਲ ਹੈਗਾ, ਪੰਜਾਬੀ ਟਰੱਕਿੰਗ ਮੈਗਜ਼ੀਨ। ਸੋ ਅਸੀਂ ਨਾਂ ਬੜਾ ਸਿੰਪਲ ਰੱਖਿਆ ਜਿਹੜਾ ਕਿ ਹਰ ਇੱਕ ਬੰਦੇ ਨੂੰ ਯਾਦ ਹੋ ਜਾਂਦਾ। ਸੋ ਤੁਸੀਂ ਜੇ ਗੂਗਲ ਜਾ ਕੇ ਕਰੋਗੇ ਪੰਜਾਬੀ ਟਰੱਕਿੰਗ ਇੰਡਸਟਰੀ, ਪੰਜਾਬੀ ਟਰੱਕਿੰਗ ਮੈਗਜ਼ੀਨ, ਤੇ ਤੁਹਾਨੂੰ ਗੂਗਲ ਤੇ ਫਸਟ ਸਰਚ ਦੇ ਵਿੱਚ ਅਸੀਂ ਮਿਲ ਜਾਵਾਂਗੇ। ਸੋ ਮੈਗਜ਼ੀਨ ਦੇ ਵਿੱਚ ਜਿਹੜਾ ਆ ਅਸੀਂ ਕੋਸ਼ਿਸ਼ ਕਰੀਦੀ ਆ ਜਿਹੜੇ ਕਰੰਟ ਮੁੱਦੇ ਹੈਗੇ ਆ, ਜੋ ਕਰੰਟ ਇੱਥੇ ਸਿਚੁਏਸ਼ਨ ਚੱਲ ਰਹੀ ਹੈਗੀ ਆ, ਕਿਹੜੇ ਲਾਜ਼ ਆ ਰਹੇ ਹੈਗੇ ਆ, ਕਿਹੜਾ ਕੀ ਹੋ ਰਿਹਾ। ਸੋ ਐਵਰੀਥਿੰਗ ਪੋਸੀਬਲ ਅਸੀਂ ਜਿਹੜੀ ਆ ਉਹਦੇ ਵਿੱਚ ਮੈਗਜ਼ੀਨ ਦੇ ਵਿੱਚ 2 ਮਹੀਨੇ ਬਾਅਦ ਇੱਕ ਵਾਰੀ ਆਉਂਦੀ ਆ। ਸੋ ਸਾਲ ਦੇ ਵਿੱਚ 6 ਇਸ਼ੂ ਨਿਕਲਦੇ ਆ। ਸੋ 6 ਇਸ਼ੂਜ਼ ਦੇ ਵਿੱਚ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰੀਦੀ ਆ ਕਿ ਜਿੰਨੀਆਂ ਵੀ ਵੱਧ ਤੋਂ ਵੱਧ ਜਿਹੜੀਆਂ ਨਿਊਜ਼ ਹੈਗੀਆਂ ਉਹ ਆ ਸਕਣ। ਤੇ ਡੈਫੀਨੇਟਲੀ ਮੈਗਜ਼ੀਨ ਜਿਹੜੀ ਆ ਸਾਡੀ ਐਡਵਰਟਾਈਜ਼ ਦੇ ਉੱਤੇ ਚੱਲਦੀ ਹੈਗੀ ਆ। ਸੋ ਐਡਵਰਟਾਈਜ਼ਮੈਂਟ ਦੇ ਵਿੱਚ ਵੀ ਜਿਹੜਾ ਆ ਉਹ ਜਿੰਨੇ ਵੀ ਐਡਵਰਟਾਈਜ਼ਰ ਹੁੰਦੇ ਆ ਵੈਰੀ ਵੈਲ ਵੈਰੀਫਾਈਡ ਹੁੰਦੇ ਆ, ਉਹਨਾਂ ਦੇ ਪ੍ਰੋਡਕਟ ਦੇ ਲਈ ਜਾਣਕਾਰੀ ਹੁੰਦੀ ਆ। ਮੈਂ ਟਾਈਮ ਟੂ ਟਾਈਮ ਜਿਹੜੀ ਮੈਨੂਫੈਕਚਰਰਸ ਹੈਗੇ ਆ, ਤੇ ਜਿਵੇਂ ਵੋਲਵੋ ਹੈਗਾ, ਮੈਕ ਹੈਗਾ, ਇਹ ਸਾਨੂੰ ਟਾਈਮ ਟੂ ਟਾਈਮ ਜਿਹੜੇ ਮੈਨੂਫੈਕਚਰਰ ਹੈਗੇ ਆ ਸਾਨੂੰ ਇਨਵਾਈਟ ਕਰਦੇ ਰਹਿੰਦੇ ਆ ਆਪਣੀ ਫੈਕਟਰੀਜ਼ 'ਚ। ਜਦੋਂ ਕੋਈ ਨਵਾਂ ਪ੍ਰੋਡਕਟ ਆਉਂਦਾ, ਨਵਾਂ ਟਰੱਕ ਆਉਂਦਾ, ਕੋਈ ਵੀ ਆਉਂਦਾ, ਸੋ ਅਸੀਂ ਟੈਸਟ ਡਰਾਈਵ ਕਰਦੇ ਹੈਗੇ, ਜਾ ਕੇ ਨਵਾਂ ਟਰੱਕ ਟੈਸਟ ਡਰਾਈਵ ਕਰਕੇ ਉਹਦਾ ਸਾਰੇ ਜਿਹੜੇ ਪ੍ਰੋਜ਼ ਐਂਡ ਕੌਨਸ ਆ ਉਹਨਾਂ ਨੂੰ ਦੱਸੀਦੇ ਆ। ਪ੍ਰੋਜ਼ ਐਂਡ ਕੌਨਸ ਜਿਹੜੇ ਆ ਆਪਣੀ ਕਮਿਊਨਿਟੀ ਨੂੰ ਦੱਸੀਦੇ ਆ ਕਿ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਵਧੀਆ ਹੈਗੀਆਂ, ਕਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਹੈਗੀਆਂ, ਜਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਠੀਕ ਨਹੀਂ ਹੈਗੀਆਂ। ਸੋ ਇਹੋ ਜਿਹੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅਸੀਂ ਮੈਗਜ਼ੀਨ ਦੇ ਵਿੱਚ ਕਰਦੇ ਹੈਗੇ ਆ। ਸੋ ਮੈਗਜ਼ੀਨ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਆਨਲਾਈਨ ਅਵੇਲੇਬਲ ਹੈਗੀ, ਡਿਜੀਟਲ ਇਸ਼ੂ ਅਵੇਲੇਬਲ ਹੈਗੇ ਆ। ਸੋ ਵੈਬਸਾਈਟ ਤੇ ਜਾ ਕੇ ਤੁਸੀਂ ਡਿਜੀਟਲ ਇਸ਼ੂ ਜਿਹੜਾ ਆ ਇੰਡੀਆ 'ਚ ਬੈਠ ਕੇ ਵੀ ਤੁਸੀਂ ਉਹ ਪੜ੍ਹ ਸਕਦੇ ਆ, ਦੇਖ ਸਕਦੇ ਆ। ਔਰ ਉਹਦੇ ਵਿੱਚ ਕੋਸ਼ਿਸ਼ ਇਹ ਹੋਈ ਆ ਕਿ ਐਕਸਪਲੇਨ ਕਰਨ ਦੀ ਕਿ ਇਹ ਟਰੱਕਿੰਗ ਇੰਡਸਟਰੀ ਵਿੱਚ ਕੀ ਚੱਲ ਰਿਹਾ ਹੈਗਾ। ਇੱਕ ਮੇਰਾ ਕੁਐਸਚਨ ਹੋਰ ਸੀ ਕਿ ਰਿਲੇਟਡ ਵਰਕ ਕੀ ਹੈਗੇ ਆ? ਇੱਕ ਤੇ ਹੋ ਗਿਆ ਨਾ ਕਿ ਟਰੱਕ ਹੀ ਕਿਸੇ ਨੇ ਖਰੀਦਿਆ ਹੈ ਜਾਂ ਟਰੱਕ ਡਰਾਈਵ ਕਰ ਰਿਹਾ। ਸੋ ਹੋਰ ਕਿਹੜੀਆਂ ਇੰਡਸਟਰੀਜ਼ ਆ ਜਿਹੜੀਆਂ ਕਿ ਇਹਨਾਂ ਰਿਲੇਟਡ ਆ? ਜਿਵੇਂ ਕਿ ਸਪੋਜ਼ ਇੱਥੇ ਹੋ ਗਿਆ ਕੋਈ ਵਾਸ਼ਿੰਗ ਸੈਂਟਰ, ਐਕਸੈਸਰੀਜ਼ ਸੈਂਟਰ ਹੋ ਗਿਆ, ਮਤਲਬ ਰਿਲੇਟਡ ਟੂ ਟਰੱਕਿੰਗ ਹੀ ਕਿਹੜੇ ਹੋਰ ਬਿਜ਼ਨੈਸਸ ਨੇ? ਇਸ ਵੇਲੇ ਜਿਹੜੇ ਬਿਜ਼ਨੈਸਸ ਹੈਗੇ ਆ ਜਿਹਦੇ 'ਚ ਕਿ ਆਪਣੇ ਲੋਕੀ ਕਾਫੀ ਜਿਹੜੇ ਛਾ ਰਹੇ ਹੈਗੇ ਆ, ਇੱਕ ਟਰੱਕ ਵਾਸ਼ ਹੈਗਾ। ਪਹਿਲਾ ਟਰੱਕ ਵਾਸ਼ ਜਿਹੜਾ ਹੈਗਾ ਉਹ ਬਹੁਤ, ਮੇਰੇ ਖਿਆਲ ਅਮਰੀਕਾ ਦੇ ਵਿੱਚ ਕਿਤੇ ਟਰੱਕ ਵਾਸ਼ ਸੇਲ ਤੇ ਆਉਂਦਾ ਆ ਤੇ ਪ੍ਰੀਟੀ ਮੱਚ ਆਪਣੇ ਹੀ ਬੰਦੇ ਉੱਥੇ ਬਾਈ ਕਰ ਲੈਂਦੇ ਆ। ਸੋ ਤੁਸੀਂ ਕਿਤੇ ਵੀ ਚਲੇ ਜਾਓ, ਹੁਣ ਟਰੱਕ ਵਾਸ਼ ਜਿਹੜੇ ਹੈਗੇ ਆ ਉਹ ਆਪਣੇ ਬੰਦਿਆਂ ਦੇ ਹੈਗੇ ਆ। ਟਰੱਕ ਰਿਪੇਅਰ ਸ਼ਾਪਸ ਜਿਹੜੀਆਂ ਆ ਉਹ ਬਹੁਤ ਜ਼ਿਆਦੀਆਂ ਪਾਪ ਅਪ ਹੋ ਰਹੀਆਂ। ਟਰੱਕ ਰਿਪੇਅਰ ਸ਼ਾਪਸ ਜਿਹੜੀਆਂ ਖੁੱਲ ਰਹੀਆਂ ਹੈਗੀਆਂ ਬਹੁਤ ਜ਼ਿਆਦੀਆਂ। ਟਰੱਕ ਲੋਨਸ ਹੋ ਗਏ, ਉਹ ਇੱਕ ਜਿਹੜਾ ਟਰੱਕ ਲੋਨਸ ਦਾ ਬਿਜ਼ਨਸ ਹੈਗਾ ਬਹੁਤ ਵਧੀਆ ਹੈਗਾ। ਉਸ ਤੋਂ ਬਾਅਦ ਟਰੱਕ ਇੰਸ਼ੋਰੈਂਸ ਹੋ ਗਈ, ਵੈਰੀ ਬਿਗ ਬਿਜ਼ਨਸ, ਹਿਊਜ, ਉਹ ਬਹੁਤ ਵੱਡਾ ਬਿਜ਼ਨਸ ਹੈਗਾ।
ਉਸ ਤੋਂ ਬਾਅਦ ਜਿਹੜੇ ਟਰੱਕਾਂ ਦੇ ਪਰਮਿਟਸ ਹੈਗੇ ਆ, ਪੇਪਰਸ ਹੈਗੇ ਆ, ਉਹਨਾਂ ਦੇ ਲਾਇਸੈਂਸ ਪਲੇਟਾਂ ਲੈਣੀਆਂ, ਉਹਨਾਂ ਦੀਆਂ ਸਾਰੇ ਉਹ ਜਿਹੜਾ ਪੇਪਰ ਵਰਕ ਕਰਨਾ। ਦੇਖੋ ਹੁਣ ਇੱਥੇ ਨਾ ਬੜਾ ਸਿਸਟਮ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਮਨਦੀਪ। ਇੱਥੇ ਬੜਾ ਸਿਸਟਮੈਟਿਕ ਢੰਗ ਨਾਲ ਚੱਲਣਾ ਪੈਂਦਾ। ਹਰ ਤੁਹਾਡਾ ਜਿਹੜਾ ਮਾਈਲ ਡਰਾਈਵ ਕੀਤਾ ਅਮਰੀਕਾ ਦੇ ਵਿੱਚ ਉਹ ਕਾਊਂਟ ਹੁੰਦਾ ਆ। ਹਰ ਜਿਹੜਾ ਤੁਸੀਂ 1 ਗੈਲਨ ਡੀਜ਼ਲ ਪਾਇਆ ਉਹਦੇ 'ਚ ਕਿੰਨਾ ਟੈਕਸ ਦਿੱਤਾ ਉਹ ਕਾਊਂਟ ਹੁੰਦਾ ਆ। ਹਰ ਕੁਆਟਰ ਦੇ ਵਿੱਚ ਤੁਹਾਡਾ ਇੰਟਰਨੈਸ਼ਨਲ ਫਿਊਲ ਟੈਕਸ ਭਰਿਆ ਜਾਂਦਾ। ਸੋ ਉਹਦੇ ਵਿੱਚ ਕਿੰਨੇ ਮਾਈਲ ਕਿੰਨੀ ਸਟੇਟ 'ਚ ਚਲਾਏ ਆ ਤੇ ਉੱਥੋਂ ਕਿੰਨਾ ਡੀਜ਼ਲ ਪਾਇਆ ਉਹ ਸਾਰਾ ਕੈਲਕੂਲੇਟ ਹੁੰਦਾ। ਸੋ ਉਹਦੇ ਲਈ ਵੀ ਲੋਕੀ ਜਿਹੜੇ ਆ ਉਹ ਸਰਵਿਸਿਜ਼ ਦਿੰਦੇ ਹੈਗੇ ਆ। ਸੋ ਮਲਟੀਪਲ ਸਰਵਿਸਿਜ਼ ਹੈਗੀਆਂ ਜਿਹੜੀਆਂ ਕਿ ਟਰੱਕਿੰਗ ਦੇ ਨਾਲ, ਹੁਣ ਟਰੱਕ ਸੇਲਸ ਵਾਲੀਆਂ ਹੈਗੀਆਂ, ਟ੍ਰੇਲਰ ਸੇਲਸ ਵਾਲੀ ਹੈਗੀ ਆ। ਸੋ ਬਹੁਤ ਸਰਵਿਸਿਜ਼ ਹੈਗੀਆਂ ਕਿ ਜਿਹੜੀਆਂ ਇਹਦੇ ਨਾਲ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ। ਇਹ ਟਰੱਕਿੰਗ ਦਾ ਕਿੱਤਾ ਜਿਹੜਾ ਅਮਰੀਕਾ ਦੇ ਵਿੱਚ ਹੈਗਾ, ਇਹ ਆਲਮੋਸਟ $800 ਬਿਲੀਅਨ ਦਾ ਕਿੱਤਾ ਹੈਗਾ। ਉਹੀ ਕਿ ਆਪਣੀ ਆਡੀਅנס ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਕਿ ਜ਼ਰੂਰੀ ਨਹੀਂ ਕਿ ਅਸੀਂ ਟਰੱਕ ਬਾਏ ਕਰ ਰਹੇ ਹਾਂ ਜਾਂ ਟਰੱਕ ਡਰਾਈਵ ਕਰ ਰਹੇ ਹਾਂ। ਦੇਰ ਆਰ ਮੈਨੀ ਬਿਜ਼ਨਸਿਸ ਜੋ ਕਿ ਮੇਰੇ ਵੀ ਮਨ ਵਿੱਚ ਆ ਰਿਹਾ ਸੀ ਕਿ ਹੋਣਗੇ। ਜਿਵੇਂ ਰਮਨ ਸਰ ਨੇ ਦੱਸਿਆ ਕਿ ਮੈਨੀ ਬਿਜ਼ਨਸਿਸ ਆਰ ਦੇਅਰ ਜਿਹੜੇ ਕਿ ਐਸੋਸੀਏਟਿਡ ਵਿਦ ਦ ਟਰੱਕਿੰਗ ਇੰਡਸਟਰੀ ਹੈ ਤੇ ਵੀ ਕੈਨ ਫਰਦਰ ਸਪੋਰਟ that industry। ਸੋ ਇੱਕ ਕੁਐਸਚਨ ਬੜਾ ਹਟ ਕੇ ਜੋ ਕਿ ਮੇਰਾ ਲਾਸਟ ਕੁਐਸਚਨ ਹੈ ਤੁਹਾਡੇ ਨਾਲ ਇਹਦੇ ਤੇ ਪੂਰਾ ਐਪੀਸੋਡ ਕਰਾਂਗੀ, ਜਿਹੜਾ ਕਿ ਮੈਨੂੰ ਬੜੇ ਜ਼ਿਆਦਾ ਪੁੱਛਦੇ ਨੇ ਬਿਕਾਜ਼ ਮੈਂ ਆਲਮੋਸਟ 7 ਇਅਰਸ ਮੈਨੂੰ ਹੋ ਗਏ ਨੇ US ਟਰੈਵਲ ਕਰਦੇ ਤੇ ਮੋਸਟ ਆਫ ਦਾ ਟਾਈਮਸ ਜਿਵੇਂ ਮੈਂ ਇੰਡੀਆ ਹੀ ਰਹਿੰਦੀ ਹਾਂ। ਸੋ ਮੈਨੀ ਪੀਪਲ ਆਸਕ ਮੀ, ਜਿਹੜੇ ਮੇਰੇ ਬੜੇ ਅੱਛੇ ਕੰਟੈਕਟਸ ਨੇ ਤੇ ਮੇਰੇ ਖਿਆਲ 'ਚ ਬੜਾ ਫਾਇਦੇਮੰਦ ਵੀ ਹੋਏਗਾ ਬਾਕੀਆਂ ਲਈ ਕਿ ਇਨਵੈਸਟਮੈਂਟ ਦੀ ਜਦੋਂ ਅਸੀਂ ਗੱਲ ਕਰੀਏ। ਸੋ ਪੰਜਾਬ 'ਚ ਇੱਦਾਂ ਦੀਆਂ ਬੜੀਆਂ ਫੈਮਲੀਜ਼ ਨੇ, ਬੜੇ ਨੋਨ ਚਿਹਰੇ ਨੇ ਕਿ ਜਿਹੜੇ ਰਹਿਣਾ ਪੰਜਾਬ 'ਚ ਹੀ ਚਾਹੁੰਦੇ ਨੇ, ਬਟ ਕਿਤੇ ਨਾ ਕਿਤੇ ਉਹ ਸੋਚਦੇ ਆ ਕਿ ਦੇ ਕੈਨ ਇਨਵੈਸਟ ਇਨ ਅਦਰ ਕੰਟਰੀਜ਼ ਐਂਡ ਬਟ ਉਹ ਨਹੀਂ ਕਰਦੇ ਬਿਕਾਜ਼ ਦੇ ਡੋਂਟ ਨੋ ਦ ਰਾਈਟ ਵੇ, ਰਾਈਟ। ਸੋ ਕਿਸੇ ਨੂੰ ਜਸਟ ਪੈਸੇ ਦੇ ਦੇਣੇ ਤੇ ਉਹਦੇ ਹੱਥੋਂ ਇਨਵੈਸਟ ਕਰ ਲੈਣਾ ਵਿੰਗਾ ਟੇਡਾ ਜਿਹਾ ਕੰਮ ਕਰਕੇ, ਤੇ ਉਹ ਤੇ ਸਾਰੀ ਦੁਨੀਆ ਹੀ ਕਰਦੀ ਹੈ। ਬਟ ਦੇਰ ਆਰ ਪੀਪਲ ਵੀ ਵੈਰੀ ਐਥੀਕਲ, ਵੈਰੀ ਰਾਈਟ ਐਂਡ ਜਿਹੜੇ ਪੈਸੇ ਆ ਉਹਨੂੰ ਰਾਈਟ ਤਰ੍ਹਾਂ ਚੈਨਲਾਈਜ਼ ਕਰਨਾ ਚਾਹੁੰਦੇ ਨੇ। ਸਪੋਜ਼ ਕਿਸੇ ਕੋ ਕਰੋੜ ਰੁਪਇਆ ਵਾ, 2 ਕਰੋੜ ਆ ਜਾਂ ਜ਼ਿਆਦਾ ਹੈ, ਰਾਈਟ, ਦੇ ਵਾਂਟ ਕਿ ਇਸ ਪੈਸੇ ਨੂੰ ਮੈਂ ਕਿੱਦਾਂ ਸਹੀ ਢੰਗ ਨਾਲ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਇਨਵੈਸਟ ਕਰ ਸਕਦਾ ਵਾਂ। ਉਹਦੇ ਵਾਸਤੇ ਜ਼ਰੂਰੀ ਨਹੀਂ ਕਿ ਉਹਨੂੰ ਉੱਥੇ ਰਹਿਣਾ ਹੀ ਪਵੇ। ਸੋ ਇਹਦੇ ਤੇ ਥੋੜਾ ਜਿਹਾ ਦੱਸੋ ਕਿ ਇਫ ਯੂ ਹੈਵ ideas ਜਾਂ what is the process there or is there any process ਐਦਾਂ ਦੀ ਕੋਈ ਚੀਜ਼ ਹੈਗੀ ਵੀ ਆ? Definitely there are very good ways, they are very genuine and ਜਿਹੜੀ ਗਵਰਨਮੈਂਟ ਦੇ ਰਾਹੀਂ ਐਸਟੈਬਲਿਸ਼ ਕੀਤੇ ਗਏ ਰਾਹ ਹੈਗੇ ਆ ਉਹ ਅਵੇਲੇਬਲ ਹੈਗੇ ਆ। ਸੋ ਜਿਹੜਾ ਇਨਵੈਸਟਮੈਂਟ ਵੀਜ਼ਾ ਹੈਗਾ ਆ, ਇਹ ਲੇਟਲੀ ਅਸੀਂ ਜਿਹੜਾ ਨਵੰਬਰ ਜਿਹੜੀ ਆ ਲੰਘੀ ਆ ਹੁਣ ਆਪਣੀ ਸੈਪਟੈਂਬਰ ਹੈਗਾ ਲਾਸਟ ਮੰਥ, ਇਹਦੀ ਪਹਿਲਾਂ ਜਿਹੜੀ ਲਿਮਿਟ ਸੀ ਇਨਵੈਸਟਮੈਂਟ ਦੀ ਸੀ ਉਹ ਸੀ $5 ਲੱਖ। ਸੋ ਹੁਣ ਇਹ ਇਨਵੈਸਟਮੈਂਟ ਲਿਮਿਟ ਵਧਾ ਕੇ ਜਿਹੜੀ ਆ ਉਹ $9 ਲੱਖ ਕਰ ਦਿੱਤੀ ਗਈ ਆ। ਤਜਵੀਜ਼ ਸੀਗੀ $1 ਮਿਲੀਅਨ ਕਰਨ ਦੀ, ਪਰ ਸ਼ਾਇਦ ਹੋ ਸਕਦਾ ਕਿਸੇ ਨਾ ਕਿਸੇ ਰੀਜ਼ਨ ਕਰਕੇ 9 ਲੱਖ ਤੇ ਜਾ ਕੇ ਖੜੀ ਹੋ ਗਈ। ਸੋ ਇਹਦਾ ਜਿਹੜਾ ਪ੍ਰੋਸੈਸ ਹੈਗਾ, ਜਿਹੜਾ ਅਸੀਂ ਇੱਥੋਂ ਹੈਲਪ ਕਰਦੇ ਹੈਗੇ, ਜਿਹੜੇ ਮੇਰੇ ਇੱਥੇ ਕੋਲੀਗਸ ਹੈਗੇ ਆ ਜਿਨ੍ਹਾਂ ਦੇ ਨਾਲ ਮੈਂ ਕਲੋਜ਼ਲੀ ਕੰਮ ਕਰਦਾ ਹੈਗਾ, ਉਹ ਇੱਥੇ ਹੈਲਪ ਕਰਦੇ ਹੈਗੇ, ਜਿਹਦੇ ਵਿੱਚ ਕਿ ਇਹ ਮਨੀ ਜਿਹੜੀ ਆ ਜਦੋਂ ਤੁਸੀਂ ਇਨਵੈਸਟ ਕਰਦੇ ਆ, ਇਹ ਮਨੀ ਪ੍ਰੋਪਰ ਚੈਨਲ ਰਾਹੀਂ, ਇਮੀਗ੍ਰੇਸ਼ਨ ਰਾਹੀਂ, ਇੱਕ ਐਸਕਰੋ ਅਕਾਊਂਟ ਦੇ ਰਾਹੀਂ ਜਿਹੜੀ ਆ ਅੱਗੇ ਇਨਵੈਸਟ ਕਰਨ ਲਈ ਦਿੱਤੀ ਜਾਂਦੀ ਆ। ਔਰ ਇਹ ਜਿਹੜੀ ਇਨਵੈਸਟਮੈਂਟ ਹੈਗੀ, ਜਿਹੜੇ ਇਨਵੈਸਟਮੈਂਟ ਵੀਜ਼ਾਸ ਹੈਗੇ ਆ, ਇਹ ਸਿਰਫ ਤੇ ਸਿਰਫ ਇੱਕ ਸਪੈਸੀਫਿਕ ਕਾਊਂਟੀਜ਼ ਹੈਗੀਆਂ, ਸਪੈਸੀਫਿਕ ਏਰੀਆਜ਼ ਹੈਗੇ ਆ ਜਿੱਥੇ ਕਿ ਇਹ ਇਨਵੈਸਟਮੈਂਟ ਕਰਨ ਦੀ ਇਜਾਜ਼ਤ ਹੈਗੀ ਆ। ਤੁਸੀਂ ਕਿਤੇ ਵੀ ਇਨਵੈਸਟਮੈਂਟ ਕਰਦੇ ਹੋ ਜਾ ਕੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਤਹਿਤ ਤੁਹਾਨੂੰ ਵੀਜ਼ਾ ਮਿਲ ਜਾਏਗਾ। ਜਿਹੜੀ ਇਹ ਕੰਪਨੀ ਹੈਗੀ ਆ ਸਾਡੇ ਨਾਲ, ਜਿਹੜੇ ਅਸੀਂ ਉਹਨਾਂ ਨਾਲ ਕਲੋਜ਼ਲੀ ਕੰਮ ਕਰਦੇ ਹਾਂ, ਉਹ ਕੰਪਨੀ ਦਾ ਜਿਹੜਾ ਮੇਨ ਕੰਮ ਇਹ ਹੈਗਾ ਕਿ ਜਦੋਂ ਤੁਸੀਂ ਅਪਲਾਈ ਕਰਦੇ ਆ, ਤੁਸੀਂ ਮਨੀ ਇਨਵੈਸਟ ਕਰਦੇ ਆ, ਸੋ ਐਸਕਰੋ ਅਕਾਊਂਟ ਦੇ ਵਿੱਚ ਜਾਂਦੀ ਆ, ਉਸ ਤੋਂ ਬਾਅਦ ਉਹ ਇਮੀਗ੍ਰੇਸ਼ਨ ਕੋ ਜਾਂਦੀ ਆ। ਸੋ ਇਮੀਗ੍ਰੇਸ਼ਨ ਨੂੰ ਉਹ ਪ੍ਰੈਜ਼ੈਂਟ ਕਰਦੇ ਆ ਆਪਣਾ ਪ੍ਰੋਜੈਕਟ ਜਿਹੜਾ। ਹੁਣ ਪ੍ਰੋਜੈਕਟ ਜਿਹੜਾ ਆ ਉਹ ਐਸੇ ਏਰੀਏ 'ਚ, ਐਸੇ ਆਪਾਂ ਉੱਥੇ ਜ਼ਿਲ੍ਹਾ ਕਹਿ ਲਈਏ ਜਿੱਦਾਂ ਹੈ ਨਾ, ਉਹ ਐਸੇ ਜ਼ਿਲ੍ਹੇ ਜਾਂ ਪਿੰਡ ਦੇ ਵਿੱਚ ਪ੍ਰੋਜੈਕਟ ਬਣਨਾ ਆ ਜਿੱਥੇ ਕਿ ਅਨਇੰਪਲੋਇਮੈਂਟ ਰੇਟ ਜਿਹੜਾ ਆ ਉਸ ਕਾਊਂਟੀ ਦਾ ਉਹ ਘੱਟੋ ਘੱਟ ਡਬਲ ਹੋਣਾ ਚਾਹੀਦਾ ਨੈਸ਼ਨਲ ਐਵਰੇਜ ਤੋਂ। ਤੇ ਨੈਸ਼ਨਲ ਐਵਰੇਜ 5% ਆ ਤੇ ਉੱਥੋਂ ਦਾ ਅਨਇੰਪਲੋਇਮੈਂਟ ਰੇਟ ਜਿਹੜਾ ਉਹ 10% ਹੋਣਾ ਚਾਹੀਦਾ, ਤਾਂ ਉਹ ਕਾਊਂਟੀ ਜਾ ਕੇ ਕੁਆਲੀਫਾਈ ਹੁੰਦੀ ਹੈ ਇਸ ਕੰਮ ਲਈ। ਸੋ ਉਸ ਤੋਂ ਬਾਅਦ ਦੇ ਵਿੱਚ ਇੱਕ ਸਰਟਨ ਬਿਜ਼ਨਸ ਕ੍ਰਾਈਟੇਰੀਆ ਹੈਗਾ ਜਿਹਦੇ ਵਿੱਚ ਕਿ ਤੁਸੀਂ ਇਨਵੈਸਟ ਕਰੋਗੇ ਤੇ ਉਹ ਜਿਹੜਾ ਬਿਜ਼ਨਸ ਹੈਗਾ ਉਹ ਕੁਆਲੀਫਾਈ ਕਰਦਾ ਆ ਟੂ ਗੈਟ ਯੂ ਦਾ ਵੀਜ਼ਾ ਐਂਡ ਗੈਟ ਯੂ ਦਾ ਗ੍ਰੀਨ ਕਾਰਡ। ਸੋ ਉਹ ਜਿਹੜਾ ਕੰਮ ਹੈਗਾ, ਇਹ ਕੰਪਨੀ ਜਿਹੜੀ ਆ ਸਾਡੀ ਕੋਲੀਗ ਹੈਗੀ ਆ, ਉਹ ਸਾਰਾ ਇਹ ਹੈਂਡਲ ਕਰਦੇ ਹੈਗੇ ਆ।
ਸੋ ਉਹਦੇ ਵਿੱਚ ਹੈ ਕਿ ਤੁਸੀਂ ਇਨਵੈਸਟਮੈਂਟ ਵੀਜ਼ੇ ਲਈ ਜੇ ਅਪਲਾਈ ਕਰਦੇ ਹੈਗੇ ਆ, ਕੋਵਿਡ-19 ਤੋਂ ਪਹਿਲਾਂ ਸੀਗਾ ਉਹ 24 ਮੰਥ ਲੱਗਦੇ ਸੀਗੇ ਇਨੀਸ਼ੀਅਲੀ ਐਪਲੀਕੇਸ਼ਨ ਸਟਾਰਟ ਕਰਨ ਤੋਂ ਬਾਅਦ 24 ਮੰਥ ਦੇ ਵਿੱਚ ਤੁਹਾਨੂੰ ਜਿਹੜਾ ਆ ਇੱਕ ਜਿਹੜਾ ਵੀਜ਼ਾ ਮਿਲਦਾ ਸੀਗਾ ਜਿਹੜਾ ਤੁਹਾਨੂੰ US ਆਉਣ ਦਾ। ਤੁਸੀਂ ਜਿਹੜੀ ਤੁਹਾਡੀ ਇਮੀਡੀਏਟ ਫੈਮਿਲੀ ਹੈਗੀ ਆ, ਤੁਸੀਂ ਹਸਬੈਂਡ ਵਾਈਫ ਤੇ ਬੱਚੇ, ਉਹ ਸਾਰਿਆਂ ਨੂੰ ਵੀਜ਼ਾ ਇਕੱਠਾ ਮਿਲਦਾ ਹੈਗਾ। ਸੋ ਤੁਸੀਂ ਉਹ ਸਾਰੇ ਵੀਜ਼ੇ ਤੇ ਸਾਰੇ ਜਣੇ ਇੱਥੇ ਆ ਸਕਦੇ ਆ। ਤੁਸੀਂ ਆਣ ਕੇ ਇੱਥੇ ਤੁਸੀਂ ਆਪਣੇ ਪ੍ਰੋਜੈਕਟ ਦੇ ਲਾਗੇ ਰਹਿਣਾ ਆ ਜਾਂ ਨਹੀਂ ਰਹਿਣਾ, ਦੈਟਸ ਯੋਰ ਚੋਇਸ। ਉਹ ਤੁਸੀਂ ਕਹਿ ਸਕਦੇ ਆ ਕਿ ਓਕੇ ਠੀਕ ਹੈ ਜੀ, ਅਸੀਂ ਕੈਲੀਫੋਰਨੀਆ ਸਾਡਾ ਪ੍ਰੋਜੈਕਟ ਚੱਲ ਰਿਹਾ ਹੈਗਾ, ਸਾਡਾ ਇਨਵੈਸਟਮੈਂਟ ਕੈਲੀਫੋਰਨੀਆ 'ਚ ਹੈਗੀ, ਅਸੀਂ ਨਿਊਯਾਰਕ ਰਹਿਣਾ ਹੈਗਾ, ਫਾਈਨ। ਤੁਸੀਂ ਕੰਮ ਕਰਨਾ ਹੈਗਾ, ਤੁਹਾਡੀ ਮਰਜ਼ੀ ਹੈਗੀ ਆ। ਤੁਸੀਂ ਆਪਣੇ ਆਪ ਨੂੰ ਵੈਸੇ ਕੰਮ ਕੀਤੇ ਤੋਂ ਬਿਨਾਂ ਸਪੋਰਟ ਕਰ ਸਕਦੇ ਆ, ਤੁਹਾਡੀ ਮਰਜ਼ੀ ਹੈਗੀ ਆ। ਬਟ ਯੂ ਕੈਨ ਕਮ ਐਜ਼ ਅ ਫੈਮਿਲੀ। ਤੇ 5 ਸਾਲ ਲੱਗਦੇ ਸੀਗੇ ਉਹਦੇ ਵਿੱਚ ਕਿ ਫਾਈਨਲ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਮਿਲਦਾ ਸੀਗਾ। ਵੰਸ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂਦਾ ਆ, ਪੇਪਰ ਜਿਹੜਾ ਬਣਾਉਣਾ ਚੰਗਾ ਹੁੰਦਾ, ਜ਼ਰੂਰੀ ਹੁੰਦਾ। ਜੇ ਤੁਸੀਂ ਇਨਵੈਸਟਮੈਂਟ ਕੀਤੀ ਆ ਜ਼ਰੂਰ ਬਣਾ ਲਓ। ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਫਿਊਚਰ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਈਜ਼ ਹੋ ਜਾਂਦੀ ਆ। ਹੁਣ ਕਈਆਂ ਦੇ ਇੱਕ ਹੋਰ ਮਨਦੀਪ ਹੋਊਗਾ, ਕਈ ਬੱਚਿਆਂ ਨੂੰ ਇੱਥੇ ਭੇਜਣਾ ਚਾਹੁੰਦੇ ਆ ਪੜ੍ਹਾਈ ਵਾਸਤੇ। ਪੜ੍ਹਾਈ ਵਾਸਤੇ ਜੇ ਤੁਸੀਂ ਭੇਜਦੇ ਆ, ਤੁਹਾਡੇ ਬੱਚੇ ਦੀ ਇੱਥੇ ਫੀਸ ਲੋਕਲ ਜਿਹੜਾ ਬੱਚਾ ਹੈਗਾ ਉਹਦੇ ਨਾਲੋਂ 3 ਗੁਣਾ 4 ਗੁਣਾ 5 ਗੁਣਾ ਜ਼ਿਆਦਾ ਲੱਗਦੀ ਆ, ਠੀਕ ਹੈ, ਅਮਰੀਕਾ ਦੇ ਵਿੱਚ। ਪਰ ਜੇ ਤੁਸੀਂ ਇਹ ਇਨਵੈਸਟਮੈਂਟ ਵੀਜ਼ਾ ਲਿਆ ਹੈਗਾ ਤੇ ਤੁਸੀਂ ਸਾਰੀ ਬੱਚੇ ਤੁਹਾਡੇ ਨਾਲ, ਤੁਹਾਡੀ ਫੈਮਿਲੀ ਸਾਰੀ ਵੀਜ਼ਾ ਲੈ ਕੇ ਆ ਗਈ ਆ, ਉਸ ਬੱਚੇ ਨੂੰ ਜੇ ਤੁਸੀਂ ਇੱਥੇ ਸਟੱਡੀ 'ਚ ਪਾਉਣਾ ਹੈ ਤੇ ਉਹਨੂੰ ਇੱਥੋਂ ਵਾਲੀ ਫੀਸ ਲੱਗਣੀ ਆ, ਉਹਨੂੰ 4 ਗੁਣਾ 5 ਗੁਣਾ ਫੀਸ ਨਹੀਂ ਲੱਗਣੀ ਫਿਰ। ਸੋ ਇਹ ਇੱਕ ਵੀ ਬਹੁਤ ਵੱਡਾ ਬੈਨੀਫਿਟ ਹੈਗਾ ਜੇ ਤੁਸੀਂ ਉਸ ਬੱਚੇ ਦੇ ਨਾਂ ਤੇ ਇਨਵੈਸਟਮੈਂਟ ਕਰ ਦਿੰਦੇ ਆ ਤੇ ਹੀ or she can be in US and not penalized for being as a foreigner। ਸੋ ਉਹ ਵੀ ਇੱਕ ਵੇ ਹੈਗਾ, ਪ੍ਰੋਪਰ ਵੇ ਹੈਗਾ ਜਿਹਦੇ ਨਾਲ ਕਿ ਕਾਫੀ ਜਿਹੜੇ ਬੱਚੇ ਹੈਗੇ ਉਹ ਬੈਨੀਫਿਟ ਲੈ ਸਕਦੇ ਆ। ਔਰ ਪ੍ਰੋਪਰ ਪ੍ਰੋਸੈਸ ਦੇ ਨਾਲ ਕੀਤਾ ਜਾਵੇ। ਜਿਹੜੀ ਕੰਪਨੀ ਹੈਗੀ ਆ ਹੈਲਪ ਕਰਦੀ ਆ, ਉਹਨਾਂ ਦੀ ਇੱਕ ਫੀਸ ਹੈਗੀ, ਸੈੱਟ ਫੀਸ ਹੈਗੀ ਆ, ਉਹਨਾਂ ਨੇ ਉਹ ਸੈੱਟ ਫੀਸ ਲੈਣੀ ਆ। ਜਿਹੜਾ ਤੁਸੀਂ ਲਾਇਰ ਕਰਨਾ ਹੈ ਇੰਡੀਆ ਦੇ ਵਿੱਚ ਤੁਸੀਂ ਕਰਨਾ, ਉਹਦੀ ਤੁਸੀਂ ਸੈੱਟ ਫੀਸ ਦੇਣੀ ਆ। ਜਿਹੜੀ ਇਨਵੈਸਟਮੈਂਟ ਹੈਗੀ ਆ ਉਹ ਜਦੋਂ 5 ਸਾਲਾਂ ਬਾਅਦ ਤੁਹਾਡਾ ਜਦੋਂ ਵੀਜ਼ਾ ਲੱਗ ਗਿਆ, ਤੁਹਾਡਾ ਗ੍ਰੀਨ ਕਾਰਡ ਮਿਲ ਗਿਆ, ਉਸ ਤੋਂ ਬਾਅਦ ਉਹ ਇਨਵੈਸਟਮੈਂਟ ਤੁਹਾਡੀ ਆ। ਉਹ ਤੁਸੀਂ ਇਹ ਨਹੀਂ ਗਾ ਕਿ ਤੁਸੀਂ ਉਹ ਗਵਾਤੇ ਪੈਸੇ, ਉਹ ਇਨਵੈਸਟਮੈਂਟ ਤੁਹਾਡੀ ਆ। ਜੇ ਤੁਸੀਂ ਉਹ 5 ਸਾਲਾਂ ਬਾਅਦ ਜਦੋਂ ਤੁਹਾਡਾ ਗ੍ਰੀਨ ਕਾਰਡ ਆ ਗਿਆ, ਤੁਸੀਂ ਆਪਣੇ ਮਨੀ ਜਿਹੜੀ ਆ ਵਿਡਰਾਅ ਕਰਨੀ ਚਾਹੁੰਦੇ ਇਨਵੈਸਟਮੈਂਟ 'ਚੋਂ, ਤੁਸੀਂ ਮਨੀ ਵਿਡਰਾਅ ਕਰ ਲਓ। ਉਸ ਟਾਈਮ ਤੇ ਜੋ ਵੀ ਉਹਦਾ ਮੁੱਲ ਪਏਗਾ ਉਸ ਪ੍ਰਾਪਰਟੀ ਦਾ, ਕਹਿ ਲਓ ਹੋਟਲ ਤੁਸੀਂ ਖੜਾ ਕੀਤਾ ਜਾਂ ਤੁਸੀਂ ਕਿਸੇ ਮਾਲ ਦੇ ਵਿੱਚ ਪੈਸੇ ਇਨਵੈਸਟ ਕੀਤੇ ਆ, ਸੋ ਜੇ ਤੁਸੀਂ ਉੱਥੋਂ ਸ਼ੇਅਰ ਕੱਢਣਾ ਹੈਗਾ ਆਪਣਾ ਸ਼ੇਅਰ ਕੱਢ ਸਕਦੇ ਹੈਗੇ। ਸੋ ਦੈਟ ਇਜ਼ ਵੈਰੀ ਵੈਲਿਡ, ਹੈ ਨਾ। ਸੋ ਇਹ ਚੀਜ਼ ਹੈ ਕਿ ਜਿਹੜਾ ਇਹ ਸਾਰਾ ਕੰਮ ਹੈਗਾ ਇਹ ਪ੍ਰੋਪਰ ਚੈਨਲ ਦੇ ਵਿੱਚੋਂ ਕੀਤਾ ਜਾਂਦਾ, ਪ੍ਰੋਪਰ ਢੰਗ ਨਾਲ ਕੀਤਾ ਜਾਂਦਾ। ਔਰ ਅਸੀਂ ਵੀ ਜੇ ਤੁਹਾਨੂੰ ਕਿਸੇ ਵੀ ਇਸ ਸਿਲਸਿਲੇ ਦੇ ਵਿੱਚ ਤੁਹਾਨੂੰ ਕਿਸੇ ਨੂੰ ਅਸੀਂ ਇੱਥੇ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਲਿਆਵਾਂਗੇ ਤੇ ਵੀ ਪ੍ਰੋਪਰ ਡੂ ਉਹਦਾ NDA ਜਿਹੜਾ ਐਗਰੀਮੈਂਟ ਹੈਗਾ ਆ, ਨਾਨ ਡਿਸਕਲੋਜ਼ਰ ਐਗਰੀਮੈਂਟ ਹੈਗਾ, ਉਹ ਸਾਈਨ ਹੋਏਗਾ। ਪ੍ਰੋਪਰਲੀ ਸਾਰੇ ਡਾਕੂਮੈਂਟ ਸਾਈਨ ਹੋਣਗੇ, ਪ੍ਰੋਪਰਲੀ ਤੁਹਾਡੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੋਏਗੀ, ਤਾਂ ਕਿ ਤੁਸੀਂ ਰੈਸਟ ਅਸ਼ੋਰ ਕਿ ਜਿਹੜਾ ਵੀ ਕੁਝ ਜੋ ਵੀ ਕੁਝ ਹੋ ਰਿਹਾ ਇਟਸ ਲੀਗਲ। ਐਂਡ ਇਹਦੇ ਵਿੱਚ ਵੀ ਬੜਾ ਹੈਗਾ ਕਿ ਮਨੀ ਸ਼ੁੱਡ ਬੀ ਵੈਰੀ ਲੀਗਲ। ਸੋ ਇਹ ਵੀ ਬਹੁਤ ਵੱਡਾ ਕੰਮ ਹੈਗਾ। ਸੋ ਡੈਫੀਨੇਟਲੀ ਬਹੁਤ ਵਧੀਆ ਤਰੀਕੇ ਹੈਗੇ ਆਉਣ ਦੇ, ਜਿਹਦੇ ਨਾਲ ਕਿ ਉਹ ਜਿਹੜੇ ਵੈਲ ਆਫ ਲੋਕੀ ਹੈਗੇ ਆ ਉਹ ਬੜੇ ਸੁਚੱਜੇ ਢੰਗ ਦੇ ਨਾਲ ਇੱਥੇ ਆ ਸਕਦੇ ਆ ਔਰ ਸਿਕਿਉਰ ਇਨਵੈਸਟਮੈਂਟ ਕਰ ਸਕਦੇ। ਬਿਲਕੁਲ, ਇਹਦੇ ਤੇ ਅਸੀਂ ਹੋਰ ਡਿਟੇਲ ਚ ਜ਼ਰੂਰ ਅਸੀਂ ਐਪੀਸੋਡ ਕਰਾਂਗੇ। ਆਈ ਵਿਲ ਰਾਈਟ ਮੋਰ ਕੁਐਸਚਨਸ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਬਿਕਾਜ਼ ਇਹ ਬੜਾ ਇੱਕ ਇੰਪੋਰਟੈਂਟ ਟੌਪਿਕ ਹੈ ਤੇ ਸਪੈਸ਼ਲੀ ਇਹਦੇ ਵਿੱਚ ਕਿੰਨਾ ਅਸੀਂ ਮਿਨੀਮਮ ਇਨਵੈਸਟਮੈਂਟ ਤੋਂ ਸ਼ੁਰੂ ਕਰ ਸਕਦੇ ਹਾਂ, ਕਿਹੜੇ ਕਿਹੜੇ ਤਰ੍ਹਾਂ ਦੇ ਬਿਜ਼ਨਸ ਜਿਹੜੇ ਹੋ ਸਕਦੇ ਨੇ, ਕੀ ਉਹਦੇ ਬੈਨੀਫਿਟਸ ਨੇ, ਨੁਕਸਾਨ ਕੀ ਹੋ ਸਕਦਾ ਹੈ। ਸੋ can take it a complete episode on this. So thank you so much, sir. Thank you for coming to the show. Thank you ji, ਸਤਿ ਸ਼੍ਰੀ ਅਕਾਲ। ਸੋ ਥੈਂਕ ਯੂ ਸੋ ਮਚ। ਆਈ ਹੋਪ ਤੁਹਾਨੂੰ ਅੱਜ ਦਾ ਐਪੀਸੋਡ ਜਿਹੜਾ ਹੈ ਉਹ ਬਹੁਤ ਪਸੰਦ ਆਇਆ ਹੋਏਗਾ। ਐਂਡ ਟਰੱਕਿੰਗ ਇੰਡਸਟਰੀ ਦੇ ਬਾਰੇ ਅੱਜ ਅਸੀਂ ਜਾਣਿਆ, ਇਹ ਸਿਰਫ ਮੈਨ ਪ੍ਰੋਫੈਸ਼ਨ ਨਹੀਂ ਆ, ਇਹ ਵੂਮਨ ਵੀ ਜਿਹੜੀਆਂ ਇਹ ਪ੍ਰੋਫੈਸ਼ਨ ਨੂੰ ਜੁਆਇਨ ਕਰ ਸਕਦੀਆਂ ਨੇ। ਰਮਨ ਢਿੱਲੋਂ ਜੀ ਨੇ ਬਹੁਤ ਹੀ ਵਧੀਆ ਇਨਕਰੇਜ ਕੀਤਾ ਐਂਡ ਆਈ ਹੋਪ ਕਿ ਬਹੁਤ ਸਾਰੀਆਂ ਵੂਮਨ ਵੀ ਜਿਹੜਾ ਇਹਨੂੰ ਪੋਜ਼ਿਟਿਵਲੀ ਲੈਣਗੀਆਂ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਕੁਐਸਚਨ ਹੋਵੇ ਜਾਂ ਕੁਐਰੀ ਹੋਵੇ, ਯੂ ਕੈਨ ਆਲਵੇਜ਼ ਆਸਕ ਹਿਮ, ਹੀ ਇਜ਼ ਵੈਰੀ ਵੈਰੀ ਹੈਲਪਫੁਲ। ਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਫਰਸਟ ਐਵਰ ਪੰਜਾਬੀ ਟਰੱਕਿੰਗ ਮੈਗਜ਼ੀਨ ਜਿਹੜਾ ਹੈ ਸਾਡੇ ਇੱਕ ਪੰਜਾਬੀ ਨੇ ਉੱਥੇ ਜਿਹੜਾ ਲਾਂਚ ਕੀਤਾ ਅਮਰੀਕਾ ਦੇ ਵਿੱਚ, ਤੇ ਉਹ ਬਹੁਤ ਸਾਰੀ ਸਾਡੇ ਟਰੱਕਿੰਗ ਦੇ ਵਿੱਚ ਕੰਮ ਕਰ ਰਹੇ ਜਿਹੜੇ ਸਾਡਾ ਯੂਥ ਆ ਜਾਂ ਫੈਮਲੀਜ਼ ਨੇ ਉਹਨਾਂ ਦੀ ਹੈਲਪ ਕਰ ਰਿਹਾ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਸ਼ੋ। ਮਨਦੀਪ ਕੌਰ ਸਿੱਧੂ।